ਟੌਪਿਕ ਹੈ ਉਹ ਬੜਾ ਇੰਪੋਰਟੈਂਟ ਮੈਨੂੰ ਲੱਗਿਆ ਸੀ ਤੇ ਮੈਂ ਕਿਹਾ ਇਹਦੀ ਡਿਸਕਸ਼ਨ ਕਰਨੀ ਜ਼ਰੂਰੀ ਹੈ ਜੀ। ਤੇ ਉਹਦਾ ਟੌਪਿਕ ਦਾ ਹੈਡਿੰਗ ਆ ਜੀ ਸਰਬੱਤ ਖਾਲਸਾ ਦਾ ਸੰਕਲਪ। ਤੇ ਇਹਦੇ ਬਾਰੇ ਮੈਂ ਸਰਦਾਰ ਸਾਹਿਬ ਨੂੰ ਬੇਨਤੀ ਕਰਾਂਗਾ, ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ, ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਤੁਸੀਂ 40 45 50 ਮਿੰਟ ਲਾ ਲਓ ਜੀ, ਤੇ ਉਸ ਤੋਂ ਬਾਅਦ ਫਿਰ ਆਪਾਂ ਡਿਸਕਸ਼ਨ ਕਰਾਂਗੇ ਇਸ ਟੌਪਿਕ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਪਲੇਟਫਾਰਮ ਮੁਹੱਈਆ ਕਰਾਉਣ ਵਾਸਤੇ, ਤਾਂ ਕਿ ਮੈਂ ਚੀਜ਼ ਦੇ ਆਪਣੇ ਵਿਚਾਰ ਪੇਸ਼ ਕਰ ਸਕਾਂ ਅੱਜ ਦੇ ਇਸ ਗੰਭੀਰ ਟੌਪਿਕ ਦੇ ਉੱਤੇ। ਲੈਟ ਮੀ ਸਟਾਰਟ ਸ਼ੇਅਰਿੰਗ ਵਿਦ ਦ ਸਕਰੀਨ। ਦਾ ਵਿਸ਼ਾ ਜੀ ਸਰਬੱਤ ਖਾਲਸਾ ਦਾ ਸੰਕਲਪ, ਕਨਸੈਪਚੁਅਲਾਈਜੇਸ਼ਨ ਆਫ ਸਰਬੱਤ ਖਾਲਸਾ। ਇਹ ਇੱਕ ਨਾਮ ਜਿਹੜਾ ਇਹ ਅਕਸਰ ਸਿੱਖ ਹਲਕਿਆਂ ਦੇ ਵਿੱਚ ਬਾਰ-ਬਾਰ ਆਉਂਦਾ ਹੈ ਕਿ ਵੀ ਸਰਬੱਤ ਖਾਲਸਾ ਕਿਵੇਂ ਕਰਨਾ ਹੈ, ਮੁੜ ਸੁਰਜੀਤ ਕਰਨਾ ਹੈ, ਉਸਾਰਨਾ ਹੈ, ਤੇ ਕਦੀ ਹੁੰਦਾ ਸੀਗਾ ਸਾਡਾ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਅਕਸਰ ਸਮੇਂ-ਸਮੇਂ ਦੇ ਉੱਤੇ ਸਿੱਖ ਚਿੰਤਕਾਂ ਵੱਲੋਂ ਔਰ ਜ਼ਮੀਨ ਦੇ ਉੱਤੇ ਵੀ ਕਈ ਵਾਰੀ ਸੰਘਰਸ਼ ਸਾਨੂੰ ਦੇਖਣ ਨੂੰ ਮਿਲਦਾ। ਤੇ ਮੈਂ ਇਸ ਟੌਪਿਕ ਦੇ ਉੱਤੇ ਜਿਹੜਾ ਅੱਜ ਆਉਣਾ ਚਾਹੂੰਗਾ, ਤੇ ਜੋ ਮੇਰੇ ਅੱਜ ਦੇ ਟੌਪਿਕ ਦਾ ਜੋ ਕਰਕਸ ਹੋਏਗਾ ਉਹ ਹੋਏਗਾ ਕਿ ਵੀ ਅਗਰ ਇਹੋ ਜਿਹੀ ਸਿੱਖ ਸੰਸਥਾ ਸਰਬੱਤ ਖਾਲਸਾ ਉਹ ਕਿਹੋ ਜਿਹੀ ਹੋਈ, ਉਹ ਕਿਵੇਂ ਬਣਾਈ ਜਾਏ। ਅਗਰ ਉਹ ਜਿਹੜੀ ਹੋਏਗੀ ਉਹ ਇਸ ਤਰ੍ਹਾਂ ਹੋਣੀ ਚਾਹੀਏ ਕਿ ਜੋ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਪੰਜ ਪ੍ਰਧਾਨੀ ਨੂੰ ਰੂਪਮਾਨ ਕਰਦੀ ਹੋਏ ਉਹ ਸੰਸਥਾ, ਤੇ ਖੁਦ ਮੁਖਤਿਆਰ ਹੋਏ, ਤੇ ਵਿਸ਼ਵ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੋਏ, ਪਾਰਦਰਸ਼ੀ ਹੋਏ, ਤੇ ਕਿਸੇ ਦੇਸ਼ ਸਥਾਨ ਨਾਲ ਬੱਝੀ ਨਾ ਹੋਏ, ਤਾਂ ਕਿ ਕੋਈ ਸਿਆਸੀ ਪੁਜਾਰੀ ਦੇ ਨਾਪਾਕ ਗੱਠਜੋੜ ਜਿਹੜਾ ਤੋਂ ਹਮੇਸ਼ਾ ਮੁਕਤ ਰਹੇ। ਸੋ ਅਗਰ ਇਹੋ ਜਿਹੀ ਸੰਸਥਾ ਅਸੀਂ ਬਣਾ ਪਾਉਂਦੇ ਹਾਂ, ਉਹਨੂੰ ਅਸੀਂ ਸਰਬੱਤ ਖਾਲਸਾ ਕਹਿ ਸਕਾਂਗੇ। ਤੇ ਇਹ ਜਿਹੜਾ ਅੱਜ ਦੀ ਮੇਰੀ ਵਿਚਾਰ ਚਰਚਾ ਦਾ ਇਹ ਹੋਏਗਾ, ਇਹਦੇ ਉੱਤੇ ਕੇਂਦਰਿਤ ਰਹੇਗਾ ਕਿ ਕਿਸ ਤਰ੍ਹਾਂ ਅਸੀਂ ਇਸ ਪਾਸੇ ਅਸੀਂ ਵੱਧ ਸਕਦੇ ਹਾਂ। ਤੇ ਇਸ ਤੋਂ ਪਹਿਲਾਂ ਕਿ ਮੈਂ ਸ਼ੁਰੂ ਕਰਾਂ, ਤੇ ਸਪੈਸ਼ਲੀ ਇਸ ਟੌਪਿਕ ਦੇ ਉੱਤੇ ਇਹ ਵੈਬਸਾਈਟ ਜਿਹੜੀ ਹੈ ਉਹ ਬਣਾਈਏ। ਸੋ ਹੁਣ ਮੈਂ ਨੈਕਸਟ ਜਿਹੜਾ ਮੈਂ ਇਸ ਵੈਬਸਾਈਟ ਤੇ ਜਾਊਂਗਾ। ਜਿਹੜਾ ਕੋਈ ਤੁਹਾਡੇ ਚੋਂ ਦੇਖ ਸਕਦਾ, ਖੋਲ ਸਕਦਾ, ਉਹ ਵੀ ਨਾਲ ਸਕਰੋਲ ਕਰ ਸਕਦਾ ਇਸ ਵੈਬਸਾਈਟ ਦੇ ਉੱਤੇ। ਸੋ ਮੈਂ ਇਹਨੂੰ ਹੁਣ ਇੱਥੋਂ ਜੇ ਬੰਦ ਕਰਕੇ ਤੇ ਮੈਂ ਵੈਬਸਾਈਟ ਜਿਹੜੀ ਹੈ ਉਹ ਹੁਣ ਖੋਲਾਂਗਾ। ਹਾਂਜੀ ਹਾਂਜੀ। ਸੋ ਇਹ ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਕਿ ਇਸ ਸਮੇਂ ਕਾਫੀ ਵਾਰ ਇਹਦੀ ਚਰਚਾ ਆਉਂਦੀ ਹੈ, ਪਰ ਉਹਦੇ ਬਿਲਕੁਲ ਸਹੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਇਸ ਸਮੇਂ ਜੋ ਆਮ ਜਿਹੜੇ ਸਿੱਖ ਚਿੰਤਕ ਨੇ, ਐਕਟਿਵਿਸਟ ਨੇ, ਜੋ ਸਟਰਗਲ ਕਰ ਰਹੇ ਨੇ ਜ਼ਮੀਨ ਤੇ, ਉਹਨਾਂ ਦਾ ਇਹ ਬੜਾ ਜਾਇਜ਼ ਕੰਸਰਨ ਹੈ ਕਿ ਅਸੀਂ ਆਪਣੇ ਜਿਹੜੇ ਗੁਰੂ ਘਰ ਨੇ ਤੇ ਜਾਂ ਸਿਸਟਮ ਹੈ ਓਵਰਆਲ, ਉਹਨੂੰ ਅਸੀਂ ਮੁਕਤ ਕਰਾਉਣਾ, ਉਹਨੂੰ ਅਸੀਂ ਫ੍ਰੀ ਕਰਾਉਣਾ ਔਰ ਗੁਰਮਤ ਅਨੁਸਾਰ ਹੀ ਉਹਨੂੰ ਚਲਾਉਣਾ। ਤੇ ਕਿਉਂਕਿ ਇਸ ਸਮੇਂ ਇੰਨੀ ਪੋਲੀਟੀਕਲ ਇੰਟਰਫੇਰੈਂਸ ਹੋ ਗਈ ਹੈ ਕਿ ਵੀ ਹਰ ਸੰਜੀਦਾ ਸਿੱਖ ਜਿਹੜਾ ਉਹ ਬਹੁਤ ਕੰਸਰਨਡ ਹੈਗਾ। ਸੋ ਉੱਥੇ ਇਹ ਸਰਬੱਤ ਖਾਲਸਾ ਦਾ ਰੋਲ ਜਿਹੜਾ ਬਹੁਤ ਇੰਪੋਰਟੈਂਟ ਆਉਂਦਾ, ਅਗਰ ਅਸੀਂ ਇਸ ਨੂੰ ਉਸ ਤਰ੍ਹਾਂ ਅਸੀਂ ਦੁਬਾਰਾ ਸੁਰਜੀਤ ਕਰ ਪਾਉਂਦੇ ਹਾਂ। ਤੇ ਇਸੇ ਦੇ ਕੰਟੈਕਸਟ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਰੀਸੈਂਟ ਟਾਈਮਸ ਦੇ ਵਿੱਚ ਜਿਹੜੇ ਉਪਰਾਲੇ ਹੋਏ ਨੇ ਹਾਲੀਆ ਸਮੇਂ ਦੇ ਵਿੱਚ, ਜਿਹੜੇ ਸਰਬੱਤ ਖਾਲਸਾ ਜਿਹਨਾਂ ਨੂੰ ਕਿਹਾ ਗਿਆ, ਉਹ ਇੱਕ ਬਰਤਾਂਤ ਦੇ ਵਿੱਚੋਂ ਉੱਪਰੇ ਨੇ ਕਿ ਵੀ ਉਹ ਕਹਿ ਰਹੇ ਨੇ ਕਿ ਅਸੀਂ ਅਕਾਲ ਤਖਤ ਨੂੰ ਆਜ਼ਾਦ ਕਰਾਉਣਾ, ਤੇ ਭਾਵ ਉਸ ਧਾਰਮਿਕ ਸਥਾਨ ਨੂੰ ਆਜ਼ਾਦ ਕਰਵਾਉਣਾ। ਹੁਣ ਇਹਦੇ ਚ ਇੱਕ ਬੜੀ ਮੇਜਰ ਕੰਸਰਨ ਇਹ ਹੈ ਕਿ ਇਹ ਜਿਹੜਾ ਬਿਰਤਾਂਤ ਹੈ ਨਾ, ਇੱਥੋਂ ਇਹ ਇੱਕ ਧਾਰਨਾ ਵੱਜਦੀ ਹੈ ਕਿ ਜਿਹਦੇ ਕੰਟਰੋਲ ਦੇ ਵਿੱਚ ਉਹਦੀ ਜਗ੍ਹਾ ਹੈ ਨਾ,
ਅੰਮ੍ਰਿਤਸਰ ਵਿੱਚ ਅਕਾਲ ਤਖਤ ਸਾਹਿਬ, ਉਹਦੇ ਕੰਟਰੋਲ ਵਿੱਚ ਪੰਥ ਹੈ। ਕਿਉਂਕਿ ਅਸੀਂ ਉਹਨੂੰ ਆਜ਼ਾਦ ਕਰਾਉਣ ਨੂੰ ਕਰ ਰਹੇ ਹਾਂ, ਤੇ ਜਿਨ੍ਹਾਂ ਨੇ ਅੱਗੇ ਕਾਬਜ਼ ਹੋਣਾ, ਉਹਨਾਂ ਨੇ ਉੱਤੇ ਕਾਬਜ਼ ਹੋਣਾ, ਔਰ ਉਹਨੇ ਦੱਸਣਾ ਕਿ ਵੀ ਇਹ ਸਾਡੇ ਕੰਟਰੋਲ ਵਿੱਚ ਹੈ। ਇਸ ਲਈ ਜੋ ਇੱਥੋਂ ਹੁਕਮ ਹੋਏਗਾ ਉਹ ਪੰਥ ਦਾ ਹੁਕਮ ਹੋਏਗਾ। ਤੇ ਇਹ ਜਿਹੜੀ ਧਾਰਨਾ ਹੈ ਕਿ ਵੀ ਅਸੀਂ ਅਕਾਲ ਤਖਤ ਆਜ਼ਾਦ ਕਰਾਉਣਾ, ਇਹ ਕਿਤੇ ਨਾ ਕਿਤੇ ਦੁਸ਼ਮਣ ਦੇ ਖੇਮੇ ਦੇ ਵਿੱਚ ਹੀ ਭੁਗਤਦੀ ਪਈ ਹੈ। ਕਿਉਂਕਿ ਜਿਹੜੇ ਵੀ ਸਰਕਾਰੀ ਧਿਰ ਹੈ, ਸਮੇਂ ਦੇ ਸਰਕਾਰ, ਭਾਵੇਂ ਉਹ ਮੁਗਲ ਸਰਕਾਰ ਹੋਏ, ਭਾਵੇਂ ਹੁਣ ਦੀ ਹੋਏ, ਭਾਵੇਂ ਅੱਗੋਂ ਆਉਣ ਵਾਲੀਆਂ ਹੋਣ, ਉਹਨਾਂ ਵਾਸਤੇ ਇੱਕ ਸਥਾਨ ਦੇ ਉੱਤੇ ਕਬਜ਼ਾ ਕਰਨਾ ਹਮੇਸ਼ਾ ਹੀ ਸੌਖਾ ਹੋਏਗਾ। ਔਰ ਇਹ ਜਿਹੜਾ ਬਿਰਤਾਂਤ ਹੈ, ਪੁਜਾਰੀ ਤੇ ਸਿਆਸਤਦਾਨ ਦੇ ਨਾਪਾਕ ਗੱਠਜੋੜ ਦੇ ਹੱਕ ਵਿੱਚ ਜਾਂਦਾ ਹੈ। ਸੋ ਇਸ ਤੋਂ ਜ਼ਰੂਰਤ ਹੈ ਕਿ ਅਸੀਂ ਇਸ ਤੋਂ ਫ੍ਰੀ ਹੋਈਏ। ਇਹ ਨੈਰੇਟਿਵ ਜਿਹੜਾ ਹੈ, ਇਸ ਤੋਂ ਵੀ ਸਾਨੂੰ ਆਪਣੇ ਆਪ ਨੂੰ ਫ੍ਰੀ ਕਰਨਾ ਪਏਗਾ। ਕਿਉਂਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਅਕਾਲ ਬੁੰਗਾ ਉਸਾਰਿਆ, ਤੇ ਮੀਰੀ ਪੀਰੀ ਦਾ ਸਿਧਾਂਤ ਉੱਥੋਂ ਰੂਪਮਾਨ ਕੀਤਾ। ਪਰ ਇਹਦਾ ਮਤਲਬ ਇਹ ਨਹੀਂ ਉੱਥੋਂ ਜਿਹੜੀ ਚੀਜ਼ ਰੂਪਮਾਨ ਕੀਤੀ ਉਹਦੇ ਨਾਲ ਹੀ ਕਨੈਕਟਡ ਹੈ। ਉਹ ਇੱਕ ਸਿਧਾਂਤ ਹੈ, ਉਹ ਉੱਥੇ ਉਹਨੂੰ ਪ੍ਰਗਟ ਕਰਨ ਵਾਸਤੇ ਉਹ ਜਗ੍ਹਾ ਦੀ ਵਰਤੋਂ ਹੋਈ। ਉਹ ਹੁਣ ਸਾਡੇ ਵਾਸਤੇ ਇੱਕ ਇਤਿਹਾਸਿਕ ਸਥਾਨ ਹੈ। ਪਰ ਸਿਧਾਂਤ ਦੀ ਕਾਇਮੀ ਲਈ ਉਸ ਸਥਾਨ ਦੀ ਹੋਏ ਕਿ ਨਾ ਹੋਏ, ਇਹ ਜ਼ਰੂਰੀ ਨਹੀਂ ਹੈ। ਔਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ 17ਵੀਂ ਸਦੀ ਦੇ ਵਿੱਚ ਜਿਹੜਾ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਇਤਿਹਾਸ ਰਿਹਾ, ਉਹ ਵੀ ਉਹਦੇ ਨਾਲ ਕਨੈਕਟਡ ਨਹੀਂ ਰਿਹਾ ਅਕਾਲ ਬੁੰਗੇ ਨਾਲ। ਇਹਦਾ ਮਤਲਬ ਗੁਰੂ ਸਾਹਿਬ ਨੇ ਆਪ ਡੈਮੋਨਸਟ੍ਰੇਟ ਕਰਕੇ ਦਿਖਾਇਆ, ਫਿਰ ਵੀ ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਰਹੇ। ਤੇ ਅਕਸਰ ਜਦੋਂ ਇਹ ਗੱਲਾਂ ਹੁੰਦੀਆਂ ਨੇ, ਅਸੀਂ 18ਵੀਂ ਸਦੀ ਦੇ ਸਿੱਖ ਸੰਘਰਸ਼ ਦੇ ਬਾਰੇ ਰੈਫਰੈਂਸ ਦਿੰਦੇ ਹਾਂ ਕਿ ਉਹ ਕਿਸ ਤਰ੍ਹਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕੀਤੀ, ਉਹ ਹਮਲਾਵਰਾਂ ਕੋਲੋਂ ਬਚਾਇਆ। ਪਰ ਇੱਥੇ ਗੱਲ ਇਹ ਹੈ ਕਿ ਉੱਥੇ ਮੁਗਲ ਅਫਗਾਨ ਦੇ ਉੱਤੇ ਜੋ ਸਾਡੀਆਂ ਇਨਵੇਜ਼ਨਸ ਹੋ ਰਹੀਆਂ ਸੀ, ਉਹਦੇ ਪ੍ਰਤੀਕਰਮ ਵਿੱਚੋਂ ਜੋ ਨਿਕਲਿਆ, ਜੋ ਇੱਕ ਬਹੁਤ ਜਾਇਜ਼ ਔਰ ਕਮਾਲ ਦਾ ਸਿੱਖ ਇਤਿਹਾਸ ਨਿਕਲਿਆ, ਉਸ ਮੁਗਲ ਅਫਗਾਨ ਹਮਲਿਆਂ ਦੇ ਪ੍ਰਤੀਕਰਮ ਵਿੱਚੋਂ ਨਿਕਲਿਆ। ਪਰ ਜਿਹੜਾ ਅੱਜ ਦਾ ਮੌਜੂਦਾ ਟਾਈਮ ਹੈ, ਜਿਹਦੇ ਅੰਦਰ ਕਿ ਇੱਕ ਬੜੀ ਪੋਲੀਟੀਕਲ ਸਟੇਬਲ ਸਾਡੀ ਇੱਕ ਐਡਵਰਸਰੀ ਹੈ, ਉਹ ਬਿਲਕੁਲ 17ਵੀਂ ਸਦੀ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਮੇਲ ਖਾ ਰਿਹਾ। ਉਹ 18ਵੀਂ ਸਦੀ ਨਾਲ ਉਹਨਾਂ ਮੇਲ ਨਹੀਂ ਖਾ ਰਿਹਾ। ਉਹ 17ਵੀਂ ਸਦੀ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਮੇਲ ਖਾ ਰਿਹਾ। ਸੋ ਜੋ ਗੁਰੂ ਸਾਹਿਬ ਦਾ ਰਿਹਾ ਹੈ ਕਿ ਵੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇਂ ਜੀਆਂ ਕਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਸੋ ਗੁਰੂ ਸਾਹਿਬ ਨੇ ਗੁਰਮਤਿ ਸਿਧਾਂਤ ਦੇ ਸੰਸਥਾਪਕ ਰੂਪ ਦੇਣ ਵਾਸਤੇ ਸਿੱਖ ਸਮਾਜ ਨੂੰ ਜਿਹੜਾ ਪੁਜਾਰੀਵਾਦ ਦੇ ਗਲਬੇ ਤੋਂ ਮੁਕਤ ਕਰਾਇਆ, ਉਹਦੇ ਵਾਸਤੇ ਉਹਨਾਂ ਨੇ ਕਿਸੇ ਸਥਾਨ ਦੀ ਨੂੰ ਨੀਅਤ ਦੀ ਜ਼ਰੂਰਤ ਨਹੀਂ ਕਾਇਮੀ ਸਮਝੀ ਉਹਨਾਂ ਨੇ, ਕਿ ਸਥਾਨ ਦੇ ਉੱਤੇ ਕਾਬਜ਼ ਹੋਣਾ ਜ਼ਰੂਰੀ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਅਗਰ ਮੈਂ ਗਲਤ ਨਾ ਹੋਵਾਂ ਤੇ ਅਰਾਊਂਡ 1635 ਦੇ ਕਰੀਬ ਤੋਂ ਜਦੋਂ ਉਹਨਾਂ ਨੇ ਅੰਮ੍ਰਿਤਸਰ ਛੱਡਿਆ, ਉਸ ਤੋਂ ਬਾਅਦ ਕੋਈ ਵੀ ਗੁਰੂ ਸਾਹਿਬ ਅਕਾਲ ਬੁੰਗਾ ਉੱਥੇ ਨਹੀਂ ਗਏ। ਜੋ ਹੁਣ ਅਸੀਂ ਅਕਾਲ ਤਖਤ ਕਹਿੰਦੇ, ਉਦੋਂ ਗੁਰੂ ਸਾਹਿਬ ਦਾ ਨਾਮ ਤੇ ਅਕਾਲ ਬੁੰਗਾ ਹੀ ਹੈ। ਤੇ ਕੀਰਤਪੁਰ ਆਪਣਾ ਜਿਹੜਾ ਹੈ ਉਹ ਸਿੱਖ ਸੈਂਟਰ ਜਿਹੜਾ ਕੀਰਤਪੁਰ ਸ਼ਿਫਟ ਕੀਤਾ। ਕੀਰਤਪੁਰ ਤੋਂ ਬਾਅਦ ਅਨੰਦਪੁਰ ਸ਼ਿਫਟ ਹੋਇਆ 9ਵੇਂ ਪਾਤਸ਼ਾਹ ਦੇ ਟਾਈਮ, ਤੇ ਫਿਰ 10ਵੇਂ ਪਾਤਸ਼ਾਹ ਦੇ ਟਾਈਮ ਵੀ ਅਨੰਦਪੁਰ ਸਾਹਿਬ ਰਿਹਾ। ਸੋ 6ਵੇਂ ਪਾਤਸ਼ਾਹ ਤੋਂ ਬਾਅਦ ਕੋਈ ਵੀ ਗੁਰੂ ਸਾਹਿਬ ਅਕਾਲ ਬੁੰਗੇ ਨਹੀਂ ਗਏ। ਇੱਥੇ ਤੱਕ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਉਹ ਅੰਮ੍ਰਿਤਸਰ ਪਹੁੰਚੇ, ਤੇ ਉਸ ਟਾਈਮ ਤੇ ਪੁਜਾਰੀਆਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ, ਅੰਦਰ ਨਹੀਂ ਜਾਣ ਦਿੱਤਾ। ਉਹ ਕਾਫੀ ਟਾਈਮ ਜਦੋਂ ਉਡੀਕ ਕਰਦੇ ਰਹੇ, ਉਸ ਤੋਂ ਬਾਅਦ ਬਗੈਰ ਅੰਦਰ ਗਏ ਦਰਸ਼ਨ ਕੀਤੇ, ਉਸ ਤੋਂ ਬਾਅਦ ਉਹ ਉੱਥੋਂ ਉਹਨਾਂ ਨੂੰ ਜਾਣਾ ਪਿਆ। ਔਰ ਉਸ ਸਮੇਂ ਇਹ ਹਵਾਲੇ ਇਹੋ ਜਿਹੇ ਮਿਲਦੇ ਨੇ ਕਿ ਉਹਨਾਂ ਦੇ ਨਾਲ ਸ਼ਸਤਰਧਾਰੀ, ਕਿਉਂਕਿ ਹਮੇਸ਼ਾ ਗੁਰੂ ਸਾਹਿਬ ਦੇ ਨਾਲ 6ਵੇਂ ਪਾਤਸ਼ਾਹ ਤੋਂ ਬਾਅਦ ਸ਼ਸਤਰਧਾਰੀ ਸਿੱਖ ਜਿਹੜੇ ਨੇ ਹਮੇਸ਼ਾ ਨਾਲ ਸੀਗੇ। ਸੋ ਨਾਲ ਸ਼ਸਤਰਧਾਰੀ ਸਿੱਖ ਵੀ ਸੀਗੇ, ਬੜੇ ਭਾਈ ਮੱਖਣ ਸ਼ਾਹ ਲੁਬਾਣਾ ਵਰਗੇ ਜਿਹੜੇ ਇਨਫਲੂਐਂਸ਼ੀਅਲ ਸਿੱਖ ਉਹ ਵੀ ਸੀਗੇ। ਉਹਨਾਂ ਨੇ ਵੀ ਕਿਹਾ ਕਿ ਵੀ ਅਗਰ ਅਸੀਂ ਇਸ ਸਮੇਂ ਇੱਕ ਤਰ੍ਹਾਂ ਨਾਲ ਇੱਥੇ ਜ਼ਬਰਦਸਤੀ ਵੀ ਕਰ ਸਕਦੇ ਜਿਹੜੇ ਇਹ ਪੁਜਾਰੀ ਬੈਠੇ ਨੇ ਇਹਨਾਂ ਦੇ ਉੱਤੇ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੇ ਸਟ੍ਰਿਕਟਲੀ ਮਨਾ ਕਰ ਦਿੱਤਾ, ਕਿਉਂਕਿ ਅਗਰ ਇਹ ਐਵੇਂ ਕਰਦੇ ਤੇ ਉਹ ਟੈਂਪਰੇਰੀਲੀ ਤੇ ਉਹ ਹੋ ਸਕਦਾ ਇੱਕ ਵਾਰੀ ਫੇਰ ਮੇਨ ਸਟ੍ਰੀਮ ਸਿੱਖਸ ਦੇ ਕੋਲ ਆ ਜਾਂਦਾ। ਪਰ ਇਹ ਇੱਕ ਵਾਰੀ ਫਿਰ ਬਿਰਤਾਂਤ ਸਿਰਜ ਦਿੰਦਾ ਕਿ ਵੀ ਗੁਰੂ ਦੇ ਵਾਸਤੇ ਉਹ ਕੁਝ ਸਥਾਨ ਦੇ ਉੱਤੇ ਇੱਕ ਕਾਬਜ਼ ਹੋਣਾ ਕਿੰਨਾ ਜ਼ਰੂਰੀ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ
ਸਟ੍ਰਿਕਟਲੀ ਉੱਥੇ ਪਹਿਲਾਂ ਉੱਥੇ ਵੇਟ ਕੀਤੀ, ਜਦੋਂ ਨਹੀਂ ਐਲਾਨ ਦਿੱਤਾ ਤੇ ਉਹਨੂੰ ਇਗਨੋਰ ਕੀਤਾ। ਉਸ ਤੋਂ ਬਾਅਦ ਉੱਥੋਂ ਉਹ ਚਲੇ ਗਏ ਤੇ ਉਸ ਤੋਂ ਬਾਅਦ ਉਹ ਸਥਾਨ ਹਮੇਸ਼ਾ ਜਿਹੜਾ ਹੈ ਉਹ ਪ੍ਰਿਥੀ ਚੰਦ ਦੀ ਔਲਾਦ ਦੇ ਕੋਲ ਹੀ ਰਿਹਾ। ਉਹ ਅੱਗੋਂ ਜਿਹੜੀ ਮਿਹਰਬਾਨ ਤੇ ਉਹਨਾਂ ਦੀ ਅੱਗੋਂ ਸੰਤਾਨਾਂ ਦੇ ਕਬਜ਼ੇ ਵਿੱਚ ਰਿਹਾ, ਉਹ ਪੁਜਾਰੀਆਂ ਦੇ ਕਬਜ਼ੇ ਵਿੱਚ ਰਿਹਾ। ਤੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਜਦੋਂ ਸਾਜੇ ਖਾਲਸਾ ਸਾਜਨਾ ਦੇ ਟਾਈਮ ਦੇ ਉੱਤੇ, ਤੇ ਉਹਨਾਂ ਨੇ ਪੰਜ ਪਿਆਰਿਆਂ ਦਾ ਇੱਕ ਬੜਾ ਇੰਪੋਰਟੈਂਟ ਨੁਕਤਾ ਇੱਕ ਮੈਨੂੰ ਇਹ ਵੀ ਨਜ਼ਰ ਆਉਂਦਾ ਹੈ ਕਿ ਉਹਨਾਂ ਨੇ ਪੁਜਾਰੀ ਨੂੰ ਸਿੱਖ ਸਮਾਜ ਤੋਂ ਸੰਸਥਾਪਕ ਰੂਪ ਦੇ ਵਿੱਚੋਂ ਪੂਰੀ ਤਰ੍ਹਾਂ ਕੱਢ ਦਿੱਤਾ। ਉਹਨਾਂ ਨੇ 1 ਸਾਲ ਪਹਿਲਾਂ ਮਸੰਦਾਂ ਦੀ ਪ੍ਰਥਾ ਖਤਮ ਕੀਤੀ, ਕਿਉਂਕਿ ਮਸੰਦ ਜਿਹੜੇ ਸੀ, ਜਿਹੜੇ ਪਹਿਲਾਂ ਪ੍ਰਚਾਰਕ ਥਾਪੇ ਗਏ ਸੀ, ਉਹ ਪ੍ਰਚਾਰਕ ਪੁਜਾਰੀ ਬਣ ਗਏ। ਤੇ ਫਿਰ ਉਹਨਾਂ ਨੇ ਜੋ ਦੇਖਿਆ ਕਿ ਉਹਨਾਂ ਨੇ ਪੰਜ ਪਿਆਰੇ ਕੌਣ ਹੋਣ, ਜਿਹੜੇ ਸੰਗਤ ਦੇ ਵਿੱਚੋਂ ਹੀ ਪਹਿਲੇ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੋਲ ਲਿੱਤੀ ਹੋਏ, ਤੇ ਸੰਗਤ ਦੇ ਵਿੱਚੋਂ ਆਪਣੇ ਵਿੱਚੋਂ ਪੰਜ, ਇੱਕ ਨਹੀਂ ਰਿਹਾ, ਪੰਜ ਹੋ ਗਏ। ਇਹਦਾ ਮਤਲਬ ਉਹਨਾਂ ਨੇ ਇੱਕ ਦੇ ਕੋਲ ਤਾਕਤ ਨਹੀਂ ਰਹਿਣ ਦਿੱਤੀ ਕਿਸੇ ਕੋਲ, ਉਹਨਾਂ ਨੇ ਪੰਜ ਦੇ ਵਿੱਚ ਤਾਂ ਕਿ ਕੰਸੈਂਸਸ ਦੇ ਵਿੱਚ ਰਹੇ ਔਰ ਸੰਗਤ ਦੇ ਕੋਲ ਰਹੇ ਇਹ। ਔਰ ਜਿਹੜੀ ਇਨੀਸ਼ੀਏਸ਼ਨ ਸੈਰੇਮਨੀ ਹੈ, ਜਿਹਨੂੰ ਅਸੀਂ ਖੰਡੇ ਬਾਟੇ ਦੀ ਪੋਲ ਕਹਿੰਦੇ ਆ, ਉਹ ਪੰਜ ਪਿਆਰਿਆਂ ਦੇ ਥਰੂ ਜਿਹੜੀ ਉਹਨਾਂ ਨੇ ਦਿੱਤੀ। ਇਹ ਇੱਕ ਤਰੀਕੇ ਨਾਲ ਉਹਨਾਂ ਨੇ ਪੁਜਾਰੀ ਨੂੰ ਸੰਸਥਾਪਕ ਰੂਪ ਵਿੱਚ ਪੂਰੀ ਤਰ੍ਹਾਂ ਕੱਢ ਦਿੱਤਾ ਕਿ ਇੰਸਟੀਟਿਊਸ਼ਨਲ ਵੇ ਦੇ ਵਿੱਚ, ਤਾਂ ਕਿ ਦੁਬਾਰਾ ਇਹ ਵੜ ਨਾ ਸਕੇ। ਤੇ ਔਰ ਫਿਰ ਇਹ ਜੋ ਹੈ ਇੰਨੀ ਇੰਪੋਰਟੈਂਟ ਈਵੈਂਟ ਹੈ, ਇਹ ਉੱਥੇ ਅਨੰਦਪੁਰ ਹੋਇਆ। ਇਹ ਅਕਾਲ ਬੁੱਗੇ ਨਹੀਂ ਹੋਇਆ, ਜਿਹੜਾ ਖਾਲਸਾ ਪ੍ਰਗਟ ਜਿਹੜੀ ਹੈ। ਫਿਰ ਉਸ ਤੋਂ ਬਾਅਦ ਅੱਛਾ ਇੱਕ ਹੋਰ ਗੱਲ ਕਿ ਹੁਣ ਅਸੀਂ ਕਿਉਂਕਿ ਅਨੰਦਪੁਰ ਹੋਇਆ, ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਵੀ ਕਿਸੇ ਨੇ ਖੰਡੇ ਬਾਟੇ ਦੀ ਪੋਲ ਲੈਣੀ, ਉਹਨੂੰ ਸਿਰਫ ਅਨੰਦਪੁਰ ਹੀ ਜਾਣਾ ਪਏਗਾ? ਨਹੀਂ, ਪਰ ਫਿਰ ਵੀ ਉਸ ਦੇ ਬਾਵਜੂਦ ਅਸੀਂ ਇਹ ਕਹਿੰਦੇ ਕਿ ਜਿਹਦੇ ਕੋਲ ਅਕਾਲ ਤਖਤ ਹੈ, ਉਹਦੇ ਕੋਲ ਜਿਹੜੀ ਹੈ ਪੰਥ ਦੀ ਵਾਗਡੋਰ ਉਹਦੇ ਕੋਲ ਹੈ। ਇਹ ਬ੍ਰਿਤਾਂਤ ਕਿਵੇਂ ਬਣ ਗਿਆ? ਇਹ ਤੋਂ ਸਾਨੂੰ ਬਾਹਰ ਨਿਕਲਣਾ। ਹੋਰ ਜਿੰਨੀਆਂ ਇੰਪੋਰਟੈਂਟ ਘਟਨਾਵਾਂ ਹੋਈਆਂ, ਗੁਰੂ ਆਦਿ ਗ੍ਰੰਥ ਸਾਹਿਬ ਦੀ ਸੰਪੂਰਨਤਾ, ਉਹ ਅਸੀਂ ਮੰਨਦੇ ਹਾਂ ਕਿ ਵੀ ਤਲਵੰਡੀ ਸਾਬੋ ਹੋਈ। ਗੁਰਤਾ ਗੱਦੀ ਦੀ ਜਿਹੜੀ ਹੈ ਉਹ ਨੰਦੇੜ ਦੇ ਵਿੱਚ ਹੋਈ। ਸੋ ਕਿਤੇ ਵੀ ਸਥਾਨ ਜਿਹੜਾ ਉਹਦੀ ਉੱਥੋਂ ਉਹਨੂੰ ਇੱਕ ਇਹ ਨਹੀਂ ਮੰਨਿਆ ਗਿਆ ਕਿ ਇਸ ਸਥਾਨ ਦੇ ਉੱਤੋਂ ਹੀ ਇਹ ਚੀਜ਼ ਹੋ ਸਕਦੀ ਹੈ ਪੰਥ ਦੀ ਜਿਹੜੀ ਹੈ। ਸੋ ਗੁਰੂ ਸਾਹਿਬ ਨੇ ਆਪ ਇਹ ਸਭ ਕਰਕੇ ਦਿਖਾਇਆ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਉਹਦੇ ਨਾਲ ਪੰਜ ਪਿਆਰੇ ਅਸੀਂ ਕਹਿੰਦੇ ਕਿ ਉਹਨਾਂ ਨੇ ਪੰਜ ਪਿਆਰੇ ਦੀ ਅਗਵਾਈ ਵਿੱਚ ਭੇਜਿਆ। ਤੇ ਪੰਜ ਪਿਆਰੇ ਕੋਈ ਅਕਾਲ ਤਖਤ ਤੋਂ ਤੇ ਭੇਜੇ ਨਹੀਂ, ਉਹਦੇ ਨੰਦੇੜ ਤੋਂ ਗਏ। ਤੇ ਔਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਥੋੜੇ ਸਮੇਂ ਵਿੱਚ ਕਮਾਲ ਦੀਆਂ ਜਿੱਤਾਂ ਹਾਸਲ ਕੀਤੀਆਂ। ਜਿਹੜੇ ਜ਼ਾਲਮ ਸੀ ਉਹਨਾਂ ਨੂੰ ਵਾਜਬ ਸਜ਼ਾਵਾਂ ਦਿੱਤੀਆਂ ਔਰ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ। ਔਰ ਉਹਨਾਂ ਨੇ ਆਪਣੇ ਪੂਰੇ ਸਮੇਂ ਵਿੱਚ ਉਹ ਅੰਮ੍ਰਿਤਸਰ ਅਕਾਲ ਬੁੰਗੇ ਨਹੀਂ ਗਏ। ਸੋ ਇੰਨਾ ਲੰਬਾ ਇਤਿਹਾਸ ਸਾਡੇ ਕੋਲ ਹੈਗਾ। 6ਵੇਂ ਪਾਤਸ਼ਾਹ ਤੋਂ ਜਦੋਂ ਦਾ ਉਹਨਾਂ ਨੇ ਅੰਮ੍ਰਿਤਸਰ ਛੱਡਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ ਬੇਮਿਸਾਲ ਕੁਰਬਾਨੀਆਂ ਹੋਈਆਂ। ਨਵੇਂ ਸਿਖਰ ਚੁੰਮੇ ਸਿੱਖ ਜਗਤ ਨੇ, ਪਰ ਅਕਾਲ ਬੁੰਗੇ ਨਹੀਂ ਗਏ। ਸੋ ਅਗਰ 7ਵੇਂ ਔਰ 6ਵੇਂ ਪਾਤਸ਼ਾਹ ਦਾ ਵੀ ਬਹੁਤ ਜ਼ਿਆਦਾ ਸਮਾਂ, ਉਸ ਤੋਂ ਬਾਅਦ 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, 10ਵੇਂ ਪਾਤਸ਼ਾਹ, ਫਿਰ ਬਾਬਾ ਬੰਦਾ ਸਿੰਘ ਬਹਾਦਰ, ਅਗਰ ਇਸ ਸਮੇਂ ਤੱਕ ਅਕਾਲ ਬੁੰਗਾ ਨਹੀਂ ਸੀ, ਕੀ ਅਸੀਂ ਇਹ ਮੰਨ ਲੈਂਦੇ ਹਾਂ ਕਿ ਉਦੋਂ ਸਿੱਖ ਸੰਗਤ ਕੋਲ ਮੀਰੀ ਪੀਰੀ ਉਹਨੂੰ ਸਮਰਪਿਤ ਨਹੀਂ ਸੀ? ਕਦੀ ਵੀ ਨਹੀਂ ਐਵੇਂ ਕਰਦੇ, ਕਿਉਂਕਿ ਮੀਰੀ ਪੀਰੀ ਇੱਕ ਸਿਧਾਂਤ ਆ, ਉਹਦੀ ਰੂਪਮਾਨ ਕਰਨ ਵਾਸਤੇ ਅਕਾਲ ਬੁੰਗਾ ਦੀ ਉਸਾਰੀ ਕੀਤੀ। ਜਿਸ ਤਰ੍ਹਾਂ ਅਖੰਡੇ ਬਾਟੇ ਦੀ ਪੋਲ ਵਾਸਤੇ ਅਨੰਦਪੁਰ ਸਾਹਿਬ ਦੀ ਚੋਣ ਕੀਤੀ। ਸੋ ਉਸ ਤਰ੍ਹਾਂ ਜਿਹੜੀ ਸਥਾਨ ਦੀ ਜਿਹੜੀ ਹੈ ਉਹ ਲਾਜ਼ਮੀਤਾ, ਉਹ ਇੱਕ ਸਥਾਨ ਹੋਣਾ ਉਸ ਸਿਧਾਂਤ ਨੂੰ ਲਾਗੂ ਕਰਨ ਵਾਸਤੇ, ਇਹ ਜ਼ਰੂਰੀ ਨਹੀਂ ਹੈ। ਔਰ ਇਹ ਬੜਾ ਇੰਪੋਰਟੈਂਟ ਜਿਹੜਾ ਮੇਰਾ ਅੱਜ ਦੀ ਪ੍ਰੈਜੈਂਟੇਸ਼ਨ ਦਾ ਹੈ ਕਿ ਅਗਰ ਇਹ ਸੰਗਤ ਅਗਰ ਜਿਹੜੇ ਸੁਣਨ ਵਾਲੇ ਨੇ, ਕਿ ਅਗਰ ਤੁਹਾਨੂੰ ਇਹ ਪੁਆਇੰਟ ਲੱਗਦਾ ਤੇ ਇਹਨੂੰ ਜ਼ਰੂਰ ਇਸ ਚੀਜ਼ ਨੂੰ ਇਹਦੇ ਉੱਤੇ ਧਿਆਨ ਦਿੱਤਾ ਜਾਏ ਕਿ ਵੀ ਅਸੀਂ ਕਿਵੇਂ ਬਣਾ ਲਿਆ ਕਿ ਵੀ ਅਕਾਲ ਤਖਤ ਦਾ ਜਿਹਦੇ ਉੱਤੇ ਕੰਟਰੋਲ ਹੈ, ਅਸੀਂ ਉਹਨੂੰ ਆਪ ਹੀ ਮੰਨ ਲਿਆ ਕਿ ਉਹਦੇ ਉੱਤੇ ਪੰਥ ਦਾ ਕੰਟਰੋਲ ਉਹਦੇ ਤੇ ਹੈ। ਫਿਰ ਅਸੀਂ ਉਹਨੂੰ ਹੁਣ ਆਜ਼ਾਦ ਕਰਾਉਣ ਤੇ ਲੱਗੇ ਹੋਏ ਹਾਂ ਕਿ ਅਸੀਂ ਇਹਨੂੰ ਆਜ਼ਾਦ ਕਰਾਉਣਾ ਕਿਉਂਕਿ ਪੰਥ ਦਾ ਕੰਟਰੋਲ ਹੈ। ਤੇ ਉਸ ਨੈਰੇਟਿਵ ਵਿੱਚ ਫਸ ਗਿਆ ਔਰ ਉਹ ਕਦੀ ਹੋਣਾ ਵੀ ਨਹੀਂ। ਕਿਉਂਕਿ ਮੰਨ ਲਓ ਜੇ ਕੱਲ ਖਾਲਸਾ ਰਾਜ ਵੀ ਦੁਬਾਰਾ ਆਉਂਦਾ ਹੈ
ਤੇ ਉਦੋਂ ਵੀ ਤੇ ਕਿਸੇ ਨਾ ਕਿਸੇ ਇੱਕ ਧਿਰ ਤੇ ਕੋਲ ਹੀ ਰਹੇਗਾ। ਉਦੋਂ ਵੀ ਬਹੁਤ ਜ਼ਿਆਦਾ ਚਾਂਸਸ ਨੇ ਕਿ ਪੁਜਾਰੀਵਾਦ ਵਾਲੀ ਧਿਰ, ਜਿਹੜੀ ਸੰਪਰਦਾਇ ਧਿਰ ਹੈ, ਉਹਨਾਂ ਕੋਲ ਹੀ ਰਹੇਗਾ। ਸੋ ਇਹ ਇਸ ਚੀਜ਼ ਤੋਂ ਸਾਨੂੰ ਜਿਹੜਾ ਹੈ, ਇਹ ਮੁਕਤ ਹੋਣਾ ਪਏਗਾ। ਸੋ ਹੁਣ ਇਹ ਜਿਹੜੀ ਚੀਜ਼ ਹੈ, ਅਗਰ ਸਰਬੱਤ ਖਾਲਸਾ ਦੀ ਸੰਸਥਾ ਬਣਾਉਂਦੇ ਹਾਂ, ਉਹ ਜੀ ਹੈ ਜਿਹੜੇ ਪਹਿਲਾ ਪੁਆਇੰਟ ਜਿਹੜਾ ਮੈਂ ਤੁਹਾਨੂੰ ਦੱਸਿਆ ਇੰਪੋਰਟੈਂਟ ਪੁਆਇੰਟ ਮੇਰਾ ਇੱਕ ਇਹ ਸੀਗਾ ਕਿ ਵੀ ਇਹ ਇਹਦੀ ਜਿਹੜੀ ਸਥਾਨ ਦੀ ਲਾਜ਼ਮੀਤਾ ਜ਼ਰੂਰੀ ਨਹੀਂ ਹੈ। ਨੰਬਰ 2, ਸਰਬੱਤ ਖਾਲਸਾ ਜਿਹੜੀ ਸੰਸਥਾ ਹੋਏ, ਉਹ ਮੇਰੇ ਹਿਸਾਬ ਨਾਲ ਇਹ 4 ਸਿਧਾਂਤ ਜਿਹੜੇ ਨੇ, ਅਗਰ 4 ਪਿਲਰਸ ਨੇ, ਅਗਰ ਇਹਦੇ ਆਧਾਰ ਤੇ ਬਣੇ ਤੇ ਉਹ ਇੱਕ ਸਰਵ ਪ੍ਰਵਾਨਿਤ ਸੰਸਥਾ ਬਣ ਸਕਦੀ ਹੈ। ਪਹਿਲਾ, ਸਿਧਾਂਤ ਤੋਂ ਭਾਵ ਹੈ ਕਿ ਵੀ ਸਰਬੱਤ ਖਾਲਸਾ ਵੱਧ ਤੋਂ ਵੱਧ ਸਿਧਾਂਤਕ ਸਾਂਝ ਦੇ ਅਧੀਨ ਇਕੱਠੇ ਹੋਏ ਸਿੱਖਾਂ ਦਾ ਸਾਂਝਾ ਮੰਚ ਬਣੇ, ਯਾਨੀ ਕਿ ਮੈਕਸਿਮਮ ਸ਼ੇਅਰਡ ਆਈਡੀਓਲੋਜੀ। ਇਹਦੇ ਬਾਰੇ ਮੈਂ ਅੱਗੇ ਡਿਟੇਲ ਵਿੱਚ ਕਰਾਂਗਾ। ਨੰਬਰ 2, ਰਿਪਰੈਜ਼ੈਂਟੇਸ਼ਨ, ਇਹ ਦੁਨੀਆ ਭਰ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕਰੇ। ਨੰਬਰ 3, ਪਾਰਦਰਸ਼ੀ ਤਰੀਕੇ ਹੋਏ, ਦਾ ਵਿਧੀ ਵਿਧਾਨ ਜਿਹੜਾ ਉਹ ਪਾਰਦਰਸ਼ੀ ਹੋਵੇ। ਤੇ ਨੰਬਰ 4, ਨਿਰੰਤਰ ਸੁਧਾਰ ਜਿਹੜਾ ਉਹਦਾ ਸਕੋਪ ਓਪਨ ਰਹੇ। ਤੇ ਕਿਉਂਕਿ ਅਲਟੀਮੇਟਲੀ ਤੇ ਅਸੀਂ ਆਪ ਹੀ ਉਹਨੂੰ ਇੰਟਰਪ੍ਰੀਟ ਕਰ ਰਹੇ ਹਾਂ ਚੀਜ਼ਾਂ ਨੂੰ, ਤੇ ਕੱਲ ਨੂੰ ਅਸੀਂ ਉਹਨੂੰ ਐਜ਼ ਇਹ ਕਿਉਂਕਿ ਅੱਬਲ ਤੇ ਚੀਜ਼ਾਂ ਫਿਰ ਪਰੰਪਰਾ ਬਣ ਜਾਂਦੀ, ਫਿਰ ਕਹਿੰਦੇ ਇਹ ਤੇ ਪਰੰਪਰਾ ਚੱਲ ਰਹੀ ਹੈ। ਸੋ ਉਹਦੇ ਚੋਂ ਨਿਕਲਣ ਵਾਸਤੇ ਇੱਕ ਨਿਰੰਤਰ ਸੁਧਾਰ ਦਾ ਜਿਹੜਾ ਵਿਧਾਨ ਹੈ, ਉਹ ਵਿਧੀ ਵਿਧਾਨ ਦਾ ਹਿੱਸਾ ਹੋਵੇ। ਸੋ ਇਹਨਾਂ ਮਾਪਦੰਡਾਂ ਦੇ ਉੱਤੇ ਜਿਹੜਾ ਅਸਤਿਤਵ ਵਿੱਚ ਆਏਗਾ ਜਿਹੜੀ ਸੰਸਥਾ, ਉਹਨੂੰ ਅਸੀਂ ਸਰਬੱਤ ਖਾਲਸਾ ਜਿਹੜਾ ਉਹ ਕਹਿ ਸਕਦੇ ਹਾਂ। ਤੇ ਇੱਥੇ ਇੱਕ ਹੋਰ ਗੱਲ ਹੈ ਕਿ ਜਿਹੜਾ ਇਸ ਸੰਸਥਾ ਦੇ ਵਿੱਚੋਂ ਜਿਹੜੇ 5 ਪਿਆਰੇ ਚੁਣੇ ਜਾਣ, ਉਹਨੂੰ ਹੀ ਮੰਨਿਆ ਜਾਏ ਕਿ ਅਕਾਲ ਤਖਤ ਦੇ 5 ਪਿਆਰੇ ਨੇ, ਚਾਹੇ ਉਹ 5 ਪਿਆਰੇ ਕੋਈ ਇੱਕ ਅਮਰੀਕਾ ਦਾ ਹੋਏ, ਕੈਨੇਡਾ ਦਾ ਹੋਏ, 2 ਇੰਡੀਆ ਦੇ ਹੋਣ। ਉਹ ਜਿਹੜੇ 5 ਪਿਆਰੇ ਨੇ ਉਹਨਾਂ ਨੂੰ ਹੀ ਅਕਾਲ ਤਖਤ ਦਾ ਅਸੀਂ ਜਥੇ ਦਾ 5 ਪਿਆਰੇ ਮੰਨੇ ਜਾਣ। ਔਰ ਦੂਸਰਾ, ਇੱਕ ਹੋਰ ਅਹੁਦਾ ਜਿਹੜਾ ਅਸੀਂ ਕ੍ਰੀਏਟ ਕੀਤਾ, ਅਕਾਲ ਤਖਤ ਦਾ ਜਥੇਦਾਰ, ਇਹ ਆਪਣੇ ਆਪ ਵਿੱਚ 5 ਪਿਆਰੇ ਦੀ ਸੰਸਥਾ ਨੂੰ ਹੀ ਨਕਾਰ ਰਹੇ। ਇੱਕ ਪਾਸੇ ਗੁਰੂ ਸਾਹਿਬ ਨੇ ਸਾਨੂੰ 5 ਪਿਆਰੇ ਦੀ ਸੰਸਥਾ ਦਿੱਤੀ, ਫਿਰ ਅਸੀਂ ਉਹਨਾਂ ਵਿੱਚੋਂ ਇੱਕ ਸੁਪਰੀਮ ਬਣਾਤਾ ਕਿ ਇਹ ਅਕਾਲ ਤਖਤ ਦਾ ਜਥੇਦਾਰ, ਤੇ ਫਿਰ ਤੇ ਉਹ ਰਿਹਾ ਨਹੀਂ ਹੋਈ, ਯਾਨੀ ਕਿ ਇੱਕ ਸੁਪਰੀਮ ਹੋ ਗਿਆ 5, ਜਦਕਿ ਪੰਜੋ ਦੇ ਪੰਜੋ ਬਰਾਬਰ ਹੋਣੇ ਚਾਹੀਦੇ ਨੇ। ਸੋ ਜਿਹੜੀ ਸਰਬੱਤ ਖਾਲਸਾ ਚੋਂ ਜਿਹੜੇ 5 ਪਿਆਰੇ ਹਨ, ਉਹ 5 ਪਿਆਰੇ ਸਾਰੇ ਦੇ ਸਾਰੇ ਬਰਾਬਰ, ਉਹਨਾਂ ਚੋਂ ਕੋਈ ਜਥੇਦਾਰ ਨਹੀਂ। ਉਹ ਗੱਲ ਵੱਖਰੀ ਹੈ ਕਿ ਅਸੀਂ ਕਿਸੇ ਪਾਰਟਿਕੂਲਰ ਟਾਸਕ ਦੇ ਵਾਸਤੇ ਕਿ ਵੀ ਇਹ ਫਲਾਣਾ ਕਾਰਜ ਕਰਨਾ, ਇਹਦੇ ਵਾਸਤੇ ਤੁਸੀਂ ਜਥੇਦਾਰ, ਜਿਹਨੂੰ ਇੰਗਲਿਸ਼ ਅਸੀਂ ਚੇਅਰਮੈਨ ਜਾਂ ਪ੍ਰੈਜ਼ੀਡੈਂਟ ਕਹਿ ਦਿੰਦੇ ਕਿ ਵੀ ਇਸ ਕਾਰਜ ਦੇ ਤੁਸੀਂ ਚੇਅਰਮੈਨ ਹੋ ਉਸ ਕਮੇਟੀ ਦੇ, ਤੇ ਉਹਨੂੰ ਅਸੀਂ ਜਥੇਦਾਰ ਕਹਿ ਸਕਦੇ ਹਾਂ ਕਿ ਇਹ ਕਾਰਜ ਦਿੱਤਾ, ਇਹਦੇ ਨੂੰ ਜਥੇਦਾਰੀ ਦਿੱਤੀ ਇਸ ਕਾਰਜ ਦੀ। ਪਰ 5 ਪਿਆਰੇ ਉਹ ਆਪ ਜਿਹੜੇ ਹੋਣਗੇ, ਉਹ ਆਪ ਜਥੇਦਾਰ ਨੂੰ ਹੀ ਰਿਪੋਰਟ ਕਰਨਗੇ। ਸੋ 5 ਪਿਆਰੇ ਜਿਹੜੇ ਨੇ ਉਹ ਆਪਣੇ ਆਪ ਹੀ ਸੁਪਰੀਮ ਹੋਣੇ ਚਾਹੀਦੇ ਨੇ। ਕੋਈ ਇੱਕ ਉਹਨਾਂ ਦਾ ਵਿੱਚੋਂ ਇੱਕ ਨਹੀਂ, ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਵਿੱਚੋਂ 5 ਵਿੱਚੋਂ ਵੀ ਇੱਕ ਸੁਪਰੀਮ ਹੈਗਾ। ਤੇ ਔਰ ਨਿਰੰਤਰ ਸੁਧਾਰ ਵਾਸਤੇ ਜਿਹੜੀ ਗੱਲ ਕੀਤੀ ਹੈ ਕਿ ਇਹ ਹਾਂ, ਤੇ ਦੂਸਰਾ ਜਿਹੜਾ ਇਹ ਤੇ ਮੈਂ ਬਾਅਦ ਚ ਆਉਣਾ, ਪਰ ਜਿਹੜਾ ਇੱਕ ਹੋਰ ਅਸੀਂ ਚੀਜ਼ ਬਣਾਈ ਹੋਈ ਹੈ ਕਿ ਜਿਹੜਾ, ਕਿਉਂਕਿ ਪਹਿਲਾਂ ਅਕਾਲ ਤਖਤ ਦਾ ਜਥੇਦਾਰ ਬਣਾਤਾ, ਫਿਰ ਉਹ ਆਪ ਹੁਕਮਨਾਮੇ ਤੇ ਫਤਵੇ ਜਿਹਨੂੰ ਕਹਿੰਦੇ ਉਹ ਸੁਣਾਉਂਦਾ। ਤੇ ਇਹ ਵੀ ਸਾਨੂੰ ਹੁਣ ਜਦੋਂ ਅਗਰ ਅਸੀਂ ਕਰੈਕਸ਼ਨ ਮੋਡ ਵਿੱਚ ਆ ਰਹੇ ਤੇ ਅਸੀਂ ਹਰ ਇੱਕ ਚੀਜ਼ ਬੜੀ ਨਿੱਕੀ ਨਿੱਕੀ ਚੀਜ਼ ਤੇ ਗੌਰ ਕਰਨਾ ਹੈ। ਔਰ ਉਹ ਸ਼ਬਦਾਵਲੀ, ਜਿਹੜੀ ਸ਼ਬਦਾਵਲੀ ਗੁਰੂ ਦੀ ਨੂੰ ਚੁਣੌਤੀ ਦੇ ਰਹੀ ਹੈ। ਹੁਕਮਨਾਮਾ ਦੇਣ ਦਾ ਕੰਮ ਗੁਰੂ ਦਾ, ਨਾ ਤੇ 5 ਪਿਆਰਿਆਂ ਦਾ, ਨਾ ਹੀ ਕਿਸੇ ਅਕਾਲ ਤਖਤ ਦੇ ਜਥੇਦਾਰ। ਸੋ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਫਿਰ ਇੱਕ ਹੋਰ ਬੜਾ ਇੱਕ ਸ਼ਬਦ ਹੈ, ਮੈਂ ਹੋ ਸਕਦਾ ਮੈਂ ਇੱਥੇ ਗਲਤ ਹੋਵਾਂ, ਪਰ ਮੈਨੂੰ ਲੱਗਦਾ ਜਿਵੇਂ ਅਸੀਂ ਇੱਕ ਗੁਰਮਤਾ ਸ਼ਬਦ ਬਣਾਇਆ। ਗੁਰਮਤਾ ਸ਼ਬਦ ਵੀ ਗੁਰੂ ਦੀ ਅਥਾਰਟੀ ਨੂੰ ਚੈਲੰਜ ਦੇ ਰਿਹਾ, ਕਿਉਂਕਿ ਉਹ ਮਤਾ ਜਿਹੜਾ ਉਹ ਇੱਕ ਗਰੁੱਪ ਆਫ ਸਿੱਖਸ ਨੇ ਬਣਾਇਆ, ਇੱਕ ਸਿੱਖਾਂ ਦੇ ਸਮੂਹ ਨੇ ਬਣਾਇਆ, ਔਰ ਉਸ ਮਤੇ ਨੂੰ ਵੱਧ ਪ੍ਰਵਾਨਿਕ ਦੇਣ ਵਾਸਤੇ ਸੰਗਤ ਵਿੱਚ ਉਹਨੂੰ ਅਸੀਂ ਗੁਰਮਤਾ ਕਹਿ ਦਿੰਦੇ। ਪਰ ਅਗਰ ਅਸੀਂ ਉਹਨੂੰ ਸਿੱਖ ਮਤਾ ਕਹਿ ਦਈਏ, ਕਿਉਂਕਿ ਗੁਰਮਤਾ ਦਾ ਮਤਲਬ ਹੈ ਕਿ ਵੀ ਗੁਰਮਤ ਦੀ ਰੋਸ਼ਨੀ ਦੇ ਵਿੱਚੋਂ, ਤੇ ਉਹ ਤੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚੋਂ ਹੀ ਜੋ ਨਿਕਲੇਗਾ, ਤੇ ਜਾਂ ਜੋ ਗੁਰੂ ਕਹਿੰਦਾ ਹੈ
ਜੋ ਗੁਰੂ ਦਾ ਮੱਤ ਹੈ। ਗੁਰਮਤਾ ਤੇ ਗੁਰਮਤ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਲੱਗਦਾ, ਪਰ ਕਿਉਂਕਿ ਅਸੀਂ ਉਹਨੂੰ ਰੈਜ਼ੋਲੂਸ਼ਨ ਦੇ ਨਾਲ ਕਰਦੇ ਹਾਂ, ਉਹਨੂੰ ਅਸੀਂ ਗੁਰਮਤ ਤੋਂ ਵੱਖਰਾ ਕਰ ਦਿੰਦੇ ਹਾਂ, ਪਰ ਅਸਲ ਵਿੱਚ ਤੇ ਉਹ ਵੀ ਗੁਰਮਤ ਹੀ ਹੈ ਜੋ ਗੁਰਬਾਣੀ ਤੋਂ ਸਾਨੂੰ ਮਿਲਦੀ ਹੈ। ਸੋ ਇੱਕ ਸਿੱਖਾਂ ਦਾ ਸਮੂਹ ਗੁਰਮਤਾ ਬਣਾਉਂਦਾ ਹੈ, ਫਿਰ ਉਹਦੀ ਰਿਵਿਊ ਹੁੰਦੀ ਹੈ। ਕਈ ਵਾਰੀ 10 ਸਾਲ ਬਾਅਦ 5 ਸਾਲ ਬਾਅਦ ਕਹਿੰਦੇ ਇਹ ਤੇ ਗਲਤ ਪੜਿਆ ਗਿਆ ਜੀ, ਅਸੀਂ ਇਹਨੂੰ ਵਾਪਸ ਲੈਂਦੇ ਹਾਂ। ਜਾਂ ਹੁਣ ਤੇ ਉਹ ਹਾਲਤ ਹੈਗੀ ਕਿ ਗੁਰਮਤਾ ਪੜਿਆ ਜਾਂਦਾ ਤੇ ਨਾਲ ਹੀ ਦੂਜੀਆਂ ਸੰਸਥਾਵਾਂ ਜਾਂ ਹੋਰ ਉਹ ਕਹਿੰਦੇ ਨੇ ਜੀ ਇਹ ਤੇ ਬਿਲਕੁਲ ਗਲਤ, ਅਸੀਂ ਇਸ ਤੋਂ ਅਸੀਂ ਸਹਿਮਤ ਨਹੀਂ ਹੈਗੇ। ਸੋ ਇਹੋ ਜਿਹੇ ਮਤੇ ਨੂੰ ਅਸੀਂ ਗੁਰਮਤਾ ਕਹਿ ਰਹੇ ਹਾਂ। ਕਿਉਂ ਨਾ ਅਸੀਂ ਆਪਣੀ ਸ਼ਬਦਾਵਲੀ ਤੋਂ ਕਰੈਕਟ ਕਰੀਏ, ਅਸੀਂ ਹੁਕਮਨਾਮਾ ਸ਼ਬਦ ਨਾ ਵਰਤੀਏ, ਅਸੀਂ ਸਿੱਖ ਮਤ ਗੁਰਮਤਾ ਸ਼ਬਦ ਨਾ ਵਰਤੀਏ, ਅਸੀਂ ਸਿੱਖ ਮਤਾ ਸ਼ਬਦ ਵਰਤੀਏ। ਇੱਥੇ ਤੱਕ ਕਿ ਮੈਂ ਇੱਕ ਹੋਰ ਮੈਂ ਦੇਖ ਰਿਹਾ ਕਿ ਵੀ ਬੜੀ ਜ਼ੋਰ ਤੇ ਗੱਲ ਕਹੀ ਜਾ ਰਹੀ ਹੈ ਕਿ ਜੀ ਖਾਲਸਾ ਪੰਥ ਨਹੀਂ ਬੋਲਣਾ, ਗੁਰੂ ਖਾਲਸਾ ਪੰਥ ਬੋਲਣਾ। ਸੋ ਮੈਨੂੰ ਇੱਥੇ ਵੀ ਗੱਲ ਨਹੀਂ ਸਮਝ ਲੱਗੀ ਕਿ ਕਿਉਂ ਖਾਲਸਾ ਪੰਥ ਨੇ ਗੁਰੂ ਦੀ ਅਗਵਾਈ ਵਿੱਚ ਚੱਲਣਾ, ਉਹਨੇ ਆਪ ਗੁਰੂ ਥੋੜੀ ਬਣ ਜਾਣਾ। ਸੋ ਕਿਉਂਕਿ ਉਹ ਜਿਹੜਾ ਖਾਲਸਾ ਪੰਥ ਨੇ ਜਿਹੜੇ ਫੈਸਲੇ ਲੈਣੇ ਨੇ ਉਹ ਸਮੇਂ ਤੇ ਸਥਾਨ ਦੇ ਬੰਧਨਾਂ ਦੇ ਵਿੱਚ ਲੈਣੇ ਨੇ, ਪਰ ਗੁਰੂ ਜਿਹੜਾ ਉਹ ਸਮੇਂ ਸਥਾਨ ਤੇ ਬੰਧਨਾਂ ਚੋਂ ਮੁਕਤ ਹੈ। ਸੋ ਉਹ ਫੈਸਲੇ ਅੱਜ ਦੇ ਸੰਦਰਭ ਵਿੱਚ ਹੋ ਸਕਦਾ ਸਹੀ ਹੋਣ, ਕੱਲ ਨੂੰ ਉਹ ਗਲਤ ਵੀ ਹੋ ਸਕਦੇ ਨੇ। ਸੋ ਅਸੀਂ ਕਿਉਂਕਿ ਨਿਰੰਤਰ ਸੁਧਾਰ, ਜਿਵੇਂ ਮੈਂ ਦੱਸਿਆ, ਉਹ ਸਾਡੇ ਜੀਵਨ ਦਾ ਇੱਕ ਅੰਗ ਹੋਣਾ ਚਾਹੀਦਾ। ਤੇ ਇਹ ਜੋ ਚੀਜ਼ ਹੈਗੀ ਹੈ ਕਿ ਵੀ ਖਾਲਸਾ ਪੰਥ ਨਹੀਂ ਕਹਿਣਾ, ਗੁਰੂ ਖਾਲਸਾ ਪੰਥ ਕਹਿਣਾ, ਇਹ ਵੀ ਜੋ ਹੈ ਅਗੇਨ ਗੁਰੂ ਨੂੰ ਚੁਣੌਤੀ। ਅਸੀਂ ਬਾਰ-ਬਾਰ ਅਸੀਂ ਗੁਰੂ ਦੀ ਅਥਾਰਟੀ ਨੂੰ ਅਸੀਂ ਕਿਸੇ ਤਰੀਕੇ ਨਾਲ ਅਸੀਂ ਹਥਿਆਣਾ ਚਾਹੁੰਦੇ ਹਾਂ, ਤਾਂ ਕਿ ਜੋ ਫੈਸਲਾ ਅਸੀਂ ਇੱਕ ਸਮੂਹ ਨੇ ਕਰ ਲਿਆ, ਇੱਕ ਸਾਡੇ ਜਥੇ ਨੇ ਕਰ ਲਿਆ, ਅਸੀਂ ਕਹਿੰਦੇ ਹਾਂ ਕਿ ਵੀ ਉਹ ਗੁਰੂ ਦਾ ਫੈਸਲਾ ਹੈ, ਹੁਣ ਸਭ ਮੰਨਦਾ। ਤੇ ਇਸ ਚੀਜ਼ ਤੋਂ ਸਾਨੂੰ ਵੀ ਮੁਕਤ ਹੋਣਾ ਪਏਗਾ। ਸੋ ਜਿਹੜੇ ਵੀ ਉੱਪਰ 4 ਪਿੱਲਰ ਦਿੱਤੇ ਨੇ ਕਿ ਵੀ ਕਿਸ ਆਧਾਰ ਤੇ ਹੋਏ ਜਿਹੜਾ ਬਣੇ, ਉਹਦੇ ਚ ਸਭ ਤੋਂ ਪਹਿਲੀ ਗੱਲ ਹੈਗੀ ਹੈ ਸਿਧਾਂਤ ਦੀ। ਹੁਣ ਸਿਧਾਂਤ ਦਾ ਅਸੀਂ ਜਾਣਦੇ ਹਾਂ ਕਿ ਵੀ ਬੜਾ ਮੁਸ਼ਕਲ ਹੈ ਇਸ ਵਿੱਚ ਪੰਥ ਵਿੱਚ ਬਹੁਤ ਇਹ ਸ਼ੁਰੂ ਹੋਣ ਤੋਂ ਪਹਿਲਾਂ ਵੀ ਜੋ ਡਿਸਕਸ਼ਨ ਚੱਲ ਰਹੀ ਸੀ। ਸੋ ਬਹੁਤ ਐਸੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਪੰਥ ਦੇ ਵਿੱਚ ਬੜੇ ਮਤਭੇਦ ਨੇ। ਰਾਗਮਾਲਾ, ਦਸਮ ਗ੍ਰੰਥ, ਰਹਿਤ ਮਰਿਆਦਾ, ਮਾਸ, ਨਾਨਕਸ਼ਾਹੀ ਕੈਲੰਡਰ, ਇਹੋ ਜਿਹੇ ਕੁਝ ਮਸਲੇ ਨੇ, ਹੋਰ ਵੀ ਕਈ ਮਸਲੇ ਨੇ। ਸੋ ਸਾਨੂੰ ਅਲਟੀਮੇਟਲੀ ਕੁਝ ਪਰ ਇਹੋ ਜਿਹੇ ਵਿਚਾਰ, ਜਿਵੇਂ ਮੈਂ ਕਿਹਾ, ਕਾਮਨ ਸ਼ੇਅਰਡ ਆਈਡੀਓਲੋਜੀ, ਉਹ ਤੇ ਡਰਾਈਵ ਕਰਨੀ ਪਏਗੀ, ਜਿਹਦੇ ਉੱਤੇ ਅਸੀਂ ਸਾਰੇ ਵੱਖ-ਵੱਖ ਵਿਚਾਰਧਾਰਾ ਨੂੰ ਬਦਲਣ ਵਾਲੇ ਲੋਕ ਇਕੱਠੇ ਹੋ ਸਕਣ, ਜਿਹੜੀ ਕਿ ਮੈਕਸਿਮਮ ਸ਼ੇਅਰਡ ਆਈਡੀਓਲੋਜੀ ਹੋਏ। ਉਹਦੇ ਵਿੱਚ ਪਹਿਲਾ ਨੁਕਤਾ ਹੈ ਕਿ ਵੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪੂਰੇ ਗੁਰੂ ਹਨ। ਸੋ ਇਹਦੇ ਉੱਤੇ ਮੈਨੂੰ ਲੱਗਦਾ ਹੈ ਵਿਚਾਰਧਾਰਕ ਸਾਂਝ ਬਣ ਸਕਦੀ ਹੈ ਕਿ ਸਿੱਖ ਸਮਾਜ ਵਿੱਚ ਭਾਵੇਂ ਰਾਗਮਾਲਾ ਜਾਂ ਦਸਮ ਗ੍ਰੰਥ ਦੇ ਮਤਭੇਦ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੇ ਪੂਰਨ ਸਹਿਮਤੀ ਹੈ। ਸੋ ਇਹ ਅਗਰ ਅਸੀਂ ਇਸ ਤੋਂ ਘੱਟ ਤੇ ਸਮਝੌਤਾ ਕਰਦੇ ਹਾਂ ਤੇ ਉਹ ਤੇ ਬਿਲਕੁਲ ਹੀ ਸਮਝੌਤਾਵਾਦੀ ਹੋਏਗਾ, ਤੇ ਜੇ ਵੱਧ ਕਰਦੇ ਹਾਂ ਤੇ ਉਹਦੇ ਨਾਲ ਵਿਚਾਰਧਾਰਕ ਸਾਂਝ ਨਹੀਂ ਬਣਦੀ। ਤੇ ਨੰਬਰ 2, ਗੁਰੂ ਨਾਨਕ ਜੀ ਦੇ 10 ਜਾਮਿਆਂ ਦੀ ਨਿਰੰਤਰਤਾ ਵਿੱਚ ਨਿਸ਼ਚਾ। ਤੇ ਇਹ ਇੱਕ ਦੂਸਰਾ ਨੁਕਤਾ ਹੈ ਜਿਹਦੇ ਉੱਤੇ ਆਮ ਸਹਿਮਤੀ ਹੋ ਸਕਦੀ ਹੈ ਕਿ ਕਿਉਂਕਿ ਜਿਹੜੇ 10 ਜਾਮੇ ਨੇ ਅਸੀਂ ਮੰਨਦੇ ਹਾਂ ਕਿ ਇੱਕੋ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਨੇ। ਤੇ ਇਸ ਚੀਜ਼ ਨੂੰ ਮੈਂਸ਼ਨ ਕਰਨਾ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਵੀ ਕੁਝ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ, ਕਹਿੰਦੇ ਨੇ ਅਸੀਂ, ਪਰ ਬਾਕੀ ਲੋਕ ਗੁਰੂਆਂ ਨੂੰ ਨਹੀਂ ਮੰਨਦੇ। ਸੋ ਤੇ ਕੁਝ ਇਹੋ ਜਿਹੇ ਨੇ ਜਿਨ੍ਹਾਂ ਨੇ 10ਵੇਂ ਗੁਰੂ ਤੋਂ ਬਾਅਦ ਵੀ ਗੁਰਗੱਦੀ ਚਲਾਈ ਹੋਈ ਹੈ। ਸੋ ਇਸ ਚੀਜ਼ ਨੂੰ ਸਪੈਸੀਫਾਈ ਕਰਨ ਦੇ ਵਾਸਤੇ ਇਹ ਚੀਜ਼ ਮੈਂਸ਼ਨ ਕਰਨੀ ਜ਼ਰੂਰੀ ਹੈ ਕਿ ਵੀ ਜਿਹੜੇ ਨੇ ਅਸੀਂ ਗੁਰੂ ਨਾਨਕ ਸਾਹਿਬ ਦੇ 10 ਜਾਮਿਆਂ ਦੀ ਨਿਰੰਤਰਤਾ ਵਿੱਚ ਨਿਸ਼ਠਾ ਰੱਖਦੇ। ਤੇ ਤੀਜੀ ਇੱਕ ਜਿਹੜੀ, ਕਿਉਂਕਿ ਅਸੀਂ ਗੱਲ ਹੀ ਸਰਬੱਤ ਖਾਲਸਾ ਦੀ ਕਰ ਰਹੇ ਹਾਂ, ਤੇ ਤੀਜਾ ਨੁਕਤਾ ਜਿੱਤੇ ਆਮ ਸਹਿਮਤੀ ਬਣ ਸਕਦੀ ਉਹ ਹੈ ਕਿ ਸਿੱਖ ਦਾ ਖੰਡੇ ਬਾਟੇ ਦੀ ਪੋਲ ਤੇ ਪੂਰਾ ਨਿਸ਼ਚਾ। ਹੁਣ ਰਹਿਤ ਮਰਿਆਦਾ ਦੇ ਉੱਤੇ ਤੇ ਵੱਖ-ਵੱਖ ਰਾਏ ਹੈਗੀਆਂ ਨੇ, ਪਰ ਇਹ ਤੇ ਆਮ ਸਹਿਮਤੀ ਬਣ ਨਹੀਂ ਸਕਦੀ ਹੈ ਨਾ ਕਿ ਵੀ ਖੰਡੇ ਬਾਟੇ ਦੀ ਪੋਲ ਚਾਹੇ ਤੁਸੀਂ ਜਿਹੜੀ ਮਰਜ਼ੀ ਮਰਿਆਦਾ ਨੂੰ ਮੰਨੋ, ਪਰ ਖੰਡੇ ਬਾਟੇ ਦੀ ਪੋਲ ਤੇ 5 ਕਕਾਰੀ ਸਰੂਪ ਤੇ ਉਹ ਤੇ ਅਸੀਂ ਸਾਰੇ ਸਹਿਮਤ ਹੋ ਸਕਦੇ। ਸੋ ਮੈਨੂੰ ਲੱਗਦਾ ਹੈ 3 ਨੁਕਤਿਆਂ ਤੇ ਅਗਰ ਅਸੀਂ ਆਮ ਸਹਿਮਤੀ ਅਗਰ ਬਣਾਈਏ ਤੇ ਉਹਦੀ ਇੱਕ ਫਿਰ ਡੈਫੀਨੇਸ਼ਨ ਇਸ ਤਰ੍ਹਾਂ ਬਣ ਸਕਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲੇ, ਗੁਰੂ ਨਾਨਕ ਜੀ ਦੇ 10 ਜਾਮਿਆਂ ਦੀ ਨਿਰੰਤਰਤਾ ਅਤੇ ਖੰਡੇ ਬਾਟੇ ਦੀ ਪਹੁਲ ਤੇ ਪੂਰਾ ਨਿਸ਼ਚਾ ਰੱਖਣ ਵਾਲੇ ਦੁਨੀਆ ਭਰ ਦੇ ਗੁਰਸਿੱਖ ਇਸਤਰੀ ਪੁਰਸ਼ਾਂ ਦੇ ਸਾਂਝੇ ਮੰਚ ਨੂੰ ਸਰਬੱਤ ਖਾਲਸਾ ਕਹਿੰਦੇ ਹਨ।
ਸੋ ਇੱਥੇ ਇੱਕ ਹੋ ਗਿਆ ਸਾਡਾ ਪਹਿਲਾ ਸਿਧਾਂਤਕ ਜਿਹੜਾ ਪਿਲਰ। ਨੰਬਰ 2 ਰਿਪਰੈਜ਼ੈਂਟੇਸ਼ਨ, ਕਿ ਜਿਹੜਾ ਰਿਪਰੈਜ਼ੈਂਟੇਸ਼ਨ ਜਿਹੜੀ ਹੋਏ ਸਰਬੱਤ ਖਾਲਸਾ ਦੀ, ਉਹ ਵੱਖ ਪੂਰ ਦੁਨੀਆ ਭਰ ਦੇ ਸਿੱਖਾਂ ਦੇ ਵੱਖ-ਵੱਖ ਦੇਸ਼ ਦੇ ਹੋਏ, ਨਾ ਕਿ ਸਿਰਫ ਉਹ ਹੋਏ ਰੀਜਨ ਵਾਈਜ਼, ਕੰਟਰੀ ਜਾਂ ਸਟੇਟ ਵਾਈਜ਼, ਬਲਕਿ ਉਹ ਐਕਸਪਰਟਾਈਜ਼ ਵਾਈਜ਼ ਵੀ ਸਾਨੂੰ ਨੁਮਾਇੰਦਗੀ ਲੈਣੀ ਚਾਹੀਦੀ ਹੈ ਕਿ ਸਾਨੂੰ ਕਿਹੋ ਜਿਹੇ ਐਕਸਪਰਟਾਈਜ਼ ਸਰਬੱਤ ਖਾਲਸਾ ਦੇ ਵਿੱਚ ਚਾਹੀਦੇ ਨੇ, ਕਿ ਸਾਨੂੰ ਹਿਊਮਨ ਰਾਈਟਸ ਐਡਵੋਕੇਟਸ ਚਾਹੀਦੇ ਨੇ, ਕਿ ਸਾਨੂੰ ਸਿੱਖ ਪ੍ਰਚਾਰਕ ਜਿਹੜੇ ਨੇ, ਸਿੱਖ ਹਿਸਟੋਰੀਅਨ ਇੰਨੇ ਚਾਹੀਦੇ ਨੇ, ਸਾਨੂੰ ਗੁਰਮਤ ਸੰਗੀਤ ਦੇ ਨਾਲ ਵਾਲੇ ਜਿਹੜੇ ਨੇ ਉਹ ਇੰਨੇ ਚਾਹੀਦੇ ਨੇ, ਜਿਹੜੇ ਸਾਨੂੰ ਪਿਛੜੇ ਸਿੱਖ ਜਿਹੜੇ ਨੇ, ਜਿਵੇਂ ਮਜ਼੍ਹਬੀ ਜਾਂ ਸਿਕਲੀਗਰ ਵਣਜਾਰੇ ਸਿੱਖਾਂ ਦੇ ਵਾਸਤੇ ਜੋ ਕੰਮ ਕਰ ਰਹੇ ਨੇ, ਤੇ ਜਾਂ ਉਹਨਾਂ ਦੇ ਨੁਮਾਇੰਦੇ ਨੇ, ਉਹਨਾਂ ਦੇ ਸਾਨੂੰ ਰਿਪਰੈਜ਼ੈਂਟੇਟਿਵ ਇੰਨੇ ਚਾਹੀਦੇ ਨੇ। ਸੋ ਇਸ ਤਰੀਕੇ ਨਾਲ ਖਿੱਤਾ, ਜਗ੍ਹਾ ਆਧਾਰਿਤ ਤੇ ਖਿੱਤਾ ਆਧਾਰਿਤ ਨੁਮਾਇੰਦਗੀ ਜਿਹੜੀ ਹੈ, ਉਹ ਅਗਰ ਅਸੀਂ ਫਿਕਸ ਕਰੀਏ ਤੇ ਉਹਦੇ ਨਾਲ ਜੋ ਹੈ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਰਿਪਰੈਜ਼ੈਂਟੇਟਿਵ ਬੋਡੀ ਹੈਗੀ ਹੈ। ਤੇ ਜਿਸ ਤਰ੍ਹਾਂ ਮੈਂ ਕਿਹਾ ਕਿ ਵੀ ਇਹ ਸਮੇਂ ਸਥਾਨ ਦੇ ਨਾਲ ਬੱਝੀ ਨਾ ਹੋਏ, ਤੇ ਪਰ ਐਡਮਿਨਿਸਟ੍ਰੇਟਿਵ ਆਫਿਸਿਸ ਜਿਹੜੇ ਨੇ ਉਹ ਚਾਹੀਦੇ ਹੋਣਗੇ। ਸੋ ਉਹ ਜਿਹੜੇ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਹੋਣ, ਔਰ ਉਹ ਵੀ ਉਸ ਤਰ੍ਹਾਂ ਵੱਡੇ ਹੋਣ ਕਿ ਭਾਰਤ ਦੇ ਅੰਦਰ ਤੇ ਪੰਜਾਬ ਵਿੱਚ ਤਾਂ ਚਾਹੀਦਾ ਹੀ ਹੋਏਗਾ, ਭਾਰਤ ਤੋਂ ਬਾਹਰ ਉਹਲੇ ਦੇਸ਼ ਹੋਣ ਜਿੱਥੇ ਕਿ ਵੀ ਮੋਰ ਡੈਮੋਕ੍ਰੈਟਿਕ, ਜਿਨ੍ਹਾਂ ਦਾ ਡੈਮੋਕ੍ਰੈਟਿਕ ਇੰਡੈਕਸ ਜ਼ਿਆਦਾ, ਤਾਂ ਕਿ ਉੱਥੇ ਆਜ਼ਾਦੀ ਜਿਹੜੀ ਹੈ ਉਹ ਜ਼ਿਆਦਾ ਹੋ ਸਕੇ। ਔਰ ਉਹ ਵੱਧ ਦੇਸ਼ਾਂ ਵਿੱਚ ਅਗਰ ਹੋਣਗੇ ਤੇ ਉਹਦੇ ਨਾਲ ਇਹ ਹੋਏਗਾ ਕਿ ਅਗਰ ਕਿਤੇ ਪਾਰਟਿਕੂਲਰ ਇੱਕ ਦੇਸ਼ ਦੇ ਉੱਤੇ ਆਫਿਸ ਬੰਦ ਕਰਨਾ ਪਿਆ ਤੇ ਉਹ ਓਵਰਆਲ ਸੰਸਥਾ ਨੂੰ ਕੋਈ ਨੁਕਸਾਨ ਨਾ ਹੋਏ। ਸੋ ਬਟ ਇਟ ਇਜ਼ ਐਡਮਿਨਿਸਟ੍ਰੇਸ਼ਨ ਦੇ ਵਾਸਤੇ। ਸੋ ਤੀਜਾ ਜਿਹੜਾ ਪਿਲਰ ਹੈਗਾ ਜੀ, ਪਾਰਦਰਸ਼ਤਾ। ਤੇ ਪਾਰਦਰਸ਼ਤਾ ਦਾ ਜਿਹੜਾ ਪਿਲਰ ਟਰਾਂਸਪੇਰੈਂਸੀ, ਇਹ ਬੜੀ ਜ਼ਰੂਰੀ ਹੈ। ਇਹ ਕਹਿ ਲਓ ਕਿ ਸਾਰ ਹੈਗਾ, ਕਿਉਂਕਿ ਟਰਾਂਸਪੇਰੈਂਸੀ ਅਗਰ ਸੰਗਤ ਨੂੰ ਦਿਖੇਗੀ ਕਿ ਇਹਦੇ ਵਿੱਚ ਆ ਰਹੀ ਹੈ ਤੇ ਉਹਨਾਂ ਦਾ ਟਰਸਟ ਬਣੇਗਾ। ਅੱਜ ਜੋ ਹੋ ਰਿਹਾ ਉਹੀ ਹੈ ਕਿ ਟਰਾਂਸਪੇਰੈਂਸੀ ਬਿਲਕੁਲ ਨਹੀਂ। ਬਿਲਕੁਲ ਨਹੀਂ। ਹਾਂਜੀ। ਸੋ ਜਿਹੜੀ ਇਹਦੀ ਸਿਲੈਕਸ਼ਨ ਪ੍ਰਕਿਰਿਆ ਹੋਏ, ਉਹਦੇ ਅੰਦਰ ਪੂਰੀ ਜਿਹੜੀ ਹੈ ਉਹ ਟਰਾਂਸਪੇਰੈਂਸੀ ਹੋਏ। ਜੋ ਅੱਜ ਕੀ ਹੁੰਦਾ, ਗੁਰਮਤਾ ਪੜ੍ਹ ਦਿੱਤਾ ਜਾਂਦਾ ਹੈ ਸਟੇਜ ਤੋਂ, ਔਰ ਕਿਹਾ ਜਾਂਦਾ ਹੱਥ ਖੜੇ ਕਰਕੇ ਪ੍ਰਵਾਨਗੀ ਦਿਓ ਜੀ। ਜਿਹੜੀ ਸੰਗਤ ਬੈਠੀ ਉਹਨੂੰ ਕੁਝ ਨਹੀਂ ਪਤਾ ਕਿ ਵੀ ਉਹ ਜਿਹੜਾ ਸੋ ਕਾਲਡ ਗੁਰਮਤਾ ਪੜ੍ਹਿਆ ਗਿਆ, ਉਹ ਕਿਹੜੇ ਲੋਕਾਂ ਨੇ ਕੀ ਵਿਚਾਰਾਂ ਕੀਤੀਆਂ, ਕਿਵੇਂ ਉਹ ਉੱਤੇ ਆਇਆ। ਤੇ ਜਦ ਕਿ ਇਹ ਜੋ ਫੈਸਲੇ ਇੱਥੇ ਸਿੱਖ ਮਤਾਂ ਜੋ ਪੜ੍ਹਿਆ ਜਾਵੇ, ਉਹ ਜੋ ਬਣਾਇਆ ਜਾਵੇ, ਉਹਦੀ ਪੂਰੀ ਟਰਾਂਸਪੇਰੈਂਸੀ ਹੋਏ, ਜਾਂ ਹੋਰ ਵੀ ਬਾਕੀ ਪ੍ਰੋਸੀਡਿੰਗਸ ਦੇ ਵਿੱਚ ਕਿਹੜੀ ਸਿਲੈਕਸ਼ਨ ਕਿਸ ਤਰ੍ਹਾਂ ਹੋਈ ਹੈ, ਉਹਦੀ ਸਾਰੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਤੇ ਅਗਰ ਕੋਈ ਜਿਵੇਂ ਫਾਈਨੈਂਸ਼ੀਅਲ ਵੀ ਹੈ ਤੇ ਉਹਦੀ ਵੀ ਇੱਕ ਪ੍ਰੋਪਰ ਆਡਿਟ ਪ੍ਰਕਿਰਿਆ ਜਿਹੜੀ ਹੈ ਥੋਰੋ ਹੋਣੀ ਚਾਹੀਦੀ ਹੈ। ਤੇ ਚੌਥਾ ਜਿਹੜਾ ਨੁਕਤਾ ਜਿਹੜਾ ਮੈਂ ਦੱਸਿਆ, ਨਿਰੰਤਰ ਸੁਧਾਰ। ਨਿਰੰਤਰ ਸੁਧਾਰ ਇਹਦਾ ਵਿਧੀ ਵਿਧਾਨ ਦਾ ਹਿੱਸਾ ਹੋਵੇ, ਔਰ ਇਹਦਾ ਇੱਕ ਇਹ ਵੀ ਹੈ ਕਿ ਵੀ ਨਿਰੰਤਰ ਸੁਧਾਰ ਵਾਸਤੇ ਕਿ ਜਿਹੜੀ ਸਰਬੱਤ ਖਾਲਸਾ ਜਿਹੜਾ ਉਹ ਇੱਕ ਸਮੇਂ ਦੇ ਵਿੱਚ ਹੋਏ, ਉਸ ਜਿਵੇਂ ਲੈਟਸ ਸੇ 5 ਈਅਰ ਟਰਮਸ ਦੇ ਵਾਸਤੇ 5 ਸਾਲ ਦੇ ਬਾਅਦ ਫਿਰ ਦੁਬਾਰਾ ਨਵੇਂ ਰਿਪਰੈਜ਼ੈਂਟੇਟਿਵਸ ਚੁਣੇ ਜਾਣ। ਤੇ ਉਹਦੇ ਨਾਲ ਕੀ ਹੋਏਗਾ, ਇੱਕ ਤੇ ਨਵਾਂ ਸਾਨੂੰ ਟੈਲੈਂਟ, ਨਵਾਂ ਔਰ ਉਹ ਡਿਪੈਂਡੈਂਸੀ ਨਹੀਂ ਰਹੇਗੀ, ਔਰ ਫਿਰ ਸੰਸਥਾ ਜਿਹੜੀ ਹੈ ਉਹ ਆਪਣੇ ਆਪ ਵਿੱਚ ਵੱਡੀ ਹੋਏਗੀ। ਔਰ ਉਹ ਜਿਹੜੀ ਸੰਸਥਾ ਸਾਨੂੰ ਕਈ ਲੀਡਰ ਜਿਹੜੇ ਹੈ ਪੰਥ ਦੇ ਅੰਦਰ, ਕਈ ਉਹਦੇ ਵਿੱਚੋਂ ਪੈਦਾ ਕਰਕੇ ਦੇਣ ਦੀ ਉਹ ਸਮਰੱਥਾ ਰੱਖ ਸਕਦੀ ਹੈ। ਸੋ ਅੱਗੇ ਮੈਂ ਇਹ ਜਿਹੜੀ ਚੀਜ਼ਾਂ ਜਿਹੜੀਆਂ ਨੇ, ਜਿਵੇਂ ਦੱਸਿਆ 4 ਪਿਲਰਸ ਨੇ। ਅੱਗੇ ਇਸ ਤੋਂ ਬਾਅਦ ਇਹਨਾਂ ਨੂੰ ਹੋਰ ਡਿਫਾਈਨ ਕੀਤਾ ਗਿਆ ਹੈ। ਅਗਰ ਕੋਈ ਵੈਬਸਾਈਟ ਦੇਖ ਸਕਦਾ ਤੇ ਮੈਂ ਅੱਗੇ ਵੀ ਮੈਂ ਸ਼ੇਅਰ ਕਰਾਂਗਾ ਨੈਕਸਟ ਪੇਜ ਤੇ। ਉਹ ਹੈਗਾ ਜੀ ਐਨੈਕਸਚਰ ਦੇ ਵਿੱਚ, ਜਿਹਨੂੰ ਅਨੁਬੰਧ ਪੰਜਾਬੀ ਵਿੱਚ। ਤੇ ਇਹਦੇ ਅੰਦਰ ਟੇਬਲ 1 ਜਿਹੜਾ ਹੈ ਉਹ ਰਿਪਰੈਜ਼ੈਂਟੇਸ਼ਨ ਦੇ ਵਾਸਤੇ ਹੈਗਾ, ਰੀਜਨ ਵਾਈਜ਼ ਰਿਪਰੈਜ਼ੈਂਟੇਸ਼ਨ। ਟੇਬਲ 2 ਜਿਹੜਾ ਉਹ ਐਕਸਪਰਟਾਈਜ਼ ਵਾਈਜ਼ ਰਿਪਰੈਜ਼ੈਂਟੇਸ਼ਨ, ਕਿ ਮਹਾਰਤ ਪੱਖੋਂ ਰਿਪਰੈਜ਼ੈਂਟੇਸ਼ਨ ਕਿਵੇਂ ਹੋਏ। ਤੇ ਟੇਬਲ 3 ਕਿਉਂਕਿ ਇਸ ਵਾਸਤੇ ਕਿ ਵੀ ਸੀਕੁਐਂਸ ਆਫ ਪ੍ਰਾਇੋਰਟੀ, ਅਗਰ ਸਾਡੇ ਕੋਲ ਇੱਕ ਹੀ ਜਗ੍ਹਾ ਦੇ ਵਿੱਚ 2 ਤੋਂ ਵੱਧ ਨੁਮਾਇੰਦਗੇ ਹੈਗੇ ਨੇ, ਨੋਮੀਨੇਸ਼ਨਸ ਹੈਗੀਆਂ, ਤੇ ਕਿਵੇਂ ਸਿਲੈਕਟ ਕਰਨਾ। ਫਿਰ ਸਾਨੂੰ ਅਸੀਂ ਪਹਿਲਾਂ ਹੀ ਪ੍ਰਾਇੋਰਟੀ ਆਫ ਸੀਕੁਐਂਸ ਸਿਲੈਕਟ ਕੀਤਾ ਹੋਏ। ਜਿਵੇਂ ਪ੍ਰਾਇੋਰਟੀ ਆਫ ਸੀਕੁਐਂਸ ਹੈਗਾ ਜੀ ਕਿ ਜਿਹੜਾ ਛੋਟਾ ਏਰੀਆ ਹੈ, ਛੋਟਾ ਰੀਜਨ ਹੈ, ਉਹਨੂੰ ਪਹਿਲੇ ਫਿਲ ਕਰਨਾ। ਫਿਰ
ਜਿਹੜੀ ਮਹਾਰਤ ਦੀ ਸਾਡੇ ਕੋਲ ਨੋਮੀਨੇਸ਼ਨਸ ਘੱਟ ਆਈ ਹੈ, ਉਹ ਮਹਾਰਤ ਨੂੰ ਪਹਿਲੇ ਫਿਲ ਕਰਨੀ ਹੈ, ਤਾਂ ਉਸ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਹਨੂੰ ਅਸੀਂ ਪਹਿਲਾਂ ਪਹਿਲ ਦੇਣੀ ਹੈ। ਸੋ ਇਹ ਵਾਸਤੇ ਟੇਬਲ ਸੀਕੁਐਂਸ ਆਫ ਪ੍ਰਾਇੋਰਟੀ ਵਾਸਤੇ ਟੇਬਲ 3। ਸੋ ਟੇਬਲ 4 ਜਿਹੜਾ ਹੈ ਉਹ ਹੈਗਾ ਜੀ ਕਿ ਸਰਬੱਤ ਖਾਲਸਾ ਦੇ ਹਿੱਸਾ ਬਣਨ ਵਾਸਤੇ ਜਿਹੜੀਆਂ ਸੰਸਥਾਵਾਂ ਨੇ, ਸਿੱਖ ਸੰਸਥਾਵਾਂ ਨੇ, ਉਹਨਾਂ ਦੀ ਕੀ ਯੋਗਤਾ ਹੋਵੇ। ਯੋਗਤਾ ਜਿਵੇਂ ਅਸੀਂ ਦੱਸਿਆ, ਉਹ ਸਿਧਾਂਤ ਮੇਨਲੀ ਬੇਸਿਕਲੀ ਉਸ ਸਿਧਾਂਤ ਦੇ ਉੱਤੇ ਉਹ ਜਿਹੜਾ ਅਸੀਂ ਕਾਮਨ ਸ਼ੇਅਰਡ ਆਈਡੀਓਲੋਜੀ ਹੈ ਉਹਨੂੰ ਮੰਨਦੇ ਹੋ। ਤੇ ਦੂਸਰਾ ਇਹ ਹੈ ਕਿ ਵੀ ਉਹ ਸੰਸਥਾਵਾਂ ਉਹ ਹੋਣ ਜਿਨ੍ਹਾਂ ਦੀ ਰਿਪਰੈਜ਼ੈਂਟੇਸ਼ਨ, ਜਿਨ੍ਹਾਂ ਦੀ ਮੈਨੇਜਮੈਂਟ ਕਮੇਟੀ ਸੰਗਤ ਚੁਣਦੀ ਹੈ, ਉਹ ਉੱਥੇ ਦੇ ਨਾਲ ਰਿਲੇਟਿਡ ਸੰਗਤ ਚੁਣਦੀ ਹੈ, ਉਹਨਾਂ ਦਾ ਆਪਣਾ ਯੋਗਦਾਨ ਹੁੰਦਾ ਮੈਨੇਜਮੈਂਟ ਕਮੇਟੀ ਨੂੰ ਚੁਣਨ ਦੇ ਵਿੱਚ। ਉਹੋ ਜਿਹੀਆਂ ਸਿੱਖ ਸੰਸਥਾਵਾਂ ਜਿਨ੍ਹਾਂ ਦੀ ਮੈਨੇਜਮੈਂਟ ਨੂੰ ਚੁਣਨ ਵਿੱਚ ਉਹਦੇ ਨਾਲ ਜੁੜੀ ਹੋਈ ਸੰਗਤ ਜਿਹੜੀ ਹੈ ਉਹਦਾ ਕੋਈ ਰੋਲ ਨਹੀਂ, ਉਹ ਫਿਰ ਜ਼ਿਆਦਾਤਰ ਉਹੋ ਜਿਹੀਆਂ ਅਸੀਂ ਦੇਖਦੇ ਹਾਂ ਡੇਰੇ ਟਾਈਪ ਹੁੰਦੇ ਨੇ। ਤੇ ਉਹ ਕਿਉਂਕਿ ਉਹ ਆਪ ਹੀ ਪਾਰਦਰਸ਼ੀ ਨਹੀਂ ਹੈਗੇ, ਉਹ ਸੰਗਤ ਨੂੰ ਨੁਮਾਇੰਦਗੀ ਨਹੀਂ ਦਿੰਦੇ। ਸੋ ਸਰਬੱਤ ਖਾਲਸਾ ਦੇ ਵਿੱਚ ਆਉਣ ਵਾਸਤੇ ਉਹਨਾਂ ਨੂੰ ਚਾਹੀਦਾ ਕਿ ਉਹ ਸੰਗਤ ਨੂੰ ਨੁਮਾਇੰਦਗੀ ਦੇਣ, ਉੱਥੇ ਦੀ ਆਪਣੀ ਉਸ ਸੰਸਥਾ ਦੀ ਵਰਕਿੰਗ ਕਮੇਟੀ ਜਾਂ ਉਹਦੀ ਮੈਨੇਜਮੈਂਟ ਕਮੇਟੀ ਨੂੰ ਚੁਣਨ ਵਾਸਤੇ। ਟੇਬਲ 5 ਜਿਹੜਾ ਜੀ ਉਹ ਹੈਗਾ ਕਿ ਸਿੱਖ ਸੰਸਥਾਵਾਂ ਵੱਲੋਂ ਭੇਜੇ ਜਾਣ ਵਾਲੇ ਨੁਮਾਇੰਦੇ ਜਿਹੜੇ ਨੇ, ਜਿਹੜੀ ਸਿੱਖ ਸੰਸਥਾਵਾਂ ਨੇ ਆਪਣੇ ਜਿਹੜੇ ਰਿਪਰੈਜ਼ੈਂਟੇਟਿਵ ਭੇਜਦੇ ਨੇ ਸਰਬੱਤ ਖਾਲਸਾ ਦੇ ਵਿੱਚ, ਉਹਨਾਂ ਦੀ ਕੀ ਹੋਏ ਕੁਆਲੀਫਿਕੇਸ਼ਨ, ਐਲੀਜੀਬਿਲਿਟੀ ਕ੍ਰਾਈਟੇਰੀਆ। ਤੇ ਟੇਬਲ 6 ਇਹ ਅਗਰ ਸਾਰਾ ਕਾਰਜ ਹੁੰਦਾ ਤੇ ਇਹਨੂੰ ਕਿਵੇਂ ਟਾਈਮਲਾਈਨਸ ਕਿਵੇਂ ਅਸੀਂ ਸੈੱਟ ਕਰ ਸਕਦੇ ਹਾਂ। ਸੋ ਮੈਂ ਇੱਕ ਵਾਰੀ ਥੋੜਾ ਇਹਦੇ ਉੱਤੇ ਮੈਂ ਬਰੀਫ ਦੱਸਣਾ ਚਾਹੂੰਗਾ ਜੀ। ਜਿਵੇਂ ਟੇਬਲ 1 ਜਿਹੜਾ ਰਿਪਰੈਜ਼ੈਂਟੇਸ਼ਨ ਵਾਲਾ, ਹੁਣ ਇਹ ਇਸ ਸਮੇਂ ਮੈਂ ਇਹ ਰੀਜਨ ਵਾਈਜ਼ ਰਿਪਰੈਜ਼ੈਂਟੇਸ਼ਨ ਦਾ ਬਣਾਇਆ। ਕਿ ਮੇਰੀ ਦੂਜੀ ਸਕਰੀਨ ਹੋ ਗਈ ਜੀ ਸ਼ੇਅਰ ਟੇਬਲ ਵਾਲੀ? हाँ जी, हो गई। ਹੋ ਗਈ ਜੀ, ਹੋ ਗਈ। ਪੂਰੀ ਹੈ। Okay. ਹਾਂਜੀ, ਤੇ ਜਿਸ ਤਰ੍ਹਾਂ ਇਹ ਪੋਪੂਲੇਸ਼ਨ ਡੇਟਾ ਦੇ ਹਿਸਾਬ ਨਾਲ ਬਣਾਇਆ, ਤੇ ਇਹਦੇ ਵਿੱਚ ਅਗਰ ਅਸਿਊਮ ਕੀਤਾ ਗਿਆ ਕਿ ਸਰਬੱਤ ਖਾਲਸਾ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਅਗਰ ਉਹ 500 ਹੋਣ, 500 ਹੋਣ, ਤੇ ਫਿਰ ਕਿਸ ਤਰ੍ਹਾਂ ਡਿਵਾਈਡ ਹੁੰਦਾ। ਸੋ ਇੱਥੇ ਲਿੱਤਾ ਗਿਆ ਜਾਂ ਤੇ ਮਿਨੀਮਮ ਜਿਹੜੀ ਇਕਾਈ ਹੈ ਉਹ ਇੱਕ ਡਿਸਟ੍ਰਿਕਟ ਲਿੱਤੀ ਗਈ ਹੈ, ਜਾਂ ਫਿਰ ਜਿੱਥੇ ਜਿਹੜਾ ਡਿਸਟ੍ਰਿਕਟ ਤੋਂ ਛੋਟਾ ਜਿਹੜਾ ਅਗਰ ਜਾਂ ਕਿਤੇ 1 ਲੱਖ ਦੀ ਪੋਪੂਲੇਸ਼ਨ ਬਣ ਰਹੀ ਹੈ ਸਿੱਖਾਂ ਦੀ, ਉਹ ਲਿੱਤੀ ਗਈ ਹੈ। ਸੋ ਇੱਕ ਆ ਗਿਆ ਜਿਵੇਂ ਪੰਜਾਬ ਦੇ ਵਿੱਚ, ਔਰ ਫਿਰ ਦੂਸਰਾ ਕਿਉਂਕਿ ਜ਼ਿਆਦਾ ਪੋਪੂਲੇਸ਼ਨ ਤਾਂ ਪੰਜਾਬ ਵਿੱਚ ਹੈ, ਸੋ ਅਗਰ ਸਾਰੇ ਅਸੀਂ ਉਸ ਤਰ੍ਹਾਂ ਕਰਾਂਗੇ ਤੇ ਹੋਏਗਾ ਕਿ ਉਹ ਰਿਪਰੈਜ਼ੈਂਟੇਸ਼ਨ ਬਾਹਰ ਦਿਆਂ ਨੂੰ ਮਿਲੇਗੀ ਨਹੀਂ। ਸੋ ਇੱਥੇ ਇੱਕ ਰਿਪਰੈਜ਼ੈਂਟੇਸ਼ਨ ਫੈਕਟਰ ਹੈ, ਜਿਸ ਤਰ੍ਹਾਂ ਪੰਜਾਬ ਦਾ ਰਿਪਰੈਜ਼ੈਂਟੇਸ਼ਨ 1:1 ਹੀ ਹੈ, ਤੇ ਜਿਹੜਾ ਪੰਜਾਬ ਤੋਂ ਬਾਹਰ ਹੈ ਇੰਡੀਆ ਦੇ ਬਾਕੀ ਹਿੱਸੇ, ਉਹ ਯਾਨੀ ਕਿ ਇੱਕ ਬੰਦਾ ਯਾਨੀ ਕਿ ਰਿਪਰੈਜ਼ੈਂਟੇਸ਼ਨ ਫੈਕਟਰ 2 ਹੈ, ਯਾਨੀ ਕਿ ਉਹ ਪਾਪੂਲੇਸ਼ਨ ਡਬਲ ਐਜ਼ ਏ ਅਸੀਂ ਕਾਊਂਟ ਕਰ ਸਕਦੇ ਹਾਂ। ਤੇ ਜਿਹੜਾ ਪੰਜਾਬ ਤੋਂ ਵੀ ਇੰਡੀਆ ਤੋਂ ਬਾਹਰ ਜਿਹੜਾ ਆਊਟ ਆਫ ਕੰਟਰੀ ਹੈ, ਉਹਦੀ ਰਿਪਰੈਜ਼ੈਂਟੇਸ਼ਨ ਫੈਕਟਰ ਜਿਹੜਾ ਉਹ 3 ਹੈ। ਸੋ ਇਸ ਤਰੀਕੇ ਨਾਲ ਜਦੋਂ ਅਸੀਂ ਕਰਾਂਗੇ ਤੇ ਅਗਰ ਅਸੀਂ 500 ਰਿਪਰੈਜ਼ੈਂਟੇਟਿਵਸ ਜਿਹੜੇ ਨੇ ਉਹ ਸਰਬੱਤ ਖਾਲਸਾ ਦੇ ਚੁਣਨੇ ਨੇ, ਤੇ ਅਸੀਂ ਦੇਖਦੇ ਹਾਂ ਕਿ 238 ਜਿਹੜੇ ਨੇ ਰਿਪਰੈਜ਼ੈਂਟੇਟਿਵ ਉਹ ਪੰਜਾਬ ਦੇ ਬਣ ਰਹੇ ਨੇ, ਤੇ 148 ਰੈਸਟ ਆਫ ਇੰਡੀਆ ਦੇ, ਤੇ ਇੰਡੀਆ ਤੋਂ ਬਾਹਰ ਦੇ 114। ਸੋ 14 ਟੋਟਲ 500। ਸੋ ਇਹਦੇ ਵਿੱਚੋਂ ਫਰਦਰ ਅਸੀਂ ਅਗਰ ਵਰਕਿੰਗ ਕਮੇਟੀ 500 ਦੇ ਵਿੱਚੋਂ ਅਰਾਊਂਡ 20 ਬੰਦਿਆਂ ਦੀ ਵਰਕਿੰਗ ਕਮੇਟੀ, ਉਹ ਵੀ ਅਸੀਂ ਰੀਜਨ ਵਾਈਜ਼ ਸਪੈਸੀਫਾਈ ਕਰ ਸਕਦੇ ਹਾਂ ਕਿ ਜਿਹੜੇ ਕਿ ਇੰਡੀਆ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਅਗਰ 20 ਹੈਗੇ ਨੇ ਤੇ 9 ਪੰਜਾਬ ਦੇ ਵਿੱਚ, 6 ਜਿਹੜੇ ਨੇ ਰੈਸਟ ਆਫ ਇੰਡੀਆ, ਤੇ 5 ਜਿਹੜੇ ਨੇ ਬਾਹਰ। ਐਂਡ ਅਗੇਨ ਫਰਦਰ ਬਾਹਰ ਦੇ ਨੂੰ ਅਸੀਂ ਡਿਵਾਈਡ ਕਰ ਸਕਦੇ ਹਾਂ ਕਿ 5 ਦੇ ਵਿੱਚੋਂ 3 ਜਿਹੜੇ ਨੇ G7 ਕੰਟਰੀਜ਼ ਦੇ ਹੋਣ, ਤੇ ਜੋ 2 ਜਿਹੜੇ ਨੇ ਉਹ ਨਾਨ G7 ਕੰਟਰੀਜ਼ ਦੇ ਹੋਣ। ਸੋ ਇਸੇ ਤਰ੍ਹਾਂ ਇਹਨਾਂ ਦੇ ਵਿੱਚੋਂ ਜਿਹੜੀ ਹੈ 5 ਪਿਆਰੇ 500 ਦੇ ਵਿੱਚੋਂ ਹੀ ਚੁਣੇ ਜਾਣਗੇ, ਜੋ ਇੱਕ ਵਰਕਿੰਗ ਕਮੇਟੀ ਤੋਂ ਵੱਖਰੇ ਹੋਣਗੇ। ਯਾਨੀ ਕਿ ਅਗਰ ਲੈਟਸ ਸੇ 500 ਨੇ, 20 ਵਰਕਿੰਗ ਕਮੇਟੀ ਨੇ, ਤੇ 480 ਬਚ ਗਏ। ਸੋ ਬਾਕੀ 480 ਦੇ ਵਿੱਚੋਂ 5 ਪਿਆਰੇ ਜਿਹੜੇ ਨੇ ਉਹ ਚੁਣੇ ਜਾ ਸਕਦੇ ਨੇ। ਔਰ ਇਹਨੂੰ ਵੀ ਅਗਰ ਅਸੀਂ ਸਪੈਸੀਫਾਈ ਕਰ ਦਈਏ ਕਿ 2 ਪੰਜਾਬ ਦੇ ਨੇ, 1 ਪੰਜਾਬ ਤੋਂ ਬਾਹਰ ਹੈ, ਤੇ 2 ਜਿਹੜੇ ਨੇ ਇੰਡੀਆ ਤੋਂ ਬਾਹਰ ਦੇ ਨੇ। ਸੋ ਇਹ ਇੱਕ ਟੇਬਲ ਜਿਵੇਂ ਹੋ ਗਿਆ ਇਹ ਜੀ ਰੀਜਨ ਵਾਈਜ਼। ਸੋ
ਸੋ ਇੱਕ ਜਿਵੇਂ ਦੱਸਿਆ ਖਿੱਤਾ ਆਧਾਰਿਤ, ਉਹੀ ਜਿਹੜੇ 500 ਨੇ, ਹੁਣ ਸਾਨੂੰ 500 ਜਿਹੜੇ ਨੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਉਹ ਕੁਝ ਸਕਿੱਲ ਸੈੱਟ ਲੈ ਕੇ ਆ ਰਹੇ ਹੋ। ਸੋ ਅਸੀਂ ਇਹ ਡਿਵਾਈਡ ਕਰ ਸਕਦੇ ਹਾਂ ਕਿ ਜਿਹੜਾ ਧਰਮ ਪ੍ਰਚਾਰ ਦੇ ਕੰਮ, ਜਿਵੇਂ ਗੁਰਬਾਣੀ ਕਥਾਕਾਰ, ਗੁਰਬਾਣੀ ਸੰਗੀਤ, ਸਿੱਖ ਥਿੰਕਰਸ, ਹਿਸਟੋਰੀਅਨ, ਰਾਈਟਰਸ ਤੇ ਮਾਨਵਤਾ ਦੀ ਸੇਵਾ ਕਰਨ ਵਾਲੇ, ਇਹਨਾਂ ਦੇ ਅਸੀਂ ਨੰਬਰ ਡਿਫਾਈਨ ਕਰ ਸਕਦੇ ਹਾਂ ਕਿ 50 ਬੰਦੇ ਇਹੋ ਜਿਹੇ ਚਾਹੀਦੇ ਨੇ, 35 ਸਾਨੂੰ ਇਹ ਚਾਹੀਦੇ ਨੇ। ਸਿੱਖ ਐਕਟਿਵਿਜ਼ਮ ਦੇ ਵਿੱਚ ਜਿਹੜਾ ਕੰਮ ਕਰ ਰਹੇ ਨੇ, ਬੈਕਵਰਡ ਸਿੱਖਸ ਦੇ ਵਾਸਤੇ ਕੰਮ ਕਰ ਰਹੇ ਨੇ, ਜਿਹੜੇ ਜਰਨਲਿਸਟ ਨੇ ਜਿਹੜੇ ਚੰਗਾ ਕੰਮ ਕਰ ਰਹੇ ਨੇ, ਹਿਊਮਨ ਰਾਈਟਸ ਐਡਵੋਕੇਟਸ ਜਿਹੜੇ ਨੇ, ਵੂਮਨ ਰਾਈਟਸ ਤੇ ਕੰਮ ਕਰਨ ਵਾਸਤੇ, এনवायरमेंटलिस्ट, ਫਾਰਮਰਸ ਐਕਟਿਵਿਸਟਸ, ਇਹਨਾਂ ਨੂੰ ਅਸੀਂ ਡਿਵਾਈਡ ਕਰ ਸਕਦੇ ਹਾਂ ਕਿ ਇਹ ਸਾਨੂੰ ਇੰਨੇ ਇੰਨੇ ਚਾਹੀਦੇ ਨੇ, 500 ਦੇ ਵਿੱਚੋਂ 25 25, ਕੋਈ 50, that is, so it's all demonstrative tables just to show us ਤੇ ਫਿਰ ਹੋਰ ਐਕਸਪਰਟਸ, ਸਿੱਖ academicians, ਸਾਇੰਟਿਸਟ, ਨਿਊ ਟੈਕਨੋਲੋਜੀ ਨਿਊ ਐਕਸਪਰਟਸ, ਤੇ ਜਿਓਪੋਲਿਟੀਕਲ ਐਨਾਲਿਸਟ, ਫਾਈਨੈਂਸ਼ੀਅਲ ਐਕਸਪਰਟਸ, ਤੇ ਜਾਂ ਸਪੋਰਟਸ ਤੇ ਗੱਤਕਾ ਐਕਸਪਰਟਸ, ਤੇ ਇਹਨਾਂ ਦੇ ਨੁਮਾਇੰਦਗੇ। ਸੋ ਇਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਜਿਹੜੀ ਹੈ। ਸੋ ਜਿਸ ਤਰ੍ਹਾਂ ਮੈਂ ਕਿਹਾ ਸੀਗਾ ਕਿ ਟੇਬਲ 3 ਜਿਹੜਾ ਉਹ ਪ੍ਰਾਇੋਰਟੀ ਆਫ ਸੀਕੁਐਂਸ ਵਾਸਤੇ ਹੋ ਸਕਦਾ ਜੀ, ਕਿ ਜਿਵੇਂ ਹੁਣ ਸਭ ਤੋਂ ਪਹਿਲੇ ਫॉर ਐਗਜ਼ਾਮਪਲ ਪ੍ਰਾਇੋਰਟੀ ਮਿਲੇਗੀ ਰੀਜਨ ਨੂੰ, ਕਿ ਸਭ ਤੋਂ ਪਹਿਲੇ ਰੀਜਨ ਨੂੰ ਫਿਲ ਕੀਤਾ ਜਾਣਾ। ਜਿਵੇਂ ਨੋਮੀਨੇਸ਼ਨਸ ਆਈਆਂ, ਸਿੱਖ ਸੰਸਥਾਵਾਂ ਜਿਹੜੀਆਂ ਜਿਨ੍ਹਾਂ ਨੇ ਰਜਿਸਟਰ ਕੀਤਾ ਇਹਦੇ ਸਰਬੱਤ ਖਾਲਸਾ ਦੇ ਨਾਲ, ਉਹ ਆਪਣੀ ਨੋਮੀਨੇਸ਼ਨਸ ਭੇਜਣਗੇ। ਉਹਨਾਂ ਵਿੱਚੋਂ ਰਿਪਰੈਜ਼ੈਂਟੇਟਿਵ ਜਿਨ੍ਹਾਂ ਦਾ ਟੋਟਲ ਨੰਬਰ 500 ਹੈ, ਲੈਟਸ ਸੇ 500 ਹੈ, ਸੋ ਉਹ ਸਿਲੈਕਟ ਕਰਨਾ। ਪਰ ਸਾਡੇ ਕੋਲ ਜਿਵੇਂ ਲੁਧਿਆਣੇ ਦੇ ਵਿੱਚ ਸਾਡੇ ਕੋਲ ਜਗ੍ਹਾ ਹੈਗੀ ਹੈ 25, ਪਰ ਨੋਮੀਨੇਸ਼ਨਸ ਆ ਗਈਆਂ 50, ਤੇ ਹੁਣ ਉਹ ਕਿਸ ਤਰ੍ਹਾਂ ਅਸੀਂ ਸਿਲੈਕਟ ਕਰ ਸਕਦੇ ਹਾਂ? ਉਹਨੂੰ ਅਸੀਂ ਜ਼ਿਆਦਾ ਉਹ ਕਰਨ ਵਾਸਤੇ ਅਸੀਂ ਇਹ ਕਰ ਸਕਦੇ ਕਿ ਪਹਿਲੀ ਪ੍ਰਾਇੋਰਟੀ ਤੇ ਰੀਜਨ ਨੂੰ ਫਿਲ ਕਰਨਾ। ਹੁਣ ਰੀਜਨ ਦੇ ਵਿੱਚ ਅਗਰ ਜ਼ਿਆਦਾ ਨੇ, ਤੇ ਦੂਜੀ ਪ੍ਰਾਇੋਰਟੀ ਹੈ ਕਿ ਅਸੀਂ ਜਿਹੜੀ ਨੋਮੀਨੇਸ਼ਨਸ ਦੀ ਸਾਡੇ ਕੋਲ ਜਿਹੜੀ ਐਕਸਪਰਟਾਈਜ਼ ਦੀ ਸਾਡੇ ਕੋਲ ਨੋਮੀਨੇਸ਼ਨਸ ਘੱਟ ਆਈ ਹੈ, ਚਾਹੀਦੇ ਨੇ ਬੰਦੇ ਗੁਰਬਾਣੀ ਕਥਾਕਾਰ 50, ਪਰ ਜਿਹੜੀ ਨੋਮੀਨੇਸ਼ਨਸ ਹੀ ਆਈਆਂ ਨੇ ਉਹ 40 ਆਈਆਂ, ਯਾਨੀ ਕਿ ਸਾਡੇ ਕੋਲ 80% ਆਈ ਹੈ। ਤੇ ਇੱਕ ਦੂਜੀ ਹੈਗੀ ਹੈ ਐਕਸਪਰਟਾਈਜ਼, ਉਹਦਾ ਸਾਨੂੰ ਕੋਲ 120% ਆ ਗਿਆ ਜਿਹੜੀ ਚਾਹੀਦੀ ਹੈ। ਸੋ ਅਸੀਂ ਇਹਦਾ ਮਤਲਬ ਹੈ ਅਸੀਂ ਗੁਰਬਾਣੀ ਕਥਾਕਾਰ ਨੂੰ ਪ੍ਰਾਇੋਰਟੀ ਦੇਵਾਂਗੇ, ਕਿਉਂਕਿ ਉਹ ਆਲਰੇਡੀ ਸਾਡੇ ਕੋਲ ਘੱਟ ਬੰਦੇ ਨੇ। ਸੋ ਉਹ ਹੈ। ਫਿਰ ਉਸ ਤੋਂ ਬਾਅਦ ਅਗਰ ਹੋਰ ਕਲੈਸ਼ ਆ ਰਿਹਾ, ਫਿਰ ਅਸੀਂ ਫਰਦਰ ਵੀ ਕੈਨ ਡਿਵਾਈਡ ਡਾਊਨ ਕਿ ਅਸੀਂ ਜਿਹੜਾ ਉਸ ਤੋਂ ਬਾਅਦ ਵੂਮਨ ਨੋਮੀਨੇਸ਼ਨਸ ਨੂੰ ਅਸੀਂ ਪ੍ਰਾਇੋਰਟੀ ਦੇਵਾਂਗੇ। ਥਰਡ ਪ੍ਰਾਇੋਰਟੀ ਉਸ ਤੋਂ ਬਾਅਦ ਅਸੀਂ ਦੇ ਸਕਦੇ ਹਾਂ ਕਿ ਜਿਹੜੇ ਜਿਨ੍ਹਾਂ ਦੀ ਏਜ ਯੰਗ ਨੇ, ਅਸੀਂ ਉਹਨਾਂ ਨੂੰ ਪ੍ਰਾਇੋਰਟੀ ਦੇ ਸਕਦੇ ਹਾਂ। ਸੋ ਇਸ ਤਰੀਕੇ ਨਾਲ ਅਸੀਂ ਪ੍ਰਾਇੋਰਟੀ ਵਾਈਜ਼ ਸੀਕੁਐਂਸ ਆਫ ਪ੍ਰਾਇੋਰਟੀ ਨੂੰ ਡਿਸਾਈਡ ਕਰਕੇ, ਤੇ ਅਸੀਂ ਪਾਰਦਰਸ਼ੀ ਵੇ ਦੇ ਨਾਲ ਅਗਰ ਕਿਤੇ ਕਲੈਸ਼ ਆ ਰਿਹਾ ਤੇ ਉਹਨੂੰ ਅਸੀਂ ਰਿਜ਼ੋਲਵ ਕਰ ਸਕਦੇ ਹਾਂ। ਔਰ ਪਹਿਲਾਂ ਹੀ, ਕਿਉਂਕਿ ਰੂਲਸ ਪਹਿਲੇ ਹੀ ਡਿਫਾਈਨ ਹੋਣਗੇ, ਸੰਗਤ ਨੂੰ ਪਤਾ ਕਿ ਵੀ ਇਹ ਬੰਦਾ ਕਿਉਂ ਨਹੀਂ ਸਿਲੈਕਟ ਹੋ ਪਾਇਆ, ਰਿਪਰੈਜ਼ੈਂਟੇਸ਼ਨ ਦੇ ਵਿੱਚ ਕਿਉਂ ਨਹੀਂ ਹੋ ਪਾਇਆ, ਕਿਉਂ ਨਹੀਂ, ਕਿਉਂਕਿ ਆਲਰੇਡੀ ਸੀਕੁਐਂਸ ਆਫ ਪ੍ਰਾਇੋਰਟੀਜ਼ ਦੇ ਵਿੱਚੋਂ ਫਿਟ ਨਹੀਂ ਆਇਆ। ਤੇ ਇਹ ਫਿਰ ਦੋਨੋਂ ਟੇਬਲ 1 ਤੇ ਟੇਬਲ 2 ਦਾ ਇਸ ਤਰੀਕੇ ਨਾਲ ਅਸੀਂ ਇਹਦੇ ਨਾਲ ਅਸੀਂ ਵੱਧ ਤੋਂ ਵੱਧ ਅਸੀਂ ਜੋ ਅਸੀਂ ਸੈੱਟ ਕੀਤੀ ਹੈ ਕਿ ਵੀ ਇੰਨੇ ਰਿਪਰੈਜ਼ੈਂਟੇਟਿਵ ਹੋ ਸਕਦੇ ਨੇ, ਉਹਨੂੰ ਅਸੀਂ ਡਿਫਾਈਨ ਕਰ ਸਕਦੇ। ਤੇ ਜਿਸ ਤਰ੍ਹਾਂ ਦੱਸਿਆ ਮੈਂ, ਟੇਬਲ 4 ਜਿਹੜਾ ਜਿਹੜੇ ਸਿੱਖ ਸੰਸਥਾਵਾਂ ਇਹਨਾਂ ਦੇ ਨਾਲ ਜੁੜਨੀਆਂ, ਉਹਨਾਂ ਦਾ ਕੀ ਹੈ? ਜਿਸ ਤਰ੍ਹਾਂ ਸਿਧਾਂਤ ਵਿੱਚ ਅਸੀਂ ਪੜ੍ਹਿਆ ਕਿ ਸਿੱਖ ਇੰਸਟੀਟਿਊਸ਼ਨ ਤੇ ਉਹ ਮੈਨੇਜਮੈਂਟ ਕਮੇਟੀਆਂ, ਦੋਜ਼ ਹੂ ਬਲੀਵ ਇਨ ਬਾਣੀ ਆਫ ਗੁਰੂ ਗੋਬਿੰਦ ਸਿੰਘ ਜੀ ਐਸ ਕੰਪਲੀਟ ਗੁਰੂ, ਹੈਵ ਫੁੱਲ ਫੇਥ ਇਨ ਦੀ ਕੰਟੀਨਿਊਟੀ ਆਫ 10 ਗੁਰੂਸ ਸਾਹਿਬਸ ਐਂਡ ਖੰਡੇ ਬਾਟੇ ਦੀ ਪੌੜ, ਤੇ ਜੋ ਅਸੀਂ ਸਿਧਾਂਤ ਤੇ ਗੱਲ ਕੀਤੀ ਹੈ। ਤੇ ਨੰਬਰ 2 ਕ੍ਰਾਈਟੇਰੀਆ ਹੋ ਗਿਆ ਉਹ ਸਿੱਖ ਇੰਸਟੀਟਿਊਸ਼ਨ ਤੇ ਮੈਨੇਜਮੈਂਟ ਕਮੇਟੀਆਂ ਜਿਨ੍ਹਾਂ ਦਾ ਐਡਮਿਨਿਸਟ੍ਰੇਟਿਵ ਸਟਰਕਚਰ ਜਾਂ ਜਿਹਨਾਂ ਨੂੰ ਚੁਣਨ ਦਾ, ਪ੍ਰਧਾਨ ਚੁਣਨ ਦਾ ਜਿਹੜੀ ਪ੍ਰਕਿਰਿਆ, ਉਹ ਉੱਥੇ ਦੇ ਨਾਲ ਜੁੜੀ ਹੋਈ ਸਿੱਖ ਸੰਗਤ ਦੇ ਕੰਟਰੋਲ ਵਿੱਚ ਹੈਗੀ ਹੈ। ਤੇ ਔਰ ਉਹ ਇੱਕ ਕੋਈ ਡਿਫਾਈਨਡ ਰੂਲਸ ਦੇ ਅਕੋਰਡਿੰਗ ਹੋ ਰਿਹਾ, ਵਿਦਆਊਟ ਐਨੀ ਪੋਲੀਟੀਕਲ ਇੰਟਰਫੇਰੈਂਸ। ਤੇ ਉਹ ਜਿਹੜੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੀਆਂ, ਤੇ ਰਜਿਸਟਰ ਕਰਾਉਣ ਤੋਂ ਬਾਅਦ ਆਪਣੀ ਨੋਮੀਨੇਸ਼ਨਸ ਉਹ ਭੇਜ ਸਕਦੀਆਂ। ਤੇ ਉਹ ਸੋ ਜਿਹੜੀ ਇੱਕ ਹਰ ਜਿਹੜਾ ਸਿੱਖ ਆਰਗੇਨਾਈਜੇਸ਼ਨ ਜਿਹੜਾ ਇੱਕ ਨੋਮੀਨੇਸ਼ਨ ਜਾਂ ਇੱਕ ਤੋਂ ਵੱਧ ਨੋਮੀਨੇਸ਼ਨ, ਪਰ ਆਪਣੇ ਰੀਜਨ ਦਾ, ਜਿਵੇਂ ਕੋਈ ਸਿੱਖ ਸੰਸਥਾ ਜਿਵੇਂ ਜਲੰਧਰ ਦੀ ਹੈ, ਉਹ ਜਲੰਧਰ ਤੋਂ ਆਪਣੀ ਨੋਮੀਨੇਸ਼ਨਸ ਭੇਜੇ, ਸੋ ਆਪਣੇ ਰੀਜਨ ਤੋਂ, ਔਰ ਉਹ ਡਿਫਾਈਨ ਕਰੇ ਕਿ ਵੀ ਇਹ ਇੱਕ ਤੇ ਇਹ ਰੀਜਨ ਤੋਂ ਹੈ ਔਰ ਕਿਸ ਖਿੱਤੇ ਤੋਂ ਹੈ, ਮੈਨੂੰ ਕਿਉਂ ਭੇਜ ਰਹੇ, ਕਿਉਂਕਿ ਇਸ ਫੀਲਡ ਵਿੱਚ ਐਕਸਪਰਟਾਈਜ਼ ਹੈ ਔਰ ਇਹਦੇ ਜਿਹੜਾ
ਯੋਗਦਾਨ ਪਾ ਰਿਹਾ ਸਿੱਖ ਸਮਾਜ ਦੇ ਵਿੱਚ। ਤੇ ਜਿਹੜੀਆਂ ਕੋਈ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਜਿੱਥੇ ਰਜਿਸਟਰਡ ਆਫਿਸ ਹੈ, ਉਹਨਾਂ ਨੂੰ ਉੱਥੋਂ ਤੋਂ ਮੰਨਿਆ ਜਾ ਸਕਦਾ ਕਿ ਇਹ ਉੱਥੋਂ ਆਪਣੇ ਰਿਪਰੈਜ਼ੈਂਟੇਟਿਵਸ ਭੇਜ ਸਕਦੇ ਨੇ। ਸੋ ਇਹ ਜਿਹੜੀਆਂ ਸਿੱਖ ਸੰਸਥਾਵਾਂ ਜਿਹਨਾਂ ਨੇ ਰਜਿਸਟਰ ਕੀਤਾ, ਇਹਨਾਂ ਨੇ ਫਰਦਰ ਜਿਹੜੇ ਆਪਣੇ ਨੋਮੀਨੇਸ਼ਨਸ ਭੇਜਣੇ ਨੇ, ਉਹ ਕਿਹੋ ਜਿਹੇ ਰਿਪਰੈਜ਼ੈਂਟੇਟਿਵਸ ਭੇਜਣਗੇ। ਅਗੇਨ ਉਹ ਹੋਣ ਉਹ ਸਿੰਘ ਤੇ ਸਿੰਘਣੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਦੀਆਂ ਨੇ ਤੇ ਹੈਵ ਫੇਥ ਔਰ 10 ਗੁਰੂ ਸਾਹਿਬਾਨ ਦੀ ਨਿਰੰਤਰਤਾ ਦੇ ਵਿੱਚ ਵਿਸ਼ਵਾਸ ਰੱਖਦੀਆਂ ਨੇ, ਤੇ ਜਿਨ੍ਹਾਂ ਨੇ ਆਪ ਖੰਡੇ ਬਾਟੇ ਦੀ ਪਹੁਲ ਲਿੱਤੀ ਹੋਈ। ਤੇ ਨੰਬਰ 2, ਇਹ ਜਿਹੜਾ ਹੈ ਇਹ ਆਪਣਾ ਉਹ ਸਿੱਖ ਸੰਸਥਾ ਹੀ ਉਹਨਾਂ ਨੂੰ ਨੁਮਾਇੰਦਗੀ ਕਰੇਗੀ, ਜਿਸ ਤਰ੍ਹਾਂ ਟੇਬਲ 1 ਦੇ ਵਿੱਚ ਅਸੀਂ ਮੈਂਸ਼ਨ ਕੀਤਾ, ਆਪਣੇ ਰੀਜਨ ਨੂੰ ਰਿਪਰੈਜ਼ੈਂਟ ਜਿਵੇਂ ਕਰ ਰਹੇ ਨੇ। ਤੇ ਸੋ ਉਹ ਜਿਹੜੀ ਇਹ ਜਿਹੜਾ ਨੁਮਾਇੰਦਾ, ਉਹਨਾਂ ਕੋਲ ਕੋਈ ਨਾ ਕੋਈ ਜਿਹੜਾ ਐਕਸਪਰਟਾਈਜ਼ ਹੈ, ਕੋਈ ਸਕਿੱਲ ਸੈਟ ਹੈ, ਉਹ ਹੋਣਾ ਚਾਹੀਦਾ, ਜੋ ਟੇਬਲ 2 ਦੇ ਵਿੱਚ ਅਸੀਂ ਡਿਫਾਈਨ ਕੀਤਾ। ਤੇ ਔਰ ਉਹ ਆਪ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਹਿੱਸਾ ਦੇ ਨਾਲ ਸਿੱਧਾ ਜੁੜਿਆ ਨਾ ਹੋਵੇ। ਤੇ ਔਰ ਫਿਰ ਐਲੀਜੀਬਿਲਿਟੀ ਫॉर ਆਲ ਨੋਮੀਨੇਸ਼ਨਸ ਵਿਲ ਬੀ, ਔਰ ਇਹ ਜਿਹੜੇ ਇੱਕ ਵਾਰੀ ਆ ਜਾਣਗੇ, ਇਹਨਾਂ ਦੀ ਜਿਹੜੀ ਐਲੀਜੀਬਿਲਿਟੀ ਹੈ, ਜਿਹੜੇ 5 ਪਿਆਰੇ ਹੋਣਗੇ ਉਹ ਚੁਣਨਗੇ, ਉਹ ਦੇਖਣਗੇ, ਚਾਹੇ ਉਹ ਸੰਸਥਾ ਨੂੰ ਦੇਖਣਾ ਤੇ ਚਾਹੇ ਉਹਨੂੰ ਇਹਨਾਂ ਨੂੰ ਰਿਪਰੈਜ਼ੈਂਟੇਟਿਵਸ ਨੂੰ ਅਪਰੂਵ ਕਰਨਾ, ਉਹ ਜਿਹੜੇ 5 ਪਿਆਰੇ ਉਹ ਕਰਨਗੇ। ਸੋ ਉਹ ਕਿਵੇਂ ਕਰਨਗੇ, ਉਹਦੇ ਵਾਸਤੇ ਜਿਹੜੀ ਟਾਈਮ ਲਾਈਨਸ ਦੇ ਵਾਸਤੇ ਇੱਕ ਜਿਹੜਾ ਟੇਬਲ ਨੰਬਰ 6 ਹੈ, ਉਹ ਹੈ ਜਿਸ ਤਰ੍ਹਾਂ ਕਿ ਜੀ ਹੁਣ ਅਸੀਂ ਇਸ ਸਮੇਂ ਲੈਟਸ ਸੇ ਅਗਰ ਅਸੀਂ ਟਾਰਗੇਟ ਰੱਖ ਰਹੇ ਹਾਂ ਕਿ ਅਸੀਂ ਅਗਲੀ ਵਿਸਾਖੀ ਤੇ, ਯਾਨੀ ਕਿ ਈਅਰ 1 ਜਿਹੜਾ ਅਗਲੀ ਵਿਸਾਖੀ 2000 ਪਹਿਲੀ ਚੇਤ 14 ਮਾਰਚ 2025 ਤੋਂ ਅਸੀਂ ਸਰਬੱਤ ਖਾਲਸਾ ਸ਼ੁਰੂ ਕਰਨਾ, ਤੇ ਇਹ ਈਅਰ ਹੋ ਗਿਆ ਈਅਰ -1। ਤੇ ਅੱਜ ਜਿਵੇਂ ਫੈਬਰਰੀ 'ਚ ਬੈਠੇ ਹਾਂ, ਤੇ ਅਸੀਂ ਹੁਣ ਅਗਲੀ ਵਿਸਾਖੀ ਤੱਕ ਇਹ ਕੀਤਾ ਜਾ ਸਕਦਾ ਹੈ ਕਿ ਇੱਕ ਵੋਲੰਟੀਅਰਸ ਦੀ ਜਿਹੜੀ ਵਰਕਿੰਗ ਕਮੇਟੀ ਹਜੇ, ਤੇ ਕਿਉਂਕਿ ਅਜੇ ਰਿਪਰੈਜ਼ੈਂਟੇਟਿਵਸ ਹੋਏ ਨਹੀਂ, ਇੱਕ ਸਾਨੂੰ ਕਸਟੋਡੀਅਨਸ ਟੂ ਸਟਾਰਟ ਦਾ ਪ੍ਰੋਸੈਸ ਚਾਹੀਦੇ ਨੇ, ਜਿਹੜੇ ਇਸ ਨੂੰ ਸਟਾਰਟ ਕਰਨ ਵਾਸਤੇ ਅਰਾਊਂਡ 25 ਕਮੇਟੀ ਦੇ ਬੰਦੇ, ਉਹ 25 ਆਪਣੇ ਵਿੱਚੋਂ ਹੀ ਜਿਹੜੇ ਨੇ ਉਹ 5 ਐਕਟਿੰਗ 5 ਪਿਆਰੇ, ਕਿਉਂਕਿ ਜਦੋਂ ਤੱਕ ਅਜੇ ਸ਼ੁਰੂ ਨਹੀਂ ਹੋਇਆ, ਉਹ ਪ੍ਰੋਸੈਸ ਨੂੰ ਪ੍ਰੋਪਰ ਕਰਨਾ। ਸੋ ਉਹਦੇ ਵਾਸਤੇ ਉਹ ਕੀ ਕਰਨਾ ਜੀ, ਕਿ ਵੀ ਇੱਕ ਵਾਰੀ ਚੁਣੇ ਗਏ ਤੇ ਇਹ ਜਿਹੜਾ ਜਿਵੇਂ ਮੈਂ ਤੇ ਜਸਟ ਡੈਮੋਨਸਟ੍ਰੇਸ਼ਨ ਦਿੱਤੀ ਹੈ, ਵਾਂਸ ਅਗੇਨ ਉਹ ਸਾਰੇ ਬੈਠ ਕੇ ਇਹਨੂੰ ਵਿਚਾਰ ਵਟਾਂਦਰਾ ਕਰ ਸਕਦੇ ਨੇ। ਇਹ ਜੋ ਗੱਲ ਮੈਂ ਕੀਤੀ ਇਹਨੂੰ ਪੂਰਾ ਖਾਰਿਜ ਕਰ ਸਕਦੇ ਨੇ ਜਿਵੇਂ ਕਰਨਾ, ਪਰ ਇੱਕ ਬਣਾ ਸਕਦੇ ਅਸੀਂ ਪਲਾਨ ਕਿ ਅਸੀਂ ਇਹਨੂੰ ਫਾਈਨਲਾਈਜ਼ ਦੇ ਰੂਪ ਦੇ ਸਕਦੇ ਕਿ ਵੀ ਕੀ ਇਹਦੇ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਸ਼ੁਰੂ ਕਰਨਾ। ਸੋ ਉਹ ਵਰਕਿੰਗ ਕਮੇਟੀ ਬਣੇ, ਉਹ ਫਿਰ ਅੱਗੇ ਉਹ ਜਦੋਂ ਫਾਈਨਲ ਕਰਤਾ ਪੂਰਾ ਰੂਲਸ ਰੈਗੂਲੇਸ਼ਨਸ, ਉਹ ਫਿਰ ਅੱਗੋਂ ਅਸੀਂ ਵੋਲੰਟੀਅਰ ਜਿਹੜੀ ਹੈ ਉਹ ਤਿਆਰ ਕਰਨੇ, ਜਿਹਨੂੰ ਕਹਿੰਦੇ ਨੇ ਟ੍ਰੇਨ ਦਾ ਟ੍ਰੇਨਰ, ਕਿ ਵੀ ਜਿਨ੍ਹਾਂ ਨੇ ਅੱਗੇ ਜ਼ਮੀਨ ਤੇ ਜਾ ਕੇ, ਕਿਉਂਕਿ ਇਹ ਗੱਲ ਇਹ ਨਾ ਲੱਗੇ ਕਿ ਵੀ ਇਹ ਸਿਰਫ ਵੈਬਸਾਈਟ ਤੇ ਹੋ ਰਿਹਾ ਕੰਮ, ਇਸ ਤਰ੍ਹਾਂ ਨਹੀਂ ਹੈ। ਅਲਟੀਮੇਟਲੀ ਤਾਂ ਜ਼ਮੀਨ ਤੇ ਹੀ ਹੋਣਾ, ਕਿਉਂਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਜੁੜਨਾ ਹੈ ਵੈਬਸਾਈਟ ਦੇ ਇਸ ਲਈ ਜ਼ਰੂਰੀ ਹੈ ਕਿ ਟਰਾਂਸਪੇਰੈਂਸੀ ਬੜੀ ਜ਼ਰੂਰੀ ਹੈ। ਸੋ ਟਰਾਂਸਪੇਰੈਂਸੀ ਲਿਆਉਣ ਦੇ ਵਾਸਤੇ ਇਹ ਜੋ ਚੀਜ਼ ਹੈ, ਇੱਥੇ ਹਰ ਚੀਜ਼ ਵਿਜ਼ੀਬਲ ਹੋਏਗੀ, ਕੰਮ ਤੇ ਸਾਰਾ ਜ਼ਮੀਨ ਤੇ ਹੀ ਹੋਣਾ। ਤੇ ਉਹ ਜਿਹੜੇ ਵੋਲੰਟੀਅਰ ਜਿਹੜੇ ਆਲਰੇਡੀ ਜਿਨ੍ਹਾਂ ਨੂੰ ਸਾਰਾ ਸਮਝਾਤਾ ਗਿਆ, ਉਹ ਸਿੱਖ ਸੰਸਥਾਵਾਂ ਕੋਲ ਜਾ ਕੇ ਉਹਨਾਂ ਨੂੰ ਰਜਿਸਟਰ ਕਰਵਾਉਣ ਕਿ ਤੁਸੀਂ ਸਰਬੱਤ ਖਾਲਸਾ ਦੇ ਨਾਲ ਰਜਿਸਟਰ ਹੋ। ਰਜਿਸਟਰ ਕਰਾਉਣ ਤੋਂ ਬਾਅਦ ਜੋ ਹੈ, ਜਿਸ ਤਰ੍ਹਾਂ ਲੈਟਸ ਸੇ 1 ਦਸੰਬਰ 2024 ਤੱਕ ਜਿਨ੍ਹਾਂ ਨੇ ਰਜਿਸਟਰ ਕਰਾ ਲਿਆ ਆਪਣਿਆਂ ਨੂੰ, ਉਹ ਫਿਰ ਇੱਕ ਵਾਰੀ 5 ਪਿਆਰੇ ਜਿਹੜੇ ਐਕਟਿੰਗ 5 ਪਿਆਰੇ ਨੇ, ਯਾਨੀ ਕਿ ਕਸਟੋਡੀਅਨਸ ਨੇ, ਉਹ ਇੱਕ ਵਾਰੀ ਟੇਬਲ 1 ਤੇ ਅਕੋਰਡਿੰਗਲੀ ਉਹ ਫਾਈਨਲ ਕਰਕੇ ਅਪਰੂਵ ਕਰਨਗੇ। ਤੇ ਅਗੇਨ ਦੈਨ ਦੇ ਕੈਨ ਸੈਂਡ देयर ਨੋਮ। ਉਸ ਤੋਂ ਬਾਅਦ ਜਿਹੜੇ ਅਪਰੂਵ ਹੋ ਚੁੱਕੀਆਂ ਨੇ ਸੰਸਥਾਵਾਂ, ਉਹ ਜਿਹੜੀਆਂ ਨੇ ਆਪਣੇ ਰਿਪਰੈਜ਼ੈਂਟੇਟਿਵਸ ਜਿਹੜੇ ਨੇ ਉਹ ਭੇਜਣ। ਤੇ ਇਸ ਤਰੀਕੇ ਨਾਲ ਜੋ ਹੈ ਅਸੀਂ ਵੀ ਕੈਨ ਸੇ ਕਿ ਵੀ ਵੀ ਕੈਨ ਸਟਾਰਟ ਈਅਰ 1 ਆਫ ਸਰਬੱਤ ਖਾਲਸਾ, ਜਿਹਨੂੰ 14 ਮਾਰਚ ਨੂੰ ਅਗਲੇ ਸਾਲ ਵਿਸਾਖੀ ਤੇ ਵੀ ਕੈਨ ਸੇ ਕਿ ਵੀ ਉਸ ਸਮੇਂ ਜਦੋਂ ਸਾਰੇ ਆ ਗਏ, ਅਸੀਂ ਵੀ ਕੈਨ ਸੇ ਕਿ ਸਰਬੱਤ ਖਾਲਸਾ, ਪਹਿਲਾ ਸਰਬੱਤ ਖਾਲਸਾ ਜਿਹੜਾ ਉਹ ਫਾਰਮ ਹੋ ਗਿਆ।
ਤੇ ਇਸ ਤੋਂ ਬਾਅਦ ਫਿਰ ਉਹ ਹੁਣ ਕਿਉਂਕਿ ਇਹ ਪ੍ਰੋਪਰ ਸਰਬੱਤ ਖਾਲਸਾ, ਉਹ ਜਿਹੜੇ ਪੰਜ ਪਿਆਰੇ ਇੱਥੋਂ ਜਿਹੜੀ ਅਪਰੂਵਿੰਗ ਅਥਾਰਟੀ ਹੈ ਜੋ ਕਿ ਪੰਜ ਪਿਆਰੇ ਨੇ, ਉਹਨਾਂ ਦੀ ਕੀ ਹੈ ਕਿ ਜਿਹੜਾ ਪੰਜ ਪਿਆਰੇ ਇੱਕ ਵਾਰੀ ਚੁਣੇ ਜਾਣ, ਉਹ ਦੁਬਾਰਾ ਨਹੀਂ ਚੁਣੇ ਜਾ ਸਕਦੇ, ਕਿਉਂਕਿ ਦੇ ਆਰ ਦ ਅਪਰੂਵਿੰਗ ਅਥਾਰਟੀ। ਤੇ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਕੁਝ ਇਹੋ ਜਿਹਾ ਅਪਰੂਵ ਕਰ ਰਹੇ ਨੇ ਜਿਹਦਾ ਬਾਅਦ ਵਿੱਚ ਉਹਨਾਂ ਨੂੰ ਕੋਈ ਫਾਇਦਾ ਹੋਏ, ਜਸਟ ਟੂ ਰਿਮੂਵ ਕਿਸੇ ਵੀ ਤਰੀਕੇ ਨਾਲ, ਕਿਉਂਕਿ ਮੈਂ ਕਿਹਾ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਸੋ ਇਹੋ ਜਿਹੇ ਜਿਹੜੇ ਨੇ ਸਾਨੂੰ ਉਹ ਰੂਲਸ ਰੈਗੂਲੇਸ਼ਨ ਲਿਆਉਣੇ ਪੈਣਗੇ, ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਵੀ ਇਹਨਾਂ ਨੇ ਕੌਨਫਲਿਕਟ ਆਫ ਇੰਟਰਸਟ ਸੀਗਾ ਤਾਂ ਇਹ ਚੀਜ਼ ਅਪਰੂਵ ਜਾਂ ਰਿਜੈਕਟ ਕੀਤੀ ਹੈ। ਤੇ ਇਹ ਜੋ ਨੇ ਜੀ ਇਹਨਾਂ ਵਿੱਚੋਂ ਵਰਕਿੰਗ ਕਮੇਟੀ ਦੇ ਵਿੱਚੋਂ ਪੰਜ ਪਿਆਰੇ ਚੁਣੇ ਜਾਣਗੇ। ਸੋ ਪਹਿਲੇ ਪੰਜ ਪਿਆਰੇ ਚੁਣੇ ਗਏ ਲੈਟਸ ਸੇ 14 ਅਪ੍ਰੈਲ ਵਿਸਾਖੀ ਵਾਲੇ ਦਿਨ, ਤੇ ਇੱਥੋਂ ਪਹਿਲਾ ਸਰਬੱਤ ਖਾਲਸਾ ਦਾ ਪ੍ਰੋਸੈਸ ਕੰਪਲੀਟ ਹੋ ਗਿਆ। ਸੋ ਇਹ ਹੁਣ ਨਾਰਮਲ ਇਹਨਾਂ ਨੇ ਕਿਸ ਤਰੀਕੇ ਨਾਲ ਸਿੱਖ ਇਸ਼ੂਜ਼ ਨੂੰ ਡੀਲ ਕਰਨਾ ਹੈ, ਕਿਉਂਕਿ ਕਿ ਹੁਣ ਪੂਰੀ ਇੱਕ ਵਰਲਡ ਲੈਵਲ ਤੇ ਇਹੋ ਜਿਹੀ ਇੱਕ ਸੰਸਥਾ ਬਣ ਸਕਦੀ ਹੈ ਜੋ ਕਿ ਸਿੱਖ ਸੰਸਥਾਵਾਂ ਜਿਹੜੀਆਂ ਜੁੜੀਆਂ ਨੇ ਉਹਨਾਂ ਦੇ ਥਰੂ। ਸੋ ਓਬਵੀਅਸਲੀ ਇਹਦੀ ਇੱਕ ਆਵਾਜ਼, ਇਹਦੀ ਇੱਕ ਆਪਣੀ ਜਗ੍ਹਾ ਹੋਏਗੀ। ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਆਲਰੇਡੀ ਇੱਕ ਲਾਈਨ ਖਿੱਚੀ ਗਈ ਹੈ SGPC ਦੇ ਸਾਹਮਣੇ, ਇੱਕ ਲੰਬੀ ਲਾਈਨ ਖਿੱਚੀ ਜਾਏਗੀ। ਤੇ ਫਿਰ ਉਸ ਤੋਂ ਬਾਅਦ ਕਿਉਂਕਿ ਐਜ਼ ਆਈ ਮੈਂਸ਼ਨਡ ਕਿ ਵੀ ਜਿਹੜਾ ਕੰਟੀਨਿਊਸ ਇੰਪਰੂਵਮੈਂਟ ਇਹਦਾ ਪਾਰਟ ਹੈ। ਸੋ ਜਿਹੜਾ ਵੀ ਸਰਬੱਤ ਖਾਲਸਾ ਜਿਵੇਂ ਈਅਰ 4 ਆਪਣਾ ਫਾਈਨਲ ਈਅਰ ਦੇ ਵਿੱਚ ਉਹ ਇੰਟਰੋਸਪੈਕਟ ਕਰੇ ਕਿ ਕੀ ਕੁਝ ਹੋਇਆ, ਕਿਸ ਤਰ੍ਹਾਂ ਅਸੀਂ ਹੋਰ ਇੰਪਰੂਵ ਕਰ ਸਕਦੇ ਹਾਂ, ਉਹ ਪ੍ਰਪੋਜ਼ਲਸ ਰੱਖੇ। ਔਰ ਪ੍ਰਪੋਜ਼ਲ ਜਿਹੜੀਆਂ ਨੇ ਉਹ ਜਿਵੇਂ ਉਹ ਨੈਕਸਟ ਸਰਬੱਤ ਖਾਲਸਾ ਦੇ ਪੰਜ ਪਿਆਰੇ ਅਪਰੂਵ ਕਰਨ। ਉਹ ਇਹ ਵੇਲੇ ਪੰਜ ਪਿਆਰੇ ਜਿਹੜੇ ਨੇ ਉਹ ਅਪਰੂਵ ਨਹੀਂ ਕਰ ਸਕਦੇ, ਕਿਉਂਕਿ ਉਹ ਆਪ ਹੀ ਪ੍ਰਪੋਜ਼ਲ ਦੇ ਕੇ ਆਪ ਹੀ ਅਪਰੂਵਲ ਕਰਨਾ, ਤੇ ਉਹ ਫਿਰ ਉਹਦੇ ਅੰਦਰ ਕੌਨਫਲਿਕਟ ਆਫ ਇੰਟਰਸਟ ਹੋ ਸਕਦਾ। ਸੋ ਈਅਰ 4 ਦੇ ਵਿੱਚ, ਲਾਸਟ ਈਅਰ ਦੇ ਵਿੱਚ ਜਿਹੜਾ ਉਹ ਆਪਣੀਆਂ ਜਿਹੜੀਆਂ ਨੇ ਸੁਝਾਅ ਕਿਵੇਂ ਹੋਰ ਫਰਦਰ ਇੰਪਰੂਵ ਕੀਤਾ ਜਾ ਸਕਦਾ ਉਹ ਦੇਣ। ਤੇ ਜਦੋਂ ਨੈਕਸਟ 6ਵੇਂ ਸਾਲ ਦੇ ਵਿੱਚ ਜਦੋਂ ਫਿਰ ਸਰਬੱਤ ਖਾਲਸਾ 2 ਚੁਣਿਆ ਗਿਆ ਸੇਮ ਪ੍ਰੋਸੀਜਰ ਦੇ ਥਰੂ, ਤੇ ਉਹ ਫਿਰ ਆਪਣੇ ਦੇ ਕੈਨ ਗੋ ਥਰੂ, ਔਰ ਉਹਦੇ ਅੰਦਰ ਉਹਨੂੰ ਅਪਰੂਵ ਕਰਨਾ, ਉਹਨੂੰ ਦੁਬਾਰਾ ਰਿਵਿਊ ਕਰਨਾ, ਉਹ ਪੰਜ ਪਿਆਰੇ 2 ਜਿਹੜੇ ਨੇ ਉਹ ਕਰਨਗੇ। ਤੇ ਇਸ ਤਰੀਕੇ ਨਾਲ ਇਹ ਅਸੀਂ ਕਹਿ ਸਕਦੇ ਹਾਂ ਕਿ ਫਿਰ ਇਸ ਤਰੀਕੇ ਨਾਲ ਨਿਰੰਤਰ ਆਟੋ ਮੋਡ ਦੇ ਉੱਤੇ ਚੱਲਦਾ ਜਾ ਸਕਦਾ। ਸੋ ਮੇਰੀ ਇੰਨੀ ਹੀ ਸੀਗੀ ਜੀ ਅੱਜ ਦੀ ਪ੍ਰੈਜੈਂਟੇਸ਼ਨ। ਤੇ ਮੇਰੇ 2 ਨੁਕਤੇ ਜਿਹੜੇ ਨੇ ਉਹ ਮੇਨ ਨੇ। ਉਹ ਇਹ ਹੈ ਜੀ ਕਿ ਨੰਬਰ 1 ਕਿ ਸਿੱਖ ਸੰਸਥਾ ਦੇ ਵਾਸਤੇ ਸਾਨੂੰ ਇਹੋ ਜਿਹੀ ਸੰਸਥਾ ਜਿਹੜੀ ਚਾਹੀਦੀ, ਜਿਹੜੀ ਅੰਬਰੇਲਾ ਸੰਸਥਾ ਸਿਮਤੇ ਹੋਏ, ਜੋ ਕਿਸੇ ਦੇਸ਼ ਸਥਾਨ ਦੇ ਨਾਲ ਬੱਝੀ ਨਾ ਹੋਵੇ। ਅਗਰ ਇਹ ਹੋਏਗੀ ਤੇ ਅਸੀਂ ਕਦੀ ਵੀ ਉਹਨੂੰ ਮੁਕਤ ਕਰਾਉਣ ਵਾਲੀ ਗੱਲਾਂ ਜਿਹੜੀਆਂ ਨੇ ਉਹ ਅਸੀਂ ਨਹੀਂ ਅਜ਼ਿਊਮ ਕਰ ਸਕਦੇ, ਉਹ ਹੋਣਗੀਆਂ ਹੀ ਨਹੀਂ। ਉਹ ਹਮੇਸ਼ਾ ਹੀ ਗੁਰੂ ਸਾਹਿਬ ਨੇ, ਜਦੋਂ ਸਭ ਤੋਂ ਵੱਡੀ ਗੱਲ, ਜਦੋਂ ਗੁਰੂ ਸਾਹਿਬ ਨੇ ਆਪ ਡੈਮੋਨਸਟ੍ਰੇਟ ਕਰਕੇ ਦਿਖਾਇਆ, ਫਿਰ ਵੀ ਅਸੀਂ ਅਗਰ ਅਸੀਂ ਨਹੀਂ ਸਮਝ ਰਹੇ ਤੇ ਇਹ ਇੱਕ ਸਮਝਣ ਵਾਲੀ ਗੱਲ ਹੈ। ਤੇ ਦੂਜੀ ਗੱਲ ਜਿਹੜੀ ਹੈ ਕਿ ਇੱਕ ਇਹੋ ਜਿਹੀ ਸੰਸਥਾ ਜਿਹੜੀ ਇਹੋ ਜਿਹੇ 4 ਪਿਲਰਸ ਤੇ ਆਧਾਰਿਤ ਹੋਏ, ਜਿਹਦੇ ਵਿੱਚੋਂ ਸਿਧਾਂਤ, ਟਰਾਂਸਪੇਰੈਂਸੀ ਤੇ ਇੱਕ ਵਾਰੀ I'll read it again. ਨਿਰੰਤਰ ਸੁਧਾਰ ਹਾਂਜੀ, ਤੇ ਯੈਸ, ਤੇ ਦੂਸਰਾ ਰਿਪਰੈਜ਼ੈਂਟੇਸ਼ਨ, ਟਰੂ ਰਿਪਰੈਜ਼ੈਂਟੇਸ਼ਨ। ਹਾਂਜੀ। ਇਹ 2 ਨੁਕਤੇ ਨੇ ਜੀ। ਬਾਕੀ ਜਿਹੜੀ ਇਨ ਬਿਟਵੀਨ ਜਿਹੜੀਆਂ ਤੁਹਾਨੂੰ ਲੱਗ ਰਿਹਾ ਨਹੀਂ ਏਦਾਂ ਨਹੀਂ ਏਦਾਂ, ਉਹ ਤੇ ਗੱਲਾਂ ਮੈਂ ਜਿਸ ਤਰ੍ਹਾਂ ਇਟਸ ਅ ਡੈਮੋਨਸਟ੍ਰੇਸ਼ਨ, ਤੇ ਇਹਦੇ ਉੱਤੇ ਸੁਧਾਰ ਦੇ ਬਹੁਤ ਗੁੰਜਾਇਸ਼ ਹੈਗੀਆਂ ਨੇ। ਟੇਬਲਸ ਦੇ ਵਿੱਚ ਇਹ ਉਹ ਬਹੁਤ ਗੁੰਜਾਇਸ਼ ਨੇ। ਸੋ ਉਹਦੇ ਪਰ ਨੁਕਤੇ ਜਿਹੜੇ ਨੇ ਉਹ 2 ਇਹ ਨੇ। ਸੋ ਇੰਨਾ ਹੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਪ੍ਰੀਤ ਸਿੰਘ ਜੀ, ਜਿਹੜਾ ਕੁਝ ਤੁਸੀਂ ਅੱਜ ਕਿਹਾ ਹੈ, ਇਹ ਇੱਕ ਆਰਡੀਨਰੀ ਬੰਦੇ ਦੀ ਇਮੇਜਿਨੇਸ਼ਨ ਤੋਂ ਉੱਪਰ ਹੈ। ਪਰਮਾਤਮਾ ਨੇ ਤੁਹਾਨੂੰ ਇੰਨੀ ਸੂਝ-ਬੂਝ ਬਖਸ਼ੀ ਹੈ ਕਿ you could think of something which never existed, especially in Sikh people, and to even think about that idea and then present it in a very ਜਿਵੇਂ ਕਹਿੰਦੇ ਨਾ controlled way or very organized way is more than what an ordinary person can think of। ਤੇ ਉਹਦੇ ਵਾਸਤੇ ਮੈਂ ਤੁਹਾਨੂੰ ਵਧਾਈ ਦਿੰਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਜੋ ਕੁਝ ਤੁਸੀਂ ਕਿਹਾ ਉਹ 100% ਕਰੈਕਟ ਹੈ, ਕਿਉਂਕਿ ਕੋਈ ਇਨਸਾਨ ਵੀ ਪੂਰਾ ਨਹੀਂ ਹੋ ਸਕਦਾ,
ਪਰ ਜੋ ਤੁਸੀਂ ਨਵਾਂ ਆਈਡੀਆ ਲੈ ਕੇ ਆਏ ਹੋ which is consistent with the Sikh philosophy, ਮੈਨੂੰ ਲੱਗਦਾ ਹੈ ਇਹ ਆਪਣੇ ਆਪ ਵਿੱਚ ਹੀ ਇੱਕ ਬੜੀ ਭਾਰੀ ਅਚੀਵਮੈਂਟ ਹੈ। Whether it works or not, or whether people accept it or not, that's a secondary issue on which we have no control. But I once again congratulate you and really applaud you for thinking ahead and coming out with an idea. At least ਤੁਸੀਂ ਇੱਕ guideline ਦਾ ਇੱਕ ਨਕਸ਼ਾ ਜਿਹਾ ਡਰਾ ਕਰਤਾ ਹੈ, which is for the people to decide as to how they are able to fulfill those guidelines. But I thank you once again for a very provocative and very revolutionary idea. ਪਰਮਾਤਮਾ ਸੁਖ ਕਰੇ ਤੇ ਤੁਹਾਡੀਆਂ ਜਿਹੜੀਆਂ ਇਹ ਕੀਤੀਆਂ ਹੋਈਆਂ ਗੱਲਾਂ ਉਹ ਤੇ ਫੁੱਲ ਚੜਨ ਤੇ ਆਪਾਂ ਇਸ ਨੂੰ ਡਿਸਕਸ ਕਰ ਸਕੀਏ ਤੇ ਅੱਗੇ ਤੇ ਵੱਧ ਸਕੀਏ। ਤੇ ਮਨ ਬੜੇ ਮੈਂ ਹੱਥ ਖੜੇ ਦੇਖਦਾ ਕਿ ਆਓ ਇਹਨਾਂ ਬਾਕੀ ਗੁਰਮੁਖ ਪਿਆਰਿਆਂ ਦੇ ਵਿਚਾਰ ਸੁਣੀਏ, ਕੁਝ ਮੋਡੀਫਿਕੇਸ਼ਨ, ਕੁਝ ਵਿਚਾਰ, ਕੁਝ ਨਵੀਆਂ ਚੀਜ਼ਾਂ ਸੋਚ ਸਕੀਏ। ਸਰਦਾਰ ਗੁਰਚਰਨ ਸਿੰਘ ਜੀ ਤੁਸੀਂ ਗੱਲ ਕਰੋ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਡਾਕਟਰ ਜਸਵੰਤ ਸਿੰਘ ਜੀ ਨੇ ਕਿਹਾ ਵੀ ਜੀ ਨੇ ਗੁਰਬੀਰ ਸਿੰਘ ਨੇ ਇੱਕ ਕਮਾਲ ਦੀ ਬਹੁਤ ਖੂਬਸੂਰਤ ਜਿਹੜੀ ਹੈ ਇੱਕ ਪ੍ਰੋਜੈਕਟ ਸਾਡੇ ਸਾਹਮਣੇ ਰੱਖਿਆ ਹੈ। ਤੇ ਇੱਕ ਗੱਲ ਜਿਹੜੀ ਬੜੀ ਮੈਨੂੰ ਚੰਗੀ ਲੱਗੀ, ਮੈਂ ਉਹਨੂੰ ਥੋੜਾ ਹੋਰ ਐਕਸਪਲੇਨ ਕਰਾਂਗਾ। ਅਕਾਲ ਤਖਤ ਕੋਈ ਬਿਲਡਿੰਗ ਨਹੀਂ ਹੈ, ਇਹ ਸਿਧਾਂਤ ਹੈ। ਜਿਵੇਂ ਇੰਦਰਾ ਗਾਂਧੀ ਨੇ ਸੋਚਿਆ ਸੀ 1984 ਦੇ ਵਿੱਚ ਵੀ ਅਕਾਲ ਤਖਤ ਢਾਹ ਦਿਓ ਤਾਂ ਸਭ ਕੁਝ ਖਤਮ ਹੋ ਜਾਏਗਾ, ਉਹ ਬਿਲਡਿੰਗ ਨਹੀਂ ਹੈ ਤਖਤ, ਇਹ ਸਿਧਾਂਤ ਹੈ ਜਿਹੜਾ ਹਮੇਸ਼ਾ ਰਹੇਗਾ। ਬਿਲਡਿੰਗ ਰਵੇ ਚਾਹੇ ਨਾ ਰਵੇ। ਫਾਰ ਐਗਜ਼ਾਮਪਲ ਇੰਡੀਅਨ ਕਨਸਟੀਟਿਊਸ਼ਨ ਅੱਜ ਜੇ ਜਿਹੜੀ ਪਾਰਲੀਮੈਂਟ ਹਾਊਸ ਦੀ ਬਿਲਡਿੰਗ ਹੈ ਜੇ ਇਹਨੂੰ ਬੰਬ ਨਾਲ ਉਡਾ ਦਿਓ ਤਾਂ ਇਹ ਜਿਹੜੀ ਹੈ ਹਿੰਦੁਸਤਾਨ ਦਾ ਜਿਹੜਾ ਰੂਲ ਹੈ ਪਾਰਲੀਮੈਂਟ ਦਾ ਉਹ ਨਹੀਂ ਖਤਮ ਹੋ ਜਾਏਗਾ। ਬਿਲਕੁਲ ਇਸੇ ਤਰ੍ਹਾਂ ਸਾਨੂੰ ਸਮਝਣਾ ਪਵੇਗਾ ਕਿ ਬਿਲਕੁਲ ਸਤਿਗੁਰੂ ਦੀ ਕਿਰਪਾ ਨਾਲ ਜਿਹੜਾ ਇਹਨਾਂ ਨੇ ਪ੍ਰੋਜੈਕਟ ਰੱਖਿਆ ਹੈ, ਮੈਂ ਉਸ ਦਾ ਇੱਕ ਪੱਖ ਉਹਦੇ ਵਿੱਚੋਂ ਆਲਰੇਡੀ 3 ਮਹੀਨੇ ਪਹਿਲਾਂ ਸ਼ੁਰੂ ਕਰ ਚੁੱਕਾ ਹਾਂ ਤੇ ਇਹ ਵੀਰ ਗੁਰਪ੍ਰੀਤ ਸਿੰਘ ਨਾਲ ਡਿਸਕਸ ਕਰ ਰਿਹਾ ਤੇ ਹੋਰ ਵੀਰਾਂ ਨਾਲ ਵੀ ਜਿਹਦੀ ਜ਼ੂਮ ਮੀਟਿੰਗ ਮੈਂ ਅਲੱਗ ਕਰ ਰਿਹਾ ਹਾਂ। ਤੇ ਸਤਿਗੁਰੂ ਕਰੇਗਾ ਇਸ ਪ੍ਰੋਜੈਕਟ ਨੂੰ ਵਿਦਿਨ ਅ ਈਅਰ ਅਸੀਂ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਔਰ ਇੱਕ ਇੱਕ ਦੇਸ਼ ਮੁਲਕ ਜਗ੍ਹਾ ਤੋਂ ਇਹ ਸਾਰਾ ਸਿਸਟਮ ਜਿਹੜਾ ਹੈ ਅੱਧ ਪਜਦਾ ਦਾਸ ਕੋਲ ਵੀ ਖਰੜਾ ਬਣਿਆ ਪਿਆ ਹੈ ਇਹਦੀ ਐਡਮਿਨਿਸਟ੍ਰੇਸ਼ਨ ਬਾਰੇ। ਤੇ ਸਤਿਗੁਰੂ ਨੇ ਚਾਹਿਆ ਤਾਂ ਤੁਹਾਡੇ ਸਾਰੇ ਵਿਦਵਾਨਾਂ ਦੀ ਮਦਦ ਦੇ ਨਾਲ ਅਸੀਂ ਇਸ ਨੂੰ ਪ੍ਰੈਕਟੀਕਲ ਕਰਕੇ ਆਪ ਜੀ ਦੇ ਸਾਹਮਣੇ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਗੁਰਪ੍ਰੀਤ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਨਹੀਂ ਜੀ, ਉਹਨਾਂ ਨੇ ਐਡ ਆਨ ਨਹੀਂ ਕੀਤਾ, ਬਿਲਕੁਲ ਮੈਂ ਸਹਿਮਤ ਹਾਂ, ਕੋਈ ਇਹੋ ਜਿਹਾ ਕੋਈ ਕੁਐਸਚਨ ਡਾਕਟਰ ਨਹੀਂ ਤਾਰਾ ਸਿੰਘ ਜੀ ਤੁਸੀਂ ਗੱਲ ਕਰੋ ਪਲੀਜ਼। ਆਇਆ। ਡਾਕਟਰ ਸਾਹਿਬ ਹਾਂਜੀ ਪਲੀਜ਼। ਹਾਂਜੀ ਮੈਨੂੰ ਕਿਹਾ ਜੀ। ਹਾਂਜੀ ਹਾਂ ਤੁਹਾਡੀ ਵਾਰੀ ਹੈ ਜੀ। ਓਕੇ ਥੈਂਕ ਯੂ ਵੈਰੀ ਮਚ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਗੁਰਪ੍ਰੀਤ ਸਿੰਘ ਜੀ ਜੋ ਤੁਸੀਂ ਕੰਮ ਕੀਤਾ ਆ ਬਹੁਤ ਸ਼ਲਾਘਾਯੋਗ ਵਾ। ਮੇਰੇ ਤੁਹਾਡੇ ਕੋਲ ਅਸਲ 'ਚ 3 ਸਵਾਲ ਨੇ। ਪਹਿਲਾ ਤਾਂ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਅਕਾਲ ਤਖਤ ਨੂੰ ਆਜ਼ਾਦ ਕਰਾਉਣਾ, ਉਹਦੀ ਹਾਲਤ ਇਸ ਵਕਤ ਇਹ ਆ ਕਿ ਉਸ ਵਿੱਚ ਆਜ਼ਾਦ ਕਰਾਉਣ ਦੀ ਹੀ ਗੱਲ ਕਰਨੀ ਪੈ ਰਹੀ ਆ, ਕਿਉਂਕਿ ਇਸ ਵਕਤ ਤੁਸੀਂ ਜੋ ਗੱਲ ਕੀਤੀ ਉਹ ਬਿਲਕੁਲ ਠੀਕ ਕੀਤੀ ਹੈ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਅਕਾਲ ਤਖਤ ਸਿਧਾਂਤ ਵਾ, ਪਰ ਇਸ ਵਕਤ ਹਾਲਤ ਇਹ ਹੋ ਚੁੱਕੀ ਹੈ ਕਿ ਜੇ ਉਹ ਅਕਾਲ ਤਖਤ ਨੂੰ ਆਜ਼ਾਦ ਕਰਾਉਣਾ, ਦੂਜਾ ਜਿਹੜਾ ਉੱਥੇ ਪੁਜਾਰੀ ਬੈਠੇ ਨੇ ਉਹਨਾਂ ਪੁਜਾਰੀਵਾਦ ਤੋਂ ਆਜ਼ਾਦ ਕਰਾਉਣਾ, ਇਹ ਦੋ ਆਜ਼ਾਦੀਆਂ ਨੇ। ਕਿਉਂਕਿ ਜਿਹੜਾ ਪੁਜਾਰੀ ਉੱਥੇ ਬੈਠੇ ਨੇ ਉਹ ਪੰਥ ਦੇ ਨਾਮ ਦੇ ਉੱਪਰ, ਗੁਰੂ ਪੰਥ ਦੇ ਨਾਮ ਦੇ ਉੱਪਰ ਹੁਕਮਨਾਮੇ ਜਾਰੀ ਕਰਕੇ ਇਹ ਕਹਿ ਦਿੰਦੇ ਨੇ ਕਿ ਫਲਾਣਾ ਬੰਦਾ ਕੀਰਤਨ ਕਰ ਸਕਦਾ, ਫਲਾਣਾ ਬੰਦਾ ਕੀਰਤਨ ਨਹੀਂ ਕਰ ਸਕਦਾ, ਫਲਾਣੇ ਨੂੰ ਛੇਕ ਦਿੱਤਾ ਫਲਾਣ। ਉਹ ਇੱਕ ਆਜ਼ਾਦ ਉਹਨਾਂ ਨੂੰ ਆਜ਼ਾਦ ਕਰਾਉਣ ਦੀ ਗੱਲ ਹੀ ਬਣਦੀ ਆ। ਇਸ ਵਾਸਤੇ ਉਸ ਨੂੰ ਕਿਸ ਤਰੀਕੇ ਨਾਲ ਆਜ਼ਾਦ ਕਰਵਾਇਆ ਜਾਏ। ਨੰਬਰ ਇਹ 2 ਸਵਾਲ ਮੇਰੇ ਨੇ ਦੋਨਾਂ ਤੋਂ। ਤੀਸਰਾ ਜਿਹੜਾ ਹੁਣ ਗੁਰਚਰਨ ਸਿੰਘ ਹੁਣਾਂ ਨੇ ਗੱਲ ਕੀਤੀ ਆ ਕਿ ਇਹ ਕੰਮ ਸ਼ੁਰੂ ਹੋ ਚੁੱਕਾ ਆ, ਮੈਂ ਸੋਚ ਇਸੇ ਬਾਰੇ ਗੱਲ ਕਰਨੀ ਸੀਗੀ ਕਿ ਇਹ ਜਿਹੜੀ ਗੱਲ ਵਾ ਇਹ ਸਿਰਫ ਇੱਕ ਲੈਕਚਰ ਦੇ ਉੱਪਰ ਨਾ ਰਹਿ ਜਾਵੇ। ਇਹਦੇ ਉੱਪਰ ਅੱਜ ਮੈਂ ਦੇਖ ਰਿਹਾ ਹਾਂ ਕਿ 78 ਬੰਦੇ ਨੇ ਇੱਥੇ ਇਸ ਵਕਤ ਆਡੀਅנס ਦੇ ਵਿੱਚ, ਤੇ ਜੇ ਇਹ 78 ਬੰਦੇ ਜਿਹੜੇ ਨੇ ਕਿਸੇ ਤਰੀਕੇ ਦੇ ਨਾਲ
ਇਹ ਕਹਿ ਕੇ ਇਹ ਫੋਰਮ ਨੂੰ ਬੰਦ ਕਰਨ ਅੱਜ ਕਿ ਇਸ ਨੂੰ ਪ੍ਰੈਕਟੀਕਲੀ ਅਸੀਂ ਕਿਸ ਤਰੀਕੇ ਦੇ ਨਾਲ ਕੰਮ ਸ਼ੁਰੂ ਕਰਨਾ ਹੈ। ਤੇ ਮੈਂ ਕਹਾਂਗਾ ਕਿ ਮੈਂ ਡਾਕਟਰ ਜਸਵੰਤ ਸਿੰਘ ਹੋਣਾ ਦਾ ਨਾਮ ਦੁਨੀਆ ਭਰ ਦੇ ਵਿੱਚ ਹਮੇਸ਼ਾ ਦੇ ਵਾਸਤੇ ਜਿੰਦਾ ਰਹਿ ਜਾਏਗਾ ਕਿ ਇਹਨਾਂ ਦੇ ਫੋਰਮ ਦੇ ਉੱਪਰੋਂ ਇਹ ਕੰਮ ਸ਼ੁਰੂ ਹੋਇਆ ਔਰ ਇਹ ਕੰਮ ਅੱਜ ਪ੍ਰਫੁੱਲਤ ਹੈ। ਇਹ ਤਿੰਨ ਚੀਜ਼ਾਂ ਨੇ ਮੇਰੇ ਉੱਪਰ, ਅਗਰ ਤੁਸੀਂ ਗੁਰਪ੍ਰੀਤ ਸਿੰਘ ਜੀ ਕੁਝ ਕਹਿ ਸਕੋ ਤਾਂ। ਹਾਂਜੀ, ਪਹਿਲੀ ਗੱਲ ਤੁਸੀਂ ਕਹੀ ਕਿ ਵੀ ਸਾਨੂੰ ਫਾਈਨਲੀ ਉਹ ਤੁਸੀਂ ਕਹਿ ਰਹੇ ਕਿ ਆਜ਼ਾਦ ਕਰਾਉਣਾ ਹੀ ਪੈਣਾ ਹੈ। ਦੇਖੋ, ਮੈਂ ਇਹ ਨਹੀਂ ਕਹਿ ਰਿਹਾ ਕਿ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਹੈ ਉਹਦਾ ਅਸੀਂ ਬਿਲਕੁਲ ਨਜ਼ਰਅੰਦਾਜ਼ ਕਰੀਏ, ਪਰ ਮੈਂ ਸਭ ਤੋਂ ਪਹਿਲੇ ਗੱਲ ਕਹੀ ਸਾਡੇ ਕੋਲ ਇੱਕ ਇਹੋ ਜਿਹੀ ਸੰਸਥਾ ਹੋਣੀ ਚਾਹੀਦੀ ਹੈ ਜਿਹੜੀ ਆਲਰੇਡੀ ਐਗਜ਼ਿਸਟਿੰਗ ਜਿਹੜੀ ਹੈ, ਜਿੱਥੋਂ ਅਸੀਂ ਫ੍ਰੀ ਕਰਾਉਣਾ, ਉਹਦੇ ਤੋਂ ਇੱਕ ਲੰਬੀ ਲਕੀਰ ਤਾਂ ਖਿੱਚਣੀ ਪਏਗੀ ਨਾ। ਜਦੋਂ ਉਸ ਤੋਂ ਲੰਬੀ ਲਕੀਰ ਖਿੱਚੀ ਗਈ ਹੈ ਉਦੋਂ ਬਾਅਦ ਅਸੀਂ ਗੱਲ ਕਰ ਸਕਦੇ ਹਾਂ ਕਿ ਵੀ ਹੁਣ ਅਸੀਂ ਇੱਥੇ ਪ੍ਰਬੰਧ ਕਿਵੇਂ ਸਹੀ ਕਰਨਾ। ਔਰ ਕੱਲ ਨੂੰ ਮੈਂ ਕਹਿੰਦਾ ਜਦੋਂ ਮੰਨ ਲਓ ਸਰਬੱਤ ਖਾਲਸਾ ਜਿਹੜਾ ਬਣਿਆ ਗਿਆ ਉਹਦੇ ਕੋਲ ਉਹ ਪ੍ਰਬੰਧ ਆ ਵੀ ਜਾਂਦਾ ਹੈ, ਉਦੋਂ ਵੀ ਇਹ ਇਨਸ਼ੋਰ ਕੀਤਾ ਜਾਣਾ ਚਾਹੀਦਾ ਕਿ ਬਈ ਅਸੀਂ ਫੇਰ ਅਕਾਲ ਤਖਤ ਤੇ ਸੀਮਤ ਨਾ ਰਹਿ ਜਾਈਏ ਕੱਲ ਨੂੰ, ਕਿਉਂਕਿ ਇਹ ਅਗਰ ਮੰਨ ਲਓ ਕੰਟਰੋਲ ਆਉਂਦਾ ਵੀ ਹੈ, ਇਹ ਹਮੇਸ਼ਾ ਟੈਂਪਰੇਰੀ ਫੇਜ਼ਸ ਹੀ ਰਹਿਣਗੀਆਂ। ਸੋ ਸਾਨੂੰ ਮੈਂ ਜਿਸ ਤਰ੍ਹਾਂ ਕਿਹਾ ਕਿ ਸਾਨੂੰ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਡੈਮੋਨਸਟ੍ਰੇਟ ਕਰਕੇ ਦਿਖਾਇਆ, ਉਹ ਆਪਣਾ ਅੱਗੇ ਚੱਲਦੇ ਗਏ, ਸੰਸਥਾਵਾਂ ਬਣਾਉਂਦੀਆਂ ਗਈਆਂ। ਉਹਨਾਂ ਨੇ ਪੁਰਾਣੀਆਂ ਸੰਸਥਾਵਾਂ ਨੂੰ ਢਾਇਆ, ਮਸੰਦਾਂ ਨੂੰ ਆਪ ਗੁਰੂ ਸਾਹਿਬ ਨੇ ਆਪ ਮਸੰਦਾਂ ਨੂੰ ਬਣਾਇਆ, ਗੁਰੂ ਸਾਹਿਬ ਨੇ ਆਪ ਹੀ ਢਾਹ ਦਿੱਤੀ। ਤੇ ਕਿਉਂਕਿ ਸਿਧਾਂਤ ਦੀ ਕਾਇਮੀ ਬੜੀ ਜ਼ਰੂਰੀ ਹੈ, ਉਹਦੇ ਵਾਸਤੇ ਜਿਹੜੀ ਹੈ ਅਸੀਂ ਇੱਕ ਪਹਿਲਾਂ ਤੇ ਲੰਬੀ ਲਕੀਰ ਖਿੱਚੀਏ ਤੇ ਕੱਲ ਨੂੰ ਜਦੋਂ ਸਾਡੇ ਕੋਲ ਇਹੋ ਜਿਹੇ ਰਾਜਨੀਤਿਕ ਹਾਲਾਤ ਹੋਣ ਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਸਿੱਖਾਂ ਦੀ ਨੁਮਾਇੰਦਗੀ ਸੰਸਥਾ ਹੈ, ਇਹਦੇ ਕੰਟਰੋਲ ਵਿੱਚ ਹੋਣੇ ਅਕਾਲ ਤਖਤ ਦਾ ਪ੍ਰਬੰਧ ਇਹ ਆਏਗਾ। ਔਰ ਜਦੋਂ ਆਏਗਾ ਵੀ ਉਦੋਂ ਵੀ ਉਹ ਪੰਜ ਪਿਆਰੇ ਉਹਦੇ ਵਾਸਤੇ ਨਾ ਹੋ ਜਾਣ ਕੱਲ, ਨਹੀਂ ਤੇ ਫਿਰ ਉਹ ਗਲਤੀ ਕਰ ਬੈਠਾਂਗੇ ਅਸੀਂ। ਸੋ ਨੰਬਰ 1 ਇਹ। ਤੇ ਨੰਬਰ 2 ਤੁਸੀਂ ਬੜੀ ਸੋਹਣੀ ਗੱਲ ਕਹੀ ਹੈ ਜੀ, ਤੇ ਮੇਰੇ ਮੂੰਹ ਦੀ ਗੱਲ ਖੋਲੀ ਕਿ ਵੀ ਇੱਥੇ ਇੰਨੇ ਬੰਦੇ ਬੈਠੇ ਨੇ ਤੇ ਅਗਰ ਜਿਸ ਤਰ੍ਹਾਂ ਮੈਂ ਕਿਹਾ, ਅਗਰ ਅਸੀਂ ਅਰਾਊਂਡ 25 ਕੁ ਬੰਦੇ ਪਿੱਛੇ ਮੈਂ ਟੂ ਬੀ ਵੈਰੀ ਫਰੈਂਕ, ਮੈਂ ਪਿੱਛੇ ਇੱਕ ਪ੍ਰੈਜੈਂਟੇਸ਼ਨ ਸੀ ਡਾਕਟਰ ਓਮਕਾਰ ਸਿੰਘ ਜੀ ਦੀ, ਉਹ ਤੋਂ ਵੀ ਮੈਂ ਬੜਾ ਹੋਇਆ ਸੀਗਾ, ਮੋਟੀਵੇਸ਼ਨ ਮਿਲੀ ਸੀ ਕਿ ਵੀ ਕਿਸ ਤਰ੍ਹਾਂ ਇਹੋ ਜਿਹਾ ਜ਼ਬਰਦਸਤ ਪਲੇਟਫਾਰਮ ਹੈ ਕਿ ਇੱਥੇ ਤੁਸੀਂ ਗੱਲ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਪ੍ਰੋਜੈਕਟ ਸਟਾਰਟ ਕਰ ਸਕਦੇ ਹੋ। ਮੈਂ ਵੈਸੇ ਉਸੇ ਉਮੀਦ ਨਾਲ ਆਇਆ ਹਾਂ ਤੇ ਮੈਂ ਜਿਹੜੀ ਅੱਜ ਵੈਬਸਾਈਟ ਦਿਖਾਈ ਹੈ, ਮੈਂ ਮੇਰੇ ਲੜਕੇ ਨੇ ਤਿਆਰ ਕੀਤੀ ਹੈ ਤੇ ਇਹ ਜਸਟ ਹਜੇ ਇਸ ਤੋਂ ਅੱਧਾ ਘੰਟਾ ਪਹਿਲਾਂ ਵੀ ਇਹਦੇ ਉੱਤੇ ਕੰਮ ਹੋ ਰਿਹਾ ਸੀ। ਸੋ ਅੱਜ ਇਹ ਸਿਰਫ ਇਸ ਦੇ ਵਾਸਤੇ ਅੱਜ ਇਸ ਪਲੇਟਫਾਰਮ ਦੇ ਵਾਸਤੇ ਵੈਬਸਾਈਟ ਜਿਹੜੀ ਹੈ ਥੋੜੀ ਪਿਛਲੇ ਹਫਤੇ ਦੇ ਵਿੱਚ ਤਿਆਰ ਹੋਈ ਹੈ ਤੇ ਹਜੇ ਇੰਨੀ ਉਹ ਵੀ ਹੈ। ਸੋ ਮੈਂ ਤਾਂ ਉਸ ਉਮੀਦ ਨਾਲ ਆਇਆ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਵੀ ਇੱਥੋਂ ਕੁਝ ਆਪਾਂ ਨਿਕਲੀਏ ਔਰ ਇਹਦੇ ਚੋਂ ਕੋਈ ਇਹੋ ਜਿਹੇ ਵੋਲੰਟੀਅਰਸ ਨਿਕਲਣ ਜਿਹੜੇ ਕਿ ਵੀ ਇਹਦੇ ਉੱਤੇ ਕੰਮ ਕਰਨ। ਤੇ ਬਾਕੀ ਤੁਹਾਡੀ ਗੱਲ ਬਿਲਕੁਲ ਸਹੀ ਹੈ, ਇਹ ਪਲੇਟਫਾਰਮ ਜਿਹੜਾ ਡਾਕਟਰ ਜਸਵੰਤ ਸਚਦੇਵ ਜੀ ਨੇ ਬਣਾਇਆ ਇਹ ਬਹੁਤ ਹੀ ਕਮਾਲ ਦਾ। ਮੈਂ ਅਕਸਰ ਕਹਿੰਦਾ ਵਾਂ ਕਿ ਵੀ ਇਹ ਜਿਹੜੀ ਹੈ ਨਾ, ਇਹ ਅਗੇਨ ਇਹ ਮਾਡਲ ਹੈ, ਇਹ ਮਾਡਲ ਸਾਡੇ ਸਾਰੇ ਗੁਰੂ ਘਰਾਂ 'ਚ ਲਾਗੂ ਹੋਣਾ ਚਾਹੀਦਾ। ਅਗਰ ਇਹ ਇਸ ਤਰੀਕੇ ਨਾਲ ਡਿਸਕਸ਼ਨਸ ਹੋਣ ਗੁਰੂ ਘਰ ਵਿੱਚ ਤੇ ਜਿਹੜੇ ਮਸਲੇ ਨੇ ਮਸਲੇ ਹੀ ਨਾ ਰਹਿਣ। ਸੋ ਇੰਨਾ ਹੀ ਸ਼ਬਦਾਂ। ਠੀਕ ਹੈ ਜੀ, ਜ਼ਰੂਰ ਕਰਾਂਗੇ। ਇਹਦੇ ਵਾਸਤੇ ਤੁਹਾਨੂੰ ਲੀਡ ਲੈਣੀ ਪੈਣੀ ਹੈ ਜੀ। ਤੇ ਬਾਕੀ ਹੈ ਜਿਹੜਾ ਗਰੁੱਪ ਹੈ ਇਸ ਅਵੇਲੇਬਲ ਤੇ ਇਨੀਸ਼ੀਏਟਿਵ ਜਿਵੇਂ ਉਹਦੇ ਵਿੱਚ ਡਾਕਟਰ ਓਮਕਾਰ ਸਿੰਘ ਜੀ ਨੇ ਲਿਆ ਸੀਗਾ ਬਾਅਦ 'ਚ, ਤੇ ਫਿਰ ਕਮੇਟੀਆਂ ਵਗੈਰਾ ਤੁਹਾਡੇ ਨਾਲ ਰਲ ਕੇ ਤੇ ਹੋਰ ਪਿਆਰਿਆਂ ਨਾਲ ਰਲ ਕੇ ਬਣਾਈਆਂ ਸੀ। ਇਸ ਤਰ੍ਹਾਂ ਲੀਡ ਤੁਹਾਨੂੰ ਲੈਣੀ ਪੈਣੀ ਹੈ ਤੇ ਅਸੀਂ ਸਾਰੇ ਜਿਹੜੇ ਫਾਲੋਅਰ ਹੈਗੇ ਆ ਤੁਹਾਡੀ ਪੂਛ ਫੜ ਕੇ ਦੇ ਨਾਲ ਤੁਰਾਂਗੇ ਜੀ। ਤੇ ਜਿੰਨੇ ਹੋਰ ਵੀ ਬੰਦੇ ਜਿੱਥੋਂ ਵੀ ਕੋਈ ਜਿਸ ਤਰ੍ਹਾਂ ਦਾ ਵੀ ਮਿਲਦਾ ਉਹ ਹਰ ਤਰ੍ਹਾਂ ਦੀ ਹੈਲਪ ਕਰਨ ਨੂੰ ਤਿਆਰ ਬੈਠੇ ਆ ਜੀ। ਥੈਂਕ ਯੂ ਜੀ, ਥੈਂਕ ਯੂ। ਡਾਕਟਰ ਅਮਰਜੀਤ ਸਿੰਘ ਜੀ ਫਰਾਮ ਬਫਲੋ, ਅੱਜ ਕੱਲ੍ਹ ਸ਼ਾਇਦ ਬਫਲੋ ਨਹੀਂ ਆ ਗਏ, ਨਾਰਥ ਕੈਰੋਲਾਈਨਾ। ਚਲੋ ਜੀ ਡਾਕਟਰ ਸਾਹਿਬ ਜੀ ਗੱਲ ਕਰੋ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਸੋਹਣਾ ਐਡਮਿਨਿਸਟ੍ਰੇਟਿਵ ਪਲਾਨ ਤੁਸੀਂ ਬਣਾਇਆ, ਪਰ ਪਹਿਲਾਂ ਆਈ ਥਿੰਕ constitution, aims, objective, where do we draw the line of this organization? I think these things have to be really defined clearly before we get a lot of participation from the various people. ਇਹ ਮੇਰੇ ਦਿਮਾਗ 'ਚ ਗੱਲ ਆਉਂਦੀ ਪਈ ਸੀਗੀ, ਉਸ ਬਾਰੇ ਤੁਸੀਂ ਗੱਲ ਨਹੀਂ ਕੀਤਾ। Then the next point is the financial part of this, which you said transparency, but what are our ideas we have to start thinking about it. I know it's too early, but once it is financial, because ਜਿਹੜੇ ਅਸੀਂ aim and objective ਕਰਾਂਗੇ ਉਹਨਾਂ ਨੂੰ fulfill ਕਰਨ ਵਾਸਤੇ we need resources. ਤੇ ਜੇ ਫਿਰ ਤੁਸੀਂ ਜੇ resources ਤੁਸੀਂ if you want more from the
out of India representatives, then you need to have like ਜਿਸ ਤਰ੍ਹਾਂ American constitution ਚ ਹੈ Senate ਤੇ Parliament, ਇਹ ਤੁਸੀਂ Parliament ਤਾਂ ਬਣਾ ਲਈ ਨਾ Senate ਦੇ ਵਿਚਕਾਰ equal representation, ਦੋ ਇੰਡੀਆ ਦੇ, ਦੋ USA ਦੇ, ਦੋ ਕੈਨੇਡਾ ਦੇ, ਦੋ ਅਫਰੀਕਾ ਦੇ, ਦੋ ਇੰਗਲੈਂਡ ਦੇ, ਸੋ equal representation, ਜਿਹਨਾਂ ਕੋਲ ਥੋੜੀ ਪਾਪੂਲੇਸ਼ਨ ਹੈ ਉਹਨਾਂ ਦੀ ਵੀ ਰਿਪਰੈਜ਼ੈਂਟੇਸ਼ਨ, ਇਸ ਤਰ੍ਹਾਂ ਬੈਲੈਂਸ, ਚੈਕਸ ਐਂਡ ਬੈਲੈਂਸਿਸ I think are needed. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ, ਤੁਹਾਡਾ ਬਿਲਕੁਲ ਸਹੀ ਸੁਝਾਅ ਨੇ ਜੀ। ਤੇ ਬਲਕਿ ਤੁਸੀਂ ਵੀ ਆਓ ਜ਼ਰੂਰ, ਤੁਸੀਂ ਇਹਦਾ ਪਾਰਟ ਬਣੋ, ਤੇ ਜਿਹੜਾ ਤੁਸੀਂ ਸੁਝਾਅ ਨੇ ਉਹ ਅਸੀਂ ਉਹਨੂੰ ਪਾਰਟ ਬਣਾਈਏ, ਉਹਦਾ ਕਨਸਟੀਟਿਊਸ਼ਨ ਦਾ ਪਾਰਟ ਬਣਾਈਏ। ਤੇ ਡਾਕਟਰ ਜਸਵੰਤ ਸਿੰਘ ਜੀ, ਇਹਨਾਂ ਦਾ ਵੀ ਨਾਂ ਜ਼ਰੂਰ ਲਿਖੋ। ਹਾਂਜੀ ਵਾਹਿਗੁਰੂ ਮੈਂ ਇੱਥੇ ਮੇਰੇ ਦਿਮਾਗ ਗੱਲ ਆ ਰਹੀ ਸੀ, ਬਿਫੋਰ ਆਈ ਟੇਕ ਦ ਨੈਕਸਟ ਪਰਸਨ, ਗੁਰਪ੍ਰੀਤ ਜੀ, you are also probably the vice president of Global Sikh Council, or you were, I don't know what status you have now, but could it be kind of, those people could be brought in to this thing to help it out? But they have a lot. ਹਾਂਜੀ, ਆਲਰੇਡੀ ਮੈਂ ਇਨਵਾਈਟ ਕੀਤਾ ਸਭ ਨੂੰ, ਅੱਜ ਮਨਦੀਪ ਭੈਣ ਜੀ ਵੀ ਆਏ ਹੋਏ ਨੇ। ਅੱਛਾ, ਯੈਸ ਆਬਵੀਅਸਲੀ। ਤੇ ਚਲੋ ਇਹ ਤੋਂ ਹੱਥ ਖੜਾ ਕੀਤਾ ਇਹਨਾਂ ਤੋਂ ਬਾਅਦ ਦੇਖਦਾ ਜੇ ਮਨਜੀਤ ਭੈਣ ਜੀ ਹੈਗੇ ਤਾਂ ਉਹਨਾਂ ਨੂੰ ਵੀ ਪੁਆਇੰਟ ਪੁੱਛ ਲੈਣੇ ਆ ਜੀ। ਹਰਮਿੰਦਰ ਜੀ, ਹਰਮਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਥੈਂਕ ਯੂ ਸਰ ਗੁਰਪ੍ਰੀਤ ਸਿੰਘ ਜੀ, ਤੁਸੀਂ ਇਹ ਜਿਹੜਾ ਸ਼ੇਅਰ ਕੀਤਾ ਸਰਬੱਤ ਖਾਲਸੇ ਦਾ ਮਾਡਲ ਹੈ। ਮੇਰਾ ਤਾਂ ਇਹੀ ਸਵਾਲ ਆ ਤੁਹਾਡੇ ਲਈ ਵੀ, ਮੇਰੇ ਵਿੱਚ ਕੁਝ ਸਵਾਲ ਤਾਂ ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਤੁਹਾਡੇ ਵੱਲ ਰੇਜ਼ ਕਰਤੇ ਵੀ ਉਹ ਸਰਬੱਤ ਖਾਲਸੇ ਮਾਡਲ ਦਾ, ਉਹ ਹਰਿੰਦਰ ਸਿੰਘ ਐਂਡ ਮੈਨੀ ਅਦਰਸ ਆਫ ਸਿੱਖ ਰਿਸਰਚ ਇੰਸਟੀਚਿਊਟ ਸਟਾਰਟਡ ਅਰਾਊਂਡ 14, 15, 16 ਦੇ ਦੌਰਾਨ ਵੀ, ਕੋਈ ਉਦੋਂ ਵੀ ਕਈ ਸਾਲ ਇਹ ਪ੍ਰੋਗਰਾਮ ਚੱਲਦੇ ਰਹੇ ਇਸ ਤਰ੍ਹਾਂ, ਬੜਾ ਉਦੋਂ ਉਹਨਾਂ ਨੇ ਉਹ ਬਣਾਇਆ ਵੀ ਸੀ, ਤੇ ਉਹਦਾ ਏਜੰਡਾ ਵਗੈਰਾ ਤੇ ਹੋਰ ਸਾਰਾ ਜਿਹੜਾ ਜਿਸ ਤਰ੍ਹਾਂ ਤੁਸੀਂ ਮਾਡਲ ਬੇਸਿਕਲੀ ਸਰਬੱਤ ਖਾਲਸਾ ਮਾਡਲ, ਐਂਡ ਦੈਨ ਹੀ ਹੈਡ ਵੈਂਟ ਟੂ ਕੈਨੇਡਾ, ਇੰਗਲੈਂਡ ਦੇ ਇੱਧਰ ਉੱਧਰ ਹੋਰ ਦੇਸ਼ਾਂ ਦੇ ਵਿੱਚ ਵੀ। ਤੇ ਆਈ ਵੰਡਰਡ, ਆਰ ਯੂ ਇਨ ਟੱਚ ਵਿਦ ਹਿਮ ਔਰ ਹੈਵ ਯੂ talked to him, have you learned from him what was achieved, what were the obstacles and difficulties they had, and practical difficulties on the grounds, what he went through when they went through India with Simanjit Singh Mann and group, all hijacked, all which in ਉਹਦੇ ਵਿੱਚ ਮੈਂ ਕਿਹਾ ਉਹ ਜਿਹੜੇ ਲੈਸਨ ਲਰਨਡ ਵਗੈਰਾ ਹੋਣ ਉਹ ਵੀ ਦੇ ਕੈਨ ਬੀ ਯੂਜ਼ਡ। ਮੈਨੂੰ ਦੱਸੋ ਕੋਲੈਬੋਰੇਸ਼ਨ ਦੇ ਬਾਰੇ ਕੋਈ, ਜੇ ਤੁਸੀਂ ਥੋੜਾ ਬਹੁਤ। ਹਾਂਜੀ, ਨਹੀਂ ਕੋਲੈਬੋਰੇਸ਼ਨ ਤਾਂ ਨਹੀਂ, ਪਰ ਮੈਂ ਉਹ ਪ੍ਰੋਪਰਲੀ ਗੋ ਥਰੂ ਕੀਤਾ। ਉਹਨਾਂ ਦੀ ਵੈਬਸਾਈਟ ਹੈਗੀ ਹੈ, ਅਗੇਨ ਵੈਬਸਾਈਟ ਦਾ ਜਿਹੜਾ ਨਾਮ ਹੀ ਹੈ ਨਾ ਉਹ ਹੈਗਾ ਜੀ freeakaltakht.com। ਜਿਸ ਨੈਰੇਟਿਵ ਤੋਂ ਮੈਂ ਫ੍ਰੀ ਕਰਨਾ ਚਾਹੁੰਦਾ, ਕਿ ਵੀ ਮੈਂ ਕਹਿੰਦਾ ਕਿ ਨਹੀਂ, ਵੀ ਸ਼ੁੱਡ ਨਾਟ ਸੇ ਫ੍ਰੀ ਅਕਾਲ ਤਖਤ, ਅਸੀਂ ਸਰਬੱਤ ਖਾਲਸਾ ਬਣਾਈਏ, ਨੰਬਰ 1। ਪਰ ਉਹਨਾਂ ਨੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ, ਉਹਨਾਂ ਨੇ ਵੀ ਆਲਰੇਡੀ ਕੀਤਾ, ਔਰ ਮੈਂ ਉਹਨਾਂ ਨੂੰ ਭੇਜੀ ਸੀਗੀ ਇਨਵਾਈਟ, ਔਰ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਉਹ ਫ੍ਰੀ ਅਕਾਲ ਤਖਤ ਟੀਮ ਦੇ 2 ਰਿਪਰੈਜ਼ੈਂਟੇਟਿਵ ਅੱਜ ਭੇਜਣਗੇ, ਸ਼ਾਇਦ ਆਏ ਹੋ। ਤੇ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਅੱਜ 2 ਉਹਨਾਂ ਜਿਹੜੇ ਟੀਮ ਨੂੰ ਲੀਡ ਕਰ ਰਹੇ ਸੀ ਉਹ ਆ ਜਾਣਗੇ। ਤੇ ਦੂਸਰਾ ਇਹ, ਪਰ ਮੈਂ ਇਹ ਕਹਿ ਸਕਦਾ ਵੀ ਉਹ ਇੱਕ ਸੰਤਬੀਰ ਸਿੰਘ ਹੈ ਫਰੋਮ ਟੋਰਾਂਟੋ ਤੋਂ, ਇੱਥੇ ਚਰਨਪ੍ਰੀਤ ਸਿੰਘ ਫਰੋਮ ਬਾਲਟੀਮੋਰ, ਉਹ ਵੀ I see I think his hand is raised there, so maybe those are the 2, or could be somebody else also. I don't know. Yes, so ਉਹ ਇਹਦੇ ਉੱਤੇ ਤੁਹਾਡੇ ਤੁਹਾਨੂੰ ਉਹ ਜ਼ਰੂਰ ਉਹ ਵੀ ਜਾਨਣਾ ਪਾਣਗੇ। ਤੇ ਬਾਕੀ ਅਗਰ ਚਰਨਪ੍ਰੀਤ ਸਿੰਘ ਜੀ ਉਹਦੇ ਨਾਲ ਸੰਬੰਧਿਤ ਨੇ ਤੇ ਉਹ ਦੱਸ ਸਕਦੇ ਨੇ ਕਿ ਵੀ ਕਿਉਂ ਉੱਥੇ ਕਿਵੇਂ ਰੁਕਾਵਟ ਆਈ। ਤੇ ਉਹ ਜਦਕਿ ਲਾਈਕ ਉਹਨਾਂ ਨੇ ਬੜੀ ਅੱਛੀਆਂ ਡਿਸਕਸ਼ਨ ਸ਼ੁਰੂ ਸਾਰੇ ਪਾਸੇ ਕੀਤੀਆਂ ਸੀਗੀਆਂ, ਔਰ ਉਹ ਸਰਬੱਤ ਖਾਲਸਾ, ਅਗੇਨ ਇੱਕ ਸਰਬੱਤ ਖਾਲਸਾ ਸੋ ਕਾਲਡ ਹੋਇਆ ਸੀਗਾ ਚੱਬੇ ਦੀ ਧਰਤੀ ਤੇ। ਉਹਦੇ ਵਿੱਚੋਂ ਇੱਕ ਡਿਮਾਂਡ ਨਿਕਲੀ ਸੀ ਕਿ ਸਾਨੂੰ ਅਕਾਲ ਤਖਤ ਦਾ ਜਥੇਦਾਰ ਕਿਵੇਂ ਚੁਣਨਾ ਹੈ, ਉਹਦੇ ਵਿੱਚ ਪਾਰਦਰਸ਼ਤਾ ਹੋਏ। ਉਹਦਾ ਇੱਕ ਰੈਜ਼ੋਲੂਸ਼ਨ ਸੀਗਾ, ਰੈਜ਼ੋਲੂਸ਼ਨ ਨੰਬਰ 2 ਸੀਗਾ। ਉਹਦੇ ਵਿੱਚੋਂ ਫਿਰ ਇਹ ਇੱਕ ਟੀਮ ਜਿਹੜੀ ਹੈ ਜਿਹਨੂੰ ਹਰਿੰਦਰ ਸਿੰਘ ਜੀ ਨੇ ਲੀਡ ਕੀਤਾ, ਤੇ ਉਹਨਾਂ ਨੇ ਫ੍ਰੀ ਅਕਾਲ ਤਖਤ ਦੇ ਨਾਂ ਦੇ ਥੱਲੇ ਵੈਬਸਾਈਟ ਵੀ ਹੈਗੀ ਹੈ, ਤੇ ਆਲਰੇਡੀ ਆਈ ਥਿੰਕ ਜਿਹੜੇ ਉਹ ਹੈਗੇ ਨੇ ਉਹ ਇਹਦੇ ਬਾਰੇ ਜ਼ਿਆਦਾ ਅੱਛੀ ਤਰੀਕੇ ਨਾਲ ਵਿਸਥਾਰ ਨਾਲ ਦੱਸ ਸਕਦੇ ਨੇ। ਬਟ ਮੈਂ ਉਹਨਾਂ ਦਾ ਸਾਰਾ ਕੰਟੈਂਟ ਆਈ ਹੈਵ ਗੋਨ ਥਰੂ ਦੈਟ ਕੰਟੈਂਟ, ਤੇ ਉਹਦੇ ਵਿੱਚੋਂ ਵੀ ਜਿਹੜੀ ਚੀਜ਼ਾਂ ਮੈਨੂੰ ਠੀਕ ਲੱਗੀਆਂ ਮੈਂ ਸਭ ਆਪਣੇ ਵਿੱਚ ਇਨਬਿਲਟ ਕੀਤੀਆਂ ਉਹਦੇ ਵਿੱਚ। ਓਕੇ ਜੀ, ਥੈਂਕ ਯੂ। ਚਰਨਜੀਤ ਤੁਸੀਂ ਹੈਗੇ ਹੋ, ਮੈਂ ਦੇਖ ਲਿਆ ਤੁਹਾਡਾ ਹੱਥ ਖੜਾ ਹੋਇਆ, ਪਰ ਪਹਿਲਾਂ ਸਰਦਾਰ ਨਿਰਮਲ ਸਿੰਘ ਜੀ ਬੋਲਣਗੇ, ਤੇ ਮੈਂ ਦੇਖ ਲਿਆ ਮੈਂ ਸੰਤ ਬੀਰ ਸਿੰਘ ਦਾ ਨਾਮ ਹੀ ਪੜਿਆ ਸੀ, ਜੇ ਉਹ ਵੀ ਹੈਗੇ ਤੇ ਜ਼ਰਾ ਆਪਣਾ ਹੱਥ ਖੜਾ ਕਰ ਲਓ, ਤੁਹਾਡੀ ਨਜ਼ਰ ਆ ਜਾਏਗੀ ਫੋਟੋ ਜੀ।
ਸਰਦਾਰ ਨਿਰਮਲ ਸਿੰਘ ਜੀ ਗੱਲ ਕਰੋ ਪਲੀਜ਼। ਹਾਂਜੀ ਗੁਰੂ ਪਿਆਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਪ੍ਰੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ। ਇਹ ਜੋ ਪ੍ਰੋਜੈਕਟ ਹੈ ਜੀ, ਚਾਹੇ ਚੈਲੰਜਿੰਗ ਪ੍ਰੋਜੈਕਟ ਜ਼ਰੂਰ ਹੈਗਾ ਇਹ, ਲੇਕਿਨ ਇੰਪੋਰਟੈਂਟ ਬਹੁਤ ਵਾ। ਦੇਸ਼ ਵਿਦੇਸ਼ ਦੇ ਸਿੱਖਾਂ ਵਾਸਤੇ ਬਹੁਤ ਇੰਪੋਰਟੈਂਟ ਹੈਗਾ ਇਹ। ਕਾਫੀ ਸਮੇਂ ਤੋਂ ਓਵਰਡਿਊ ਮੈਂ ਕਹਾਂਗਾ ਇੱਕ ਹੈਗਾ। ਮੈਂ ਇਹ ਗੁਰਪ੍ਰੀਤ ਸਿੰਘ ਤੋਂ ਪੁੱਛਣਾ ਚਾਹੁੰਦਾ ਵੀ ਕੋਈ ਪਹਿਲਾਂ ਕੋਈ ਲਿਖਤੀ ਵਿਧੀ ਵਿਧਾਨ, ਜਿਸ ਤਰ੍ਹਾਂ ਤੁਸੀਂ ਡਰਾ ਕੀਤਾ ਡਾਕੂਮੈਂਟ, ਕੋਈ ਡਾਕੂਮੈਂਟ ਬਣਾਇਆ ਹੈਗਾ CPC ਨੇ, ਜਾਂ ਕੋਈ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ ਜੀ? ਮੈਨੂੰ ਨਹੀਂ ਲੱਗਦਾ ਵੀ ਕੋਈ ਕਰਦਾ ਹੋਵੇ। ਇੱਥੋਂ ਤੱਕ ਕਿ ਰਹਿਤ ਮਰਜ਼ਾਦਾ ਦੇ ਵਿੱਚ ਵੀ ਸਰਬੱਤ ਖਾਲਸਾ ਦਾ ਕੋਈ ਕਨਸੈਪਟ ਮੈਨੂੰ ਨਜ਼ਰ ਨਹੀਂ ਆ ਰਿਹਾ, ਤੇ ਇਸ ਕਰਕੇ ਇਹ ਚੈਲੰਜਿੰਗ ਹੈਗਾ, ਇੰਪੋਰਟੈਂਟ ਹੈਗਾ। ਜੇ ਦਾਸ ਦੀ ਸੇਵਾ ਕਿਤੇ ਲਾਉਣੀ ਹੋਵੇ ਤਾਂ ਮੈਂ ਹਾਜ਼ਰ ਹਾਂ ਜੀ। ਤੇ ਇਹ ਇਸ ਵਾਸਤੇ ਮੈਂ ਬੜਾ ਉਦਮ ਕਰਨ ਵਾਸਤੇ ਹਮੇਸ਼ਾ ਯਤਨਸ਼ੀਲ ਰਹਾਂਗਾ ਜੀ। ਜੀ ਪਿਆਰਿਓ, ਬਸ। ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਕੁਝ ਕਹਿਣਾ ਹੈ ਗੁਰਪ੍ਰੀਤ ਜੀ ਕਿ ਅੱਗੇ ਚੱਲਾਂ ਜੀ? ਹਾਂਜੀ, ਨਹੀਂ, ਸਰਬੱਤ ਖਾਲਸਾ ਤਾਂ ਦੇਖੋ ਜੀ, ਇਹ ਜਿਵੇਂ ਮੈਂ ਦੱਸਿਆ, ਇਹ ਸਿੱਖਾਂ ਦੀ ਸਾਡੀ ਮਾਨਸਿਕਤਾ ਦੇ ਉੱਤੇ ਇੱਕ ਬੜੀ ਗੂੜੀ ਬੈਠੀ ਹੋਈ ਹੈ ਕਿ ਇੱਕ ਕਦੀ ਹੁੰਦਾ ਸੀ ਔਰ ਅਸੀਂ ਇਹਨੂੰ ਦੁਬਾਰਾ ਸੁਰਜੀਤ ਕਰਨਾ। ਪਰ ਇਹਦਾ ਕੋਈ ਵਿਧੀ ਵਿਧਾਨ ਇਹੋ ਜਿਹਾ ਸਰਬ ਪ੍ਰਵਾਨਿਤ ਨਹੀਂ ਹੈ। ਉਹ ਸਾਡੀ ਜ਼ਿੰਮੇਵਾਰੀ ਹੈਗੀ ਹੈ, ਅਸੀਂ ਆਪ ਹੀ ਕਰਨਾ, ਆਪ ਹੀ ਬਣਾਉਣਾ ਤੇ ਉਹਨੂੰ ਨੇਪਰੇ ਚਾੜਨਾ। ਹਾਂਜੀ, ਠੀਕ ਹੈ ਜੀ। ਚਰਨਪ੍ਰੀਤ ਸਿੰਘ ਜੀ ਤੁਸੀਂ ਗੱਲ ਕਰੋ ਜੀ, ਅਨਮਿਊਟ ਕਰੋ ਆਪਣੇ ਆਪ ਨੂੰ। ਚਰਨਪ੍ਰੀਤ, ਹਾਂਜੀ ਅਨਮਿਊਟ ਕਰੋ ਪਿਆਰਿਓ। ਸੰਤਪ੍ਰੀਤ ਸਿੰਘ ਵੀ ਆ ਗਏ ਹੈ, ਚਲੋ ਠੀਕ ਹੋ ਗਿਆ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਚਰਨਪ੍ਰੀਤ ਸਿੰਘ, ਮੈਂ ਫਰੀ ਅਕਾਲ ਤਖਤ ਟੀਮ ਤੇ ਹੈ ਤੇ ਸੰਤਪ੍ਰੀਤ ਸਿੰਘ ਵੀ ਆਇਆ ਹੋਇਆ। ਸੋ ਸਾਡੀ ਹਿਸਟਰੀ ਇਜ਼ ਕੰਪਲੈਕਸ। ਅਸੀਂ ਕਹਿ ਸਕਦੇ ਸੀ 2015 से शुरू ਹੋਇਆ ਤਾਂ almost 10 ਸਾਲ ਹੋ ਗਏ ਹੁਣ, ਮੇਬੀ almost। ਤਾਂ ਅਸੀਂ ਕਈ ਚੀਜ਼ਾਂ ਪਬਲਿਸ਼ ਕੀਤੀਆਂ, ਕਈ ਸਵਾਲ, ਕਈ ਟੀਮਸ ਵੀ ਬਣੇ, ਕਈ ਟੀਮਸ ਟੁੱਟੇ, ਕਈ ਕੋਸ਼ਿਸ਼ ਵੀ ਹੋਈਆਂ। ਰੀਸੈਂਟਲੀ ਜੂਨ 'ਚ ਮੀਰੀ ਪੀਰੀ ਡੇ ਤੇ ਹੋਇਆ ਸੀ ਗੁਰਮਤਾ ਵਿਧੀ ਦਾ ਇੱਕ ਕਾਨਫਰੰਸ। ਅਸੀਂ whenever somebody wants to do something ਅਸੀਂ ਅਟੈਂਡ ਕਰਦੇ। ਬਟ ਸਾਡਾ ਨਾਂ ਫਰੀ ਅਕਾਲ ਤਖਤ ਇਜ਼ ਜਸਟ ਮੋਟੋ ਔਰ ਟੈਗ ਲਾਈਨ। ਜੇ ਸਾਡੀ ਵੈਬਸਾਈਟ 'ਤੇ ਸਾਡੀ ਮੇਨ ਆਬਜੈਕਟਿਵ ਹੈ ਵੀ ਅਸੀਂ ਪੰਥ ਨੂੰ ਇੰਗੇਜ ਕਰਨਾ, ਸਰਬੱਤ ਖਾਲਸਾ ਨੂੰ ਡਿਵੈਲਪ ਕਰਨ ਲਈ। ਤਾਂ ਸਰਬੱਤ ਖਾਲਸਾ ਨੂੰ ਡਿਵੈਲਪ ਕਰਨ ਲਈ ਹਰਵਿੰਦਰ ਸਿੰਘ ਜੀ, ਆਈ ਥਿੰਕ ਅਮਰਜੀਤ ਸਿੰਘ ਜੀ ਨੇ ਵੀ ਕਿਹਾ, ਤਾਂ ਨਿਰਮਲ ਸਿੰਘ ਜੀ ਨੇ ਵੀ ਕਿਹਾ ਵੀ ਵਿਧੀ ਵਿਧਾਨ ਦੀ ਜ਼ਰੂਰੀ ਹੈ। ਰਿਪਰੈਜ਼ੈਂਟੇਸ਼ਨ ਦੀ ਗੱਲ ਤੁਸੀਂ ਬੜੀ ਚੰਗੀ ਤਰ੍ਹਾਂ ਕੀਤੀ ਹੈ ਇੱਥੇ ਵੈਬਸਾਈਟ 'ਤੇ। ਤੁਸੀਂ ਯੂ wrote a lot of proposals, ਪਰ ਮੈਂ ਕਮੈਂਟ ਵੀ ਕੀਤਾ within the Zoom ਵੀ ਰਿਪਰੈਜ਼ੈਂਟੇਸ਼ਨ ਇੱਕ ਸਵਾਲ ਹੈ, ਸਰਬੱਤ ਖਾਲਸਾ ਦਾ ਕਈ ਸਵਾਲ ਆ। ਥਾਟ ਡਿਵੈਲਪਮੈਂਟ ਜਾਂ ਥਿੰਕ ਟੈਂਕ ਦੀ ਗੱਲ ਤੁਸੀਂ ਕਰ ਸਕਦੇ ਹੋ, ਕਈ ਚੀਜ਼ਾਂ ਸਾਨੂੰ ਐਂਸਰ ਕਰਨੀਆਂ ਪੈਣੀਆਂ। ਤਾਂ ਰਿਪਰੈਜ਼ੈਂਟੇਸ਼ਨ ਇਜ਼ ਜਸਟ ਵਨ ਆਫ ਦੈਮ। ਵਿਧੀ ਵਿਧਾਨ ਇਜ਼ ਦ ਮੇਨ ਥਿੰਗ, ਬਿਕਾਜ਼ ਹੁਣ ਲੱਗਦਾ ਜਿਹੜੀ ਅਸੀਂ ਰਿਪਰੈਜ਼ੈਂਟੇਸ਼ਨ 'ਤੇ ਅਸੀਂ ਫੋਕਸ ਕੀਤਾ, ਰਿਪਰੈਜ਼ੈਂਟੇਸ਼ਨ ਦਾ ਮਤਲਬ ਤੇ ਅਸੀਂ ਲੋਕਤੰਤਰ ਦਾ ਮਾਡਲ ਅਸੀਂ ਅਡਾਪਟ ਕਰਨਾ। ਸਰਬੱਤ ਖਾਲਸਾ ਲੋਕਤੰਤਰ ਨਹੀਂ ਹੈ। ਇਟਸ ਨਾਟ ਮੈਜੋਰਿਟੇਰੀਅਨ ਰੂਲਸ ਡੈਮੋਕ੍ਰੇਸੀ ਜਿੱਦਾਂ ਅੰਗਰੇਜ਼ੀ 'ਚ ਕਹਿੰਦੇ ਹੋ। ਸਰਬੱਤ ਖਾਲਸਾ ਸਰਬ ਸਹਿਮਤੀ, ਜਿੱਦਾਂ ਅਸੀਂ ਪੰਜਾਬੀ 'ਚ ਕਹਿੰਦੇ ਹੋ ਸਰਬ ਸਹਿਮਤੀ, ਔਰ ਕੰਸੈਂਸਸ ਬੇਸ। ਗੁਰਮਤਾ ਵਿਧੀ ਦਾ ਵੀ ਟਰਮ ਲੋਕੀ ਕਹਿਣ ਲੱਗ ਪਏ, ਇੱਕ ਕਾਮਨ ਮਿਨੀਮਮ ਪ੍ਰੋਗਰਾਮ ਲੋਕੀ ਵੀ ਕਹਿੰਦੇ ਹੈ। ਸੋ ਓਕੇ, ਇਹ ਚੰਗੀ ਗੱਲ ਆ ਜਦੋਂ ਲੋਕੀ ਕਹਿੰਦੇ ਆ, ਪਰ ਪ੍ਰੈਕਟੀਕਲੀ ਅਸੀਂ ਕਿੱਦਾਂ ਇਸ ਚੀਜ਼ ਨੂੰ ਐਕਸਰਸਾਈਜ਼ ਕਰ ਸਕਦੇ ਹੋ? ਇਹ ਸਵਾਲ ਥਿੰਕ ਟੈਂਕ ਦੀ ਲੋੜ ਆ, ਬੜੀ ਡਿਸਕਸ਼ਨ ਦੀ ਲੋੜ ਆ। ਸੋ ਅਸੀਂ ਕੋਸ਼ਿਸ਼ ਕੀਤਾ, ਅਸੀਂ ਪ੍ਰੋਸੈਸ ਵੀ ਲਿਖਿਆ, ਅਸੀਂ ਵਿਧੀ ਵਿਧਾਨ ਵੀ ਲਿਖਿਆ ਸੀ ਉਸ ਟਾਈਮ 2015। ਇਟਸ ਔਨ ਦ ਵੈਬਸਾਈਟ, ਡਰਾਫਟ ਸਰਬੱਤ ਖਾਲਸਾ ਪ੍ਰੋਸੀਜਰ ਡਾਕੂਮੈਂਟ ਹੈ। ਮਾਡਰਨਲੀ ਅਸੀਂ ਵੀ ਕੰਸੈਂਸਸ ਬੇਸਡ ਮਾਡਲ ਵੀ ਕਿਵੇਂ ਡਿਸੀਜਨਸ ਲੈ ਸਕਦੇ ਹੋ, ਕਿਵੇਂ ਬਲੌਕ ਹੋ ਸਕਦੇ, ਕਿਵੇਂ ਕਿੰਨਾ ਰਿਕਨਸੀਲੀਏਸ਼ਨ ਕਿੱਦਾਂ ਹੋ ਸਕਦੀ ਹੈ। ਇੱਥੇ ਸਭ ਤੋਂ ਔਖੀ ਸਵਾਲ ਹੈ, ਸਭ ਤੋਂ ਔਖਾ ਸਵਾਲ। ਸੌਰੀ, my grammar is not the best, obviously, you can tell. But these are the most important questions. So ਲੋਕੀ ਆਰਗਿਊ ਕਰ ਸਕਦੇ ਵੀ ਸਾਡੇ ਪਾਸ ਰਿਪਰੈਜ਼ੈਂਟੇਸ਼ਨ ਇੱਧਰ ਨਹੀਂ ਹੈ, ਉੱਧਰ ਨਹੀਂ ਹੈ, ਪਰ that's going to be a later discussion. We should really focus on how do we actually conduct Sarbat Khalsa. So that's essentially what we're focused on. Our website ਤੇ ਅਸੀਂ ਇੱਕ series ਸ਼ੁਰੂ ਕੀਤੀ ਸੀ, ਖਾਲਸਾ ਸਰਬਤ ਖਾਲਸਾ ਸਵਾਲ ਜਵਾਬ ਪੰਥ ਦੇ ਵਿਚਾਰਨ ਲਈ। So basically we have maybe 10-15 questions
to answer pertinent questions for Sarbat Khalsa. You know, these questions need to be answered before we can start anything. The main lesson we learned from 2015 to 2020 is to see implementation, execution, and thought development same time kar nahi sakde. Kyunki a lot of players, a lot of political games, Harminder Singh ji also said, you know, talked about what happened in 2015. There's a lot of games being played. And so before you can get into execution, you have to do, our position is 10 years of development, 10 years of writing, think tank, very high level writing of process and planning. And then it might take another 10, 20 years to actually implement. If you look at a recent model, the Singh Sabha movement, you know, how long did it take? You know, 30 years, 40 years until any real implementation occurred. So next revolution, next level of Saudi leadership is going to take that much. Is basically, that kind of gets our gist here. I probably missed quite a bit, but Sanpuri Singh ji, ਜੇ ਤੁਸੀਂ ਐਡ ਕਰ ਸਕਦੇ ਹੋ ਜਾਂ ਕਰੈਕਟ ਕਰ ਸਕਦੇ ਹੋ, ਬੋਲ ਚੁੱਕ ਮਾਫ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। थैंक यू जी। iPhone 13 मेरे ख्याल संत भी रही है जी, है ना? iPhone 13 प्लीज अनम्यूट करो आईफोन। हाँ जी, हाँ जी वीर नहीं, जी। अच्छा ਆਈਫੋਨ ਨਹੀਂ ਹੈ ਜੀ ਡਾਕਟਰ ਸਚਦੇਵ ਸਾਹਿਬ, ਆਈਫੋਨ ਨਹੀਂ ਉਹਨਾਂ ਦਾ ਹੈਗਾ, ਸੰਤਬੀਰ ਸਿੰਘ। हाँ नहीं पर मैं हाँ ਉਹਦਾ हाँ ਨਾਮ जी ਇਹ ਮੇਰੇ ਖਿਆਲ iPhone 13 ਆਪਣੇ ਸਰਦਾਰ ਬਸੀ ਸਾਹਿਬ ਦਾ ਹੈ ਜੀ। हाँ ਬਸੀ जी ਕਰ ਲਓ ਫਿਰ ਵੀਰ ਉਹ। ਜੀ, ਹਾਂਜੀ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਗੁਰਪ੍ਰੀਤ ਸਿੰਘ ਹੁਣਾਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਇਹਨਾਂ ਨੇ ਇੰਨਾ ਸਮਾਂ ਲਾਇਆ ਔਰ ਇੰਨੇ ਸੋਹਣੇ ਤਰੀਕੇ ਨਾਲ ਕਨਸੈਪਟ ਸਮਝਾਇਆ। ਤੇ ਮੈਂ ਥੋੜੀ ਜਿਹੀ ਗੱਲ ਇਹ ਸੋਚਦਾ ਕਿ ਜੋ ਕੁਛ ਇਹ ਮੇਰੇ ਵੀਰ ਜੀ ਨੇ ਕੀਤਾ ਨਾ, ਵਿਚਾਰਾਂ ਇਦਾਂ ਦੀਆਂ ਪਹਿਲਾਂ ਵੀ ਹੋ ਚੁੱਕੀਆਂ। ਐਂਡ ਇਨਫੈਕਟ ਜਿਹੜੀ ਗਲੋਬਲ ਸਿੱਖ ਕੌਂਸਲ ਹੈ ਉਹਦਾ ਨਾਂ ਸਰਬੱਤ ਖਾਲਸਾ ਬੇਸ਼ੱਕ ਨਹੀਂ ਰੱਖਿਆ, ਲੇਕਿਨ ਉਹਦਾ ਕਨਸੈਪਟ ਐਗਜ਼ੈਕਟਲੀ ਇਹ ਹੈ ਐਂਡ ਐਗਜ਼ੈਕਟਲੀ ਇਹਨਾਂ ਹੀ ਸਿਧਾਂਤਾਂ ਦੇ ਉੱਤੇ ਬਣਾਈ ਗਈ ਹੈ। ਹਾਂ, ਉਹਦੇ ਵਿੱਚ ਕਾਫੀ ਐਡੀਸ਼ਨਲ ਚੀਜ਼ਾਂ ਜਿੱਦਾਂ ਜਿੱਦਾਂ ਸਮਾਂ ਆਏਗਾ, ਜਿੱਦਾਂ ਜਿੱਦਾਂ ਸਮਾਂ ਜ਼ਰੂਰਤ ਹੋਏਗੀ ਉਹ ਕੀਤੀਆਂ ਜਾ ਸਕਦੀਆਂ। ਸਾਡੇ ਕੋਲ ਆਲਰੇਡੀ ਇੱਕ ਸੰਸਥਾ ਹੈਗੀ ਆ। If we can simply strengthen it and as we grow, continue to improve it, ਉਹ ਤਰੀਕਾ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਸੋਹਣਾ rather than starting a new ਸੰਸਥਾ every day, reinventing the wheel every day, and then we will have multiple ਸੰਸਥਾਵਾਂ competing with each other. ਆਪ ਜੀ ਦਾ ਬਹੁਤ ਧੰਨਵਾਦ। ਕੁਝ ਕਹਿਣਾ ਚਾਹੁੰਦੇ ਹੋ ਗੁਰਪ੍ਰੀਤ ਜੀ ਇਹਦੇ ਬਾਰੇ? ਹਾਂਜੀ, ਨਹੀਂ ਮੈਂ ਆਪ ਵੀ ਗਲੋਬਲ ਸਿੱਖ ਕੌਂਸਲ ਨਾਲ ਜੁੜਿਆ ਹੋਇਆ। ਦੇਖੋ ਇੱਕ ਤੇ ਗੱਲ ਹੈ, ਜਿਸ ਤਰ੍ਹਾਂ ਮੈਂ ਕਿਹਾ, ਨੇਮ ਸਰਬੱਤ ਖਾਲਸਾ ਇਨ ਇਟਸੈਲਫ ਇਜ਼ ਵੈਰੀ ਇੰਪੋਰਟੈਂਟ। ਜਦੋਂ ਅਸੀਂ ਖਾਲਸਾ ਬੋਲਦੇ ਹਾਂ ਤੇ ਫਿਰ ਵਿਧੀ ਵਿਧਾਨ ਉਸ ਤਰ੍ਹਾਂ ਬਣ ਜਾਂਦਾ। ਨੰਬਰ 1। ਨੰਬਰ 2, ਜਿਹਦੇ ਮੈਂ ਇਹਦੇ ਅੰਦਰ ਗੱਲ ਕੀਤੀ, ਰਿਪਰੈਜ਼ੈਂਟੇਸ਼ਨ ਜਿਹੜੀ ਹੈ, ਜਿਸ ਤਰ੍ਹਾਂ ਇਸ ਤਰ੍ਹਾਂ ਗਲੋਬਲ ਸਿੱਖ ਕੌਂਸਲ ਜਾਂ ਵਰਲਡ ਸਿੱਖ ਪਾਰਲੀਮੈਂਟ, ਵਰਲਡ ਸਿੱਖ ਆਰਗੇਨਾਈਜੇਸ਼ਨਸ, ਇਸ ਤਰ੍ਹਾਂ ਦੀਆਂ ਹੋਰ ਜਥੇਬੰਦੀਆਂ ਤੇ ਬਹੁਤ ਹੈਗੀਆਂ ਨੇ ਜਿਹੜੀਆਂ, ਪਰ ਉਹ ਸਾਰੀਆਂ ਜਿਹੜੀਆਂ ਸਰਬੱਤ ਖਾਲਸਾ ਦੇ ਘੇਰੇ ਵਿੱਚ ਨਹੀਂ ਆ ਪਾ ਰਹੀਆਂ। ਕਿਉਂਕਿ ਇੱਥੇ ਕੀ ਹੈ, ਇਹਦਾ ਪ੍ਰੋਸੀਜਰ ਹੈ ਕਿ ਫਾਈਨਲੀ ਵੀ ਹੈਵ ਟੂ ਫੋਲੋ ਦੈਟ ਪ੍ਰੋਸੀਜਰ, ਕਿ ਉਸ ਤੋਂ ਬਾਅਦ 5 ਪਿਆਰਿਆਂ ਤੱਕ ਆਉਣਾ, 5 ਪਿਆਰਿਆਂ ਵੱਲੋਂ ਉਹ ਹੋਣੀ ਹੈ। ਸੋ ਉਹ ਸਾਰੀਆਂ ਚੀਜ਼ਾਂ ਅਗਰ ਕਿਸੇ ਵੀ ਹੋਰ ਜਥੇਬੰਦੀ, ਚਾਹੇ ਗਲੋਬਲ ਸਿੱਖ ਕੌਂਸਲ ਹੋਏ, ਵਰਲਡ ਸਿੱਖ ਆਰਗੇਨਾਈਜੇਸ਼ਨ ਹੋਏ, ਪਰ ਅਲਟੀਮੇਟਲੀ ਤੇ ਅਸੀਂ ਸਰਬੱਤ ਖਾਲਸਾ ਵਿੱਚ ਆਉਣਾ। ਔਰ ਅਗਰ ਉਸ ਪਾਸੇ ਜਦ ਤੱਕ ਨਹੀਂ ਆਉਂਦੇ ਉਦ ਤੱਕ ਉਹ ਸਿੱਖਾਂ ਦੀ ਇੱਕ ਨੁਮਾਇੰਦਗੀ, ਅੰਬਰੇਲਾ ਪਾਰਟੀ, ਉਹ ਅੰਬਰੇਲਾ ਆਰਗੇਨਾਈਜੇਸ਼ਨ ਉਹ ਨਹੀਂ ਬਣ ਪਾਏਗੀ। ਕਿਉਂਕਿ ਐਨੀਵੇ ਵੀ ਆਰ, ਅਸੀਂ ਗੱਲ ਕਰ ਰਹੇ ਹਾਂ ਪੰਥ ਦੀ ਨੁਮਾਇੰਦਗੀ ਦੀ, ਤੇ ਉਹਦੇ ਵਾਸਤੇ ਸ਼ਬਦਾਵਲੀ ਵੀ ਸਾਡੀ ਉਹ ਹੋਣੀ ਚਾਹੀਦੀ ਹੈ। ਸਾਡੀ ਰਿਪਰੈਜ਼ੈਂਟੇਸ਼ਨ, ਟਰੂ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਮੈਂ ਇਹਦੇ 'ਚ ਕਿਹਾ ਕਿ ਵੀ ਸਿੱਖ ਜਥੇਬੰਦੀਆਂ ਆਪਣੇ ਨੁਮਾਇੰਦਗੇ ਭੇਜਣਗੇ ਔਰ ਅਰਾਊਂਡ ਪੋਪੂਲੇਸ਼ਨ ਦੇ ਵਾਈਜ਼, ਆਈ ਥਿੰਕ ਇਸਮੇ ਗਲੋਬਲ ਸਿੱਖ ਕੌਂਸਲ ਵਿੱਚ 4 ਰਿਪਰੈਜ਼ੈਂਟੇਸ਼ਨਸ ਹੈਗੇ ਨੇ ਇੰਡੀਆ ਤੋਂ, ਬਾਕੀ ਹਰ ਕੰਟਰੀ ਤੋਂ 2 ਨੇ। ਸੋ ਰਿਪਰੈਜ਼ੈਂਟੇਸ਼ਨ ਨਹੀਂ ਹੋ ਪਾ ਰਹੀ ਟੋਟਲ ਇਸ ਸਮੇਂ ਜੋ ਨੇ ਉਹਦੇ ਨਾਲ, ਜਿਹੜੇ ਵੀ ਬੋਰਡ ਆਫ ਮੈਂਬਰ ਅਰਾਊਂਡ 30 ਦੇ ਕਰੀਬ ਨੇ। ਐਂਡ ਸੋ ਇੱਥੇ ਇੱਕ ਪੂਰੀ ਇੱਕ ਨੁਮਾਇੰਦਗੀ ਜਥੇਬੰਦੀ ਸ਼ਰੀ ਸਾਨੂੰ ਚਾਹੀਦੀ ਹੈ ਪੰਥ ਦੀ। ਤਾਂ ਅਗਰ ਉਹ ਸਾਰੀ ਚੀਜ਼ਾਂ ਕਿਸੇ ਹੋਰ ਜਥੇਬੰਦੀ ਕਰ ਲੈਂਦੀ ਹੈ, ਓਕੇ, ਚੇਂਜ ਦਾ ਨੇਮ ਸਰਬੱਤ ਖਾਲਸਾ, ਸਾਰਾ ਉਸ ਤਰੀਕੇ ਨਾਲ ਕਰ ਰਹੀ।
ਇੱਕ ਹੀ ਗੱਲ ਹੈ। ਠੀਕ ਠੀਕ ਹੈ ਜੀ। ਕਰਨੈਲ ਸਿੰਘ ਜੀ ਕਹਿਣ ਦਾ ਤੁਸੀਂ ਮਤਲਬ ਸਰਬੱਤ ਖਾਲਸਾ ਨੂੰ ਨਹੀਂ ਰਿਪਲੇਸ ਕੀਤਾ ਜਾ ਸਕਦਾ ਕਿਸੇ ਹੋਰ ਨਾਲ, ਮੇਰੇ ਕਹਿਣ ਦਾ ਭਾਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਬਾਣੀ ਦਾ ਵਾਕ ਹੈ ਜੀ ਕਿ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਬਿਰਥਾ ਤੇ ਹਰ ਇੱਕ ਗੁਰਸਿੱਖ ਦੀ ਹੈ, ਤੜਪ ਪੀੜਾ ਹੈ। ਕੱਲ ਹੀ ਇੱਕ ਵੈਬੀਨਾਰ ਹੋ ਰਿਹਾ ਸੀ, ਡਾਕਟਰ ਜਨਮ ਸਿੰਘ ਜੀ ਵੀ ਸ਼ਾਇਦ ਬੈਠੇ ਹੋਏ ਨੇ। ਰਿਲੀਜਨ ਦੀ ਉਹਨਾਂ ਨੇ ਜਿਹੜੀ ਡੈਫੀਨੇਸ਼ਨ ਦਿੱਤੀ ਨਾ, ਉਹਦੇ ਵਿੱਚ ਇਹ ਹੈ ਕਿ ਇੱਕ ਸਕ੍ਰਿਪਚਰ ਤੇ ਇੱਕ ਯੂਨੀਫਾਰਮ ਕੋਡ ਆਫ ਕੰਡਕਟ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਵਿੱਚ ਬਹੁਤ ਬਿਖਰਾਵ ਹੈ ਯੂਨੀਫਾਰਮ ਕੋਡ ਆਫ ਕੰਡਕਟ ਤੇ ਸਰਬੱਤ ਖਾਲਸਾ ਦਾ ਜਿਹੜਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਮੈਨੂੰ ਤੇ ਬਹੁਤ ਇਹ ਜ਼ਰੂਰਤ ਇਹਦੀ ਲੱਗਦੀ ਹੈ, ਹੋਣਾ ਚਾਹੀਦਾ ਹੈ। ਇੱਕ ਬੇਨਤੀ ਹੈ ਕਿ ਸ਼ੁਰੂਆਤ ਕਰਨ ਲਈ ਦੇਖੋ ਪ੍ਰੋਜੈਕਟ ਤੇ ਬਹੁਤ ਵਧੀਆ ਹੈ, ਤੇ ਇਹਦੀ ਰਜਿਸਟ੍ਰੇਸ਼ਨ ਜਿਹੜੀ ਵਲੰਟੀਅਰਸ ਦੀ ਹੈ ਨਾ, ਉਹ ਆਪਣਾ ਗੁਰਪ੍ਰੀਤ ਸਿੰਘ ਜੀ ਤੁਸੀਂ ਆਪਣੀ ਵੈਬਸਾਈਟ ਤੇ ਸ਼ੁਰੂ ਕਰ ਦਿਓ ਏਰੀਆ ਵਾਈਜ਼, ਤੇ ਫਿਰ ਉਹਨੂੰ ਐਗਜ਼ੀਕਿਊਟ ਕਿਵੇਂ ਕਰਨਾ ਹੈ, ਉਹਦੀ ਰਜਿਸਟ੍ਰੇਸ਼ਨ ਸਾਰੇ ਗੁਰਮੁਖ ਪਿਆਰਿਆਂ ਦੀ ਹੋਵੇ ਤੇ ਹੋਰ ਬੈਟਰ ਹੋ ਜਾਏ। ਉਹ ਰੀਜਨਲ ਵੀ ਹੋ ਸਕਦੀ ਹੈ, ਕੰਟਰੀ ਵਾਈਜ਼, ਸਟੇਟ ਵਾਈਜ਼, ਇਸ ਤਰ੍ਹਾਂ। ਤੇ ਉਹਨੂੰ ਹੋਰ ਐਲੈਬੋਰੇਟ ਕਰੋ ਆਪਣੀ ਵੈਬਸਾਈਟ ਨੂੰ। ਥੈਂਕ ਯੂ। ਇੰਨੀਆਂ ਬੇਨਤੀਆਂ। ਸਰਦਾਰ ਕਰਨੈਲ ਸਿੰਘ ਜੀ, ਮੈਂ ਤੁਹਾਡਾ ਨਾਂ ਲਿਖ ਲਿਆ ਹੈ ਤੇ ਆਈ ਵੁਡ ਲਾਈਕ ਟੂ ਹੈਵ ਯੂਰ ਨੰਬਰ ਸੋ ਦੈਟ ਮੈਂ ਤੁਹਾਨੂੰ ਤੇ ਗੁਰਪ੍ਰੀਤ ਨਾਲ ਕਨੈਕਟ ਕਰਾ ਸਕਾਂ, ਤਾਂ ਜੋ ਇਸ ਗੱਲ ਨੂੰ ਅੱਗੇ ਚੜਾਉਣ ਵਿੱਚ ਤੁਸੀਂ ਉਹਨਾਂ ਦਾ ਹੈਲਪ ਕਰ ਸਕੋ। ਥੈਂਕ ਯੂ ਜੀ। ਕੁਲਵੰਤ ਸਿੰਘ ਸਰ, ਗੁਰਪ੍ਰੀਤ ਸਿੰਘ ਉਹਨਾਂ ਦਾ ਨੰਬਰ ਮੇਰੇ ਕੋਲ ਹੈ, ਉਹਨਾਂ ਦੀ ਈਮੇਲ ਵੀ ਹੈ। ਆਈ ਵਿਲ ਕੰਟੈਕਟ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਕੁਲਵੰਤ ਸਿੰਘ ਜੀ, ਹੁੰਡਲ ਸਾਹਿਬ ਤੁਸੀਂ ਗੱਲ ਕਰੋ ਪਲੀਜ਼। ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਬੜੇ ਸੁਚੱਜੇ ਤੇ ਬੜੇ ਪਾਰਦਰਸ਼ੀ ਤੇ ਭਵਿੱਖਬਾਣੀ ਵਾਲੇ ਬਚਨ ਨੇ ਇਹਨਾਂ ਦੇ। ਪਰ ਜਦੋਂ ਮੈਂ ਆਪਣੀ ਝਾਤ ਦੁਨਿਆਵੀ ਰਚਨਾ ਦੇ ਉੱਤੇ ਮਾਰਦਾ ਤਾਂ ਬਾਬੇ ਨਾਨਕ ਜਾਂ ਬਾਣੀ ਦੇ ਵਿੱਚ ਇੱਕ ਗੱਲ ਸਾਨੂੰ ਬਾਰ-ਬਾਰ ਦੁਹਰਾਈ ਗਈ ਹੈ ਕਿ ਮਨੁੱਖ ਹਉਮੈ ਦਾ ਸ਼ਿਕਾਰ ਹੈ। ਇਹ ਸਰੀਰ ਸਭ ਮੂਲ ਹੈ ਮਾਇਆ, ਵਿੱਚ ਹਉਮੈ ਦੁਸ਼ਟੀ ਪਾਈ। ਇਹ ਹਉਮੈ ਦੁਸ਼ਟੀ ਦੇ ਕਾਰਨ ਬੰਦਈ ਖਾਲਸਾ ਤੇ ਤਤ ਖਾਲਸਾ ਵੀ ਟਕਰਾ ਗਏ। ਬਾਬੇ ਨਾਨਕ ਦੇ ਘਰ ਦੋ ਪੁੱਤਰਾਂ ਨੇ ਉਹਦੀ ਗੱਲ ਨਹੀਂ ਸੁਣੀ। ਪ੍ਰਿਥੀ ਚੰਦ ਗੁਰੂ ਰਾਮਦਾਸ ਦੇ ਘਰ ਪੈਦਾ ਹੋਇਆ ਤੇ ਉਹ ਗੁਰੂ ਅਰਜਨ ਦੇਵ ਨੂੰ ਸਦਾ ਹੀ ਦੁਖੀ ਕਰਦਾ ਰਿਹਾ। ਮੀਣੇ ਮਸੰਦ ਰਾਮ ਰਹੀਏ ਧੀਰ ਮੱਲੀਏ, ਮੀਣੇ ਮਸੰਦ ਰਾਮ ਰਹੀਏ ਧੀਰ ਮੱਲੀਏ। ਇਹ ਸਾਰੇ ਹੀ ਵਿਰੋਧ ਦੇ ਵਿੱਚ ਖੜੇ ਹੁੰਦੇ ਰਹੇ ਹਉਮੈ ਕਰਕੇ। ਤੇ ਜਿਹੜੀ ਗੱਲ ਆਪਾਂ ਅਚੀਵ ਕਰਨੀ ਚਾਹੁੰਦੇ ਆ, ਉਹ ਗੁਰਮਤਿ ਦਾ ਸਿਧਾਂਤ ਜੇ ਮੈਂ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕੀਤਾ, ਮੇਰੇ ਅੰਦਰ ਹਉਮੈ ਦੇ ਬੀਜ ਨੇ। ਤੇ ਮੈਂ ਚੰਡੀਗੜ੍ਹ ਵੀ ਇੱਕ ਮੀਟਿੰਗ ਦੇ ਵਿੱਚ ਖੁਦ ਪਾਰਟਿਸਿਪੇਟ ਕੀਤਾ ਸੀ। ਕੇਂਦਰੀ ਸਿੰਘ ਸਭਾ ਚੰਡੀਗੜ੍ਹ ਵਾਲਿਆਂ ਨੇ ਵੀ ਇਸੇ ਮਸਲੇ ਤੇ ਵਿਚਾਰ ਆਰੰਭੀ ਸੀ, ਪਰ ਕਿਸੇ ਸਿਰੇ ਨਹੀਂ ਲੱਗੀ। ਤੇ ਜਿਹੜਾ ਤੁਸੀਂ ਚੱਬੇ ਹੋਇਆ ਸਰਬੱਤ ਖਾਲਸਾ, ਉਹਦਾ ਅਸਰ ਵੀ ਦੇਖ ਲਿਆ। ਤੇ ਮੇਰਾ ਸਵਾਲ ਹੈ ਤੁਹਾਨੂੰ ਵੀ ਜਿੰਨਾ ਚਿਰ ਸਾਡੇ ਅੰਦਰੋਂ ਇਹ ਹਉਮੈ ਦਾ ਕੰਡਾ ਨਹੀਂ ਨਿਕਲਦਾ, will we be able to achieve this supreme, sublime and lofty objective? ਦੇਖੋ, ਤੁਸੀਂ ਹਉਮੈ ਦੀ ਗੱਲ ਕੀਤੀ, ਮੈਂ ਥੋੜਾ ਹੋਰ ਡਿਫਾਈਨ ਕਰਾਂਗਾ ਕਿਉਂਕਿ ਇਹ ਤੇ ਹਉਮੈ ਇੱਕ ਬੜਾ ਵਾਸਟ ਜਿਹਾ ਟੌਪਿਕ ਹੈ। ਪਰ ਸਪੈਸੀਫਿਕਲੀ ਜੋ ਪਹਿਲੇ ਕਿਉਂ ਨਹੀਂ ਹੋਇਆ, ਉਹ ਗਰਾਊਂਡ ਤੇ ਪੋਲੀਟੀਕਲ ਇੰਟਰਫੇਰੈਂਸ। ਨੰਬਰ 2 ਉਹ ਕਿਤੇ ਨਾ ਕਿਤੇ ਉਸੇ ਦਾਇਰੇ ਦੇ ਵਿੱਚ ਹੀ ਰਹਿ ਕੇ ਕੀਤਾ ਜਾ ਰਿਹਾ ਸੀ, ਜਿਹੜਾ ਦਾਇਰੇ ਦੇ ਵਿੱਚ ਸਾਡੇ ਐਡਵਰਸਰੀ ਨੂੰ ਪਸੰਦ ਆਉਂਦਾ ਕਿ ਵੀ ਤੁਸੀਂ ਉਹਦਾ, ਜਿਵੇਂ ਮੈਂ ਦੱਸਿਆ ਕਿ ਅਕਾਲ ਤਖਤ ਨੂੰ ਆਜ਼ਾਦ ਕਰਾਉਣਾ। ਤੇ ਸੋ ਇਸ ਪਹਿਲਾਂ ਤਾਂ ਅਸੀਂ ਇੱਕ ਆਪਣਾ ਉਹ ਚੇਂਜ ਕਰੀਏ, ਤੇ ਦੂਜਾ ਜਿਹੜਾ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਉਹ ਤੇ ਦੇਖੋ ਨਿਰੰਤਰ ਸਾਡਾ ਚੱਲਦਾ ਰਹਿਣਾ। ਔਰ ਇਹ ਸੰਗਤ ਦੇ ਵਿੱਚ ਤਾਂ ਹੀ ਇਹਨੂੰ ਜਿਹੜਾ ਸੰਗਤੀ ਰੂਪ ਹੈਗਾ ਕਿ ਕੋਈ ਇੱਕ ਬੰਦੇ ਦਾ ਨਹੀਂ ਹੈ, ਕੋਈ ਇੱਕ ਜਥੇਦਾਰ ਨਹੀਂ ਅਸੀਂ ਬਣਾਉਣਾ, ਅਸੀਂ ਇੱਕ ਰਿਪਰੈਜ਼ੈਂਟੇਟਿਵ ਬੋਡੀ ਬਣਾਉਣੀ ਹੈ। ਉਹਦੇ ਨਾਲ ਸੰਗਤ ਦੇ ਵਿੱਚ ਜੋ ਅਸੀਂ ਇੱਕ ਦੂਜੇ ਦੇ ਆਪਣੇ ਵਿਕਾਰਾਂ ਦੇ ਉੱਤੇ ਜਿਵੇਂ ਕੰਮ ਕਰਦੇ ਹਾਂ, ਉਹਦੇ ਵਿੱਚ ਜਦੋਂ ਅਸੀਂ ਡਿਸਕਸ਼ਨਸ ਕਰਾਂਗੇ ਇੱਕ ਦੂਜੇ ਦੇ ਨਾਲ, ਇਹ ਜਿਹੜੇ ਕਸਟੋਡੀਅਨਸ ਜਿਹੜੇ ਹੋਣਗੇ ਸ਼ੁਰੂ ਵਿੱਚ ਇੱਕ ਦੂਜੇ ਨਾਲ ਡਿਸਕਸ਼ਨਸ ਕਰਨਗੇ, ਆਪਸ ਵਿੱਚ ਇੱਕ ਆਪਣੇ ਵਿਚਾਰ ਰੱਖਣਗੇ। ਤੇ ਬਾਕੀ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਹਉਮੈ ਨੂੰ ਹੁਣ ਹਟਾ ਕੇ ਤੇ ਫਿਰ ਕੰਮ ਸ਼ੁਰੂ ਕਰਨਾ, ਉਹ ਤੇ ਫਿਰ ਭੁੱਲ ਜਾਈਏ ਫਿਰ ਕੀ ਹੋਏਗਾ। ਠੀਕ ਹੈ ਜੀ। ਸਰ ਫੂਲਾ ਸਿੰਘ ਜੀ ਤੁਸੀਂ ਗੱਲ ਕਰੋ ਜੀ ਪਲੀਜ਼।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਬਹੁਤ ਅੱਛਾ ਵਿਖਿਆਨ ਸੀ, ਪਰ ਮੇਰੀ ਬੇਨਤੀ ਹੈ ਕਿ ਕੁਝ ਹਫ਼ਤੇ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਧਾਈ ਬਾਰੇ ਪ੍ਰੋਜੈਕਟ ਸ਼ੁਰੂ ਕੀਤਾ ਸੀ। ਪਹਿਲੇ ਉਹਨੂੰ ਖਤਮ ਕਰ ਲਈਏ ਤੇ ਉਹਦੇ ਨਾਲ ਫਿਰ ਤੁਹਾਡੀ ਬੱਲੇ ਬੱਲੇ ਹੋ ਜਾਏਗੀ, ਬਾਕੀ ਕੰਮ ਬਾਅਦ 'ਚ ਕਰਿਓ। ਗੁਰਦੁਆਰਾ ਸੁਧਾਰ ਲਈ ਬਹੁਤ ਸ਼ਹੀਦੀਆਂ ਦੇਣੀਆਂ ਪਈਆਂ ਸੀ, ਹੁਣ ਫੇਰ ਸੁਧਾਰ ਦੀ ਲੋੜ ਹੈ, ਕਿਉਂਕਿ ਮੰਤ ਦੇ ਡੇਰਿਆਂ ਵਾਲੇ ਗੁਰਦੁਆਰੇ ਮੱਲੀ ਬੈਠੇ ਨੇ। ਇਹ ਬਾਅਦ ਦੀਆਂ ਗੱਲਾਂ ਨੇ, ਪਹਿਲੇ ਅਸੀਂ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਧਾਈ, ਇਹ ਜਦੋਂ ਹੋ ਜਾਏਗੀ, ਜਦੋਂ ਸਾਡਾ ਗੁਰੂ ਜਿਹੜਾ ਹੈ ਉਸ ਦੀ ਸੁਧਾਈ ਹੋ ਗਈ ਤੇ ਸਾਰੇ ਕੰਮ ਰਾਸ ਆ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਜੀ ਕੁਝ ਕਹਿਣਾ ਚਾਹੋਗੇ? ਹਾਂਜੀ, ਨਹੀਂ ਜੀ, ਸਾਰੇ ਪ੍ਰੋਜੈਕਟ ਜਿਹੜੇ ਨੇ ਬਹੁਤ, ਜਿਹੜਾ ਪਹਿਲਾ ਸੀਗਾ ਬਹੁਤ ਹੀ ਇੰਪੋਰਟੈਂਟ ਪ੍ਰੋਜੈਕਟ ਹੈਗਾ ਉਹ, ਤੇ ਜਿਹੜੇ ਉਹਦੇ ਵਿੱਚ ਆਕੂਪਾਈ ਨੇ ਆਪਣੇ ਆਪ ਨੂੰ, ਉਹ ਇਸ ਦਾ ਆਪਣਾ ਹੋਰ ਸਮਾਂ ਨਹੀਂ ਦੇ ਪਾਉਣਗੇ। ਉਹ ਨਾ ਕਰਨ, ਇਹ ਤੇ ਨਹੀਂ ਐਟ ਏ ਟਾਈਮ ਉਹੀਓ ਬੰਦੇ ਤਾਂ ਨਹੀਂ ਹੈਗੇ ਪੂਰੇ ਸਾਡੇ ਪੰਥ 'ਚ। ਸੋ ਦੂਸਰਾ ਕੋਈ ਗਰੁੱਪ ਉਹ ਕਰ ਸਕਦਾ, ਇੱਕ ਬੰਦਾ ਇੱਕ ਪ੍ਰੋਜੈਕਟ ਕਰ ਸਕਦਾ, ਤੇ ਗਰੁੱਪ 'ਚੋਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਅਸੀਂ 10 ਪ੍ਰੋਜੈਕਟ ਇਕੱਠੇ ਕਰ ਸਕਦੇ। ਠੀਕ ਹੈ ਜੀ, ਠੀਕ ਹੈ। ਸੰਤ ਬੀਰ ਸਿੰਘ ਜੀ ਤੁਸੀਂ ਆ ਗਏ ਹੋ, ਬੜੀ ਖੁਸ਼ੀ ਦੀ ਗੱਲ ਹੈ ਜੀ, ਤੇ ਤੁਹਾਡੇ ਦਰਸ਼ਨ ਵੀ ਪਹਿਲਾਂ ਵਾਰੀ ਹੋਇਆ ਮੈਨੂੰ, ਤੇ ਗੱਲ ਕਰੋ ਜੀ ਪਲੀਜ਼ ਸੰਤ ਬੀਰ ਜੀ। ਹਾਂਜੀ ਜੀ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁੱਧਾ ਦੂਰ ਕਰੋ ਲਿਵ ਲਾਏ, ਹਰਨਾਮੇ ਕੇ ਹੋਵੋ ਜੋੜੀ, ਗੁਰਮੁਖ ਬੇਸੋ ਸਫਾ ਵਸ਼ਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਅੰਗਰੇਜ਼ੀ ਦੇ ਵਿੱਚ ਗੱਲ ਕਰਾਂਗਾ ਕਿਉਂਕਿ ਮੇਰੀ ਪੰਜਾਬੀ ਨਹੀਂ ਇੰਨੀ ਠੀਕ। Absolutely fine ਜੀ। What we here at the Free Akal Takht team, and again, to make the point clear, we are not saying that Akal Takht needs to be physically free. What we are saying is that the institution of Akal Takht needs to be free. And that institution is what that single place in Amritsar where Akal Takht resides is not important. I agree very much with Gurpreet Singh. If we look at the history of Guru Har Rai Sahib Ji, Guru Harkrishan Sahib Ji, Guru Tegh Bahadur Sahib Ji, and Guru Gobind Singh Sahib Ji, they did not go to Akal Takht Sahib in Amritsar. The Akal Takht stayed with them. They were the Akal Takht. And the Akal Takht is wherever the Panth wishes it to be. But what we mean by freeing the Akal Takht is that we have to free that institution of Miri and Piri from the talons of other foreign governments, foreign interference. We've seen over the last 100 years, the Sikhs have used the model of the British system with the SGPC. And this British model of SGPC, where we have elections and we have districts and we then make decisions based on electoral politics, has led to the downfall of the Panth over the last 50, 60 years. We can see this very clearly. So what we are proposing in the Free Akal Takht team is to move away from using the models that other countries have developed. Not use a model like the British system, not using a model like the American system, but instead using a model based on Sikhi and Gurmat principle. And on Gurmat principle, the model that we have is the Sarbat Khalsa model, in which consensus-based democracy happens. जो तुसी सब सर्व सम्मेलन ਅਸੀਂ ਗੱਲ ਕਰ ਸਕਦੇ ਆ, ਜਦੋਂ ਇਕੱਠੇ ਹੋ ਕੇ ਗੱਲ ਕਰਕੇ ਮਤਾ ਪਾਸ ਹੁੰਦੀ ਆ. This is not a decision that can be made based on electoral politics. Going down the road of elections, of representatives, of a certain number of representatives for certain districts will just lead us into the same mistakes that we've had over the last 100 years with the SGPC. We need to move past that type of thinking, and we need to move to a type of thinking where we return to authentic principles. That's what we are proposing with the Free Akal Takht team. Move back to a authentic model. Vaheguru Ji Ka Khalsa, Vaheguru Ji Ki Fateh. Thank you ਜੀ, ਥੈਂਕ ਯੂ, ਸੋ ਨਾਈਸ। ਗੁਰਪ੍ਰੀਤ ਜੀ ਤੁਸੀਂ ਇਹਨਾਂ ਨਾਲ ਟੱਚ ਆਲਰੇਡੀ ਹੈਗੇ ਹੋ, ਤੇ ਆਈ ਥਿੰਕ ਹਿਸ ਆਈਡੀਆਜ਼ ਆਰ ਵੈਰੀ ਵੈਲਿਡ ਐਂਡ ਵੈਰੀ ਸਟਿਮੂਲੇਟਿੰਗ, ਤੇ ਪਲੀਜ਼ ਜੇਕਰ ਇਹਨੂੰ ਅੱਗੇ ਕੰਟੀਨਿਊ ਕਰ ਸਕੋ ਤੇ ਦੈਟ ਵਿਲ ਬੀ ਨਾਈਸ। ਡਾਕਟਰ ਕੁਲਬੀਰ ਸਿੰਘ ਜੀ, ਤੁਹਾਨੂੰ ਲਾਈਨ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਡਾਕਟਰ ਬ੍ਰਿਜਪਾਲ ਸਿੰਘ ਹੈਜ਼ ਬੀਨ ਟ੍ਰਾਈਂਗ ਟੂ ਐਂਟਰ ਇਨ,
ਸੋ ਕੁਡ ਆਈ ਟਾਕ ਟੂ ਹਿਮ? ਡਾਕਟਰ ਬ੍ਰਿਜਪਾਲ ਸਿੰਘ ਜੀ ਪਟਿਆਲੇ ਤੋਂ ਤੁਸੀਂ ਗੱਲ ਕਰ ਲਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਮ ਆਡੀਬਲ? ਹਾਂਜੀ ਬਿਲਕੁਲ ਮੇਰੀ ਯੈਸ। ਹਾਂਜੀ, ਮੈਂ ਇਸ ਸਾਰੇ ਆਈਡੀਆ ਦੇ ਨਾਲ ਬੜੀ ਦੇਰ ਤੋਂ ਸਹਿਮਤ ਹਾਂ ਕਿ ਸਰਬੱਤ ਖਾਲਸੇ ਦਾ ਕੁਝ ਸਾਨੂੰ ਜੋ ਕਨਸੈਪਟ ਇਥੀਰੀਅਲ ਜਿਹਾ ਉਸ ਨੂੰ ਕੰਕਰੀਟ ਬਣਾਇਆ ਜਾਏ। 3 ਸਾਲ ਪਹਿਲੇ ਇੱਕ ਸੰਸਥਾ ਸਿੱਖੀ ਸਪੀਕਸ ਮੌਲਿਓ ਸੀ, ਜਿਹਦੇ ਵਿੱਚ ਮੇਰਾ 1 ਘੰਟੇ ਦਾ ਲੈਕਚਰ ਸੀ ਔਨ ਇਕਨੋਮਿਕ ਚੈਲੰਜਸ ਫੇਸਡ ਬਾਈ ਸਿੱਖ ਪੰਥ। ਤੇ ਮੈਂ ਉਹਦੇ ਵਿੱਚ ਇੱਕ ਬੇਨਤੀ ਕੀਤੀ ਸੀ, ਉਹ ਮੈਂ ਰਿਪੀਟ ਕਰਨ ਲੱਗਿਆ ਕਿ ਸਿੱਖ ਪੰਥ ਦੀ ਕੋਈ ਵੀ ਆਰਗੇਨਾਈਜੇਸ਼ਨ ਜਦੋਂ ਵੀ ਹੋਵੇ, ਜਿਸ ਵੇਲੇ ਹੋਵੇ, ਉਸ ਦਾ ਮੂਲ ਆਧਾਰ ਕੋਈ ਕਨਸਟੀਟਿਊਸ਼ਨ, ਕੋਈ ਵਿਧਾਨ ਦੀ ਬਜਾਏ ਸਿੱਖੀ ਸਪਿਰਿਟ ਤੇ ਕੰਪਲੀਟ ਜੁੜੇ ਹੋਏ ਸਿੱਖਾਂ ਦਾ ਸੰਮੇਲਨ ਹੈ, ਜਿਹੜੇ ਗੁਰੂ ਸਾਹਿਬ ਜੀ ਦੇ ਦੱਸੇ ਕਨਸੈਪਟ ਅਨੁਸਾਰ ਸਿੱਖ ਹਨ। ਦੂਸਰੀ ਬੇਨਤੀ ਇਹ ਹੈ, ਮੈਂ ਇਸ ਨੂੰ ਐਕਸਪਲੇਨ ਨਹੀਂ ਕਰ ਰਿਹਾ ਕਿਉਂਕਿ ਮੈਂ 2-3 ਬੇਨਤੀਆਂ ਇਕੱਠੀਆਂ ਕਰਨੀਆਂ ਨੇ। ਦੂਸਰੀ ਬੇਨਤੀ ਇਹ ਹੈ ਕਿ ਸਿੱਖੀ ਨੂੰ ਰਿਪਰੈਜ਼ੈਂਟ ਕਾਹਦੇ ਲਈ ਕਰਨਾ ਹੈ, ਕਿ ਅਸੀਂ ਸਾਰੇ ਸਿੱਖਾਂ ਦੀ ਅਧਿਆਤਮਕ, ਇਕਨੋਮਿਕ, ਪੋਲੀਟੀਕਲ ਸਾਰੇ ਚੈਲੰਜਸ ਨੂੰ ਇਸ ਦੇ ਵਿੱਚ ਸਮੇਟਾਂਗੇ ਕਿ ਕੇਵਲ ਇੱਕ ਐਸਪੈਕਟ ਲਵੋਗੇ? ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਤੀਸਰਾ, ਜਿਸ ਤੇ ਮੈਂ ਬਹੁਤਾ ਜ਼ੋਰ ਦਿੱਤਾ ਸੀ ਉਦੋਂ, ਉਹ ਇਹ ਸੀ ਕਿ ਇਹ ਆਰਗੇਨਾਈਜੇਸ਼ਨ ਉੱਤੋਂ ਨਾ ਬਣਾਈ ਜਾਏ, ਹੇਠੋਂ ਉਤਪੰਨ ਹੋ ਕੇ ਆਏ। ਕਿਵੇਂ ਉਤਪੰਨ ਹੋ ਕੇ ਆਏ? ਤੇ ਸਾਰੇ ਸਿੱਖਾਂ ਦੀ ਇਹਦੀ ਪਾਰਟਿਸਿਪੇਸ਼ਨ ਹੋਏ। ਬੜਾ ਵੱਡਾ ਚੈਲੰਜਿੰਗ ਟਾਸਕ ਹੈ, ਪਰ ਮੇਰੀ ਆਸ ਤੇ ਉਦੋਂ ਵੀ ਸੀ, ਹੁਣ ਵੀ ਹੈ, ਕਿ ਸਾਡੇ ਜਿਹੜੇ ਗੁਰਦੁਆਰੇ ਹਨ ਉਹ ਸਾਡਾ ਅਸਲ ਪ੍ਰਾਰੰਭ ਹੈ ਸਿੱਖੀ ਦਾ, ਤੇ ਉਹ ਚੱਲਦਾ ਹੈ। ਸੋ ਹਰ ਗੁਰਦੁਆਰੇ ਚੋਂ 2 ਰਿਪਰੈਜ਼ੈਂਟੇਟਿਵ, ਗੁਰਦੁਆਰੇ ਦੀ ਮੈਨੇਜਮੈਂਟ ਨਹੀਂ, ਗੁਰਦੁਆਰੇ ਦੇ ਪ੍ਰਬੰਧ ਨਹੀਂ, ਗੁਰਦੁਆਰੇ ਦੀ ਸੰਗਤ ਵਿੱਚੋਂ 2-2 ਰਿਪਰੈਜ਼ੈਂਟੇਟਿਵ, ਨਾ ਇਲੈਕਸ਼ਨ ਨਾਲ, ਨੌਨ ਇਲੈਕਸ਼ਨ ਨਾਲ, ਬਾਈ ਕੰਸੈਂਸਸ ਚੁਣ ਕੇ, ਤੇ ਇਸ ਤਰ੍ਹਾਂ ਦੇ ਨਾਲ ਸਾਰੇ ਲੋਕਲ ਗੁਰਦੁਆਰਿਆਂ ਦੀ 2-2 ਜੇ ਸਭ ਦੇ ਹਨ ਤਾਂ ਉਹ ਜਿਹੜੀ ਸੰਸਥਾ ਬਣੇਗੀ ਉਹ ਲੋਕਲ ਖਾਲਸਾ ਹੈ। ਉਸ ਲੋਕਲ ਖਾਲਸਾ ਦੇ ਵਿੱਚੋਂ ਫਿਰ 5 ਲਏ ਜਾਣ। ਇਸ ਤਰ੍ਹਾਂ ਸਾਰੇ ਸ਼ਹਿਰਾਂ ਦਾ ਹੋਏ, ਔਰ ਇਹ ਸ਼ਹਿਰ ਸਿਰਫ ਪੰਜਾਬ ਜਾਂ ਸਿਰਫ ਇੰਡੀਆ ਵਿੱਚ ਨਹੀਂ, ਸਾਰੀ ਦੁਨੀਆ ਵਿੱਚ ਜਿੱਥੇ ਵੀ ਸਾਡੇ ਗੁਰਦੁਆਰੇ ਚੱਲ ਰਹੇ ਹਨ, ਹਰ ਗੁਰਦੁਆਰੇ ਦੇ ਵਿੱਚੋਂ ਕਰਕੇ ਫਿਰ ਲੋਕਲ ਜੱਥਾ ਬਣੇ। ਇਹ ਲੋਕਲ ਜੱਥੇ ਜਦੋਂ ਇਕੱਠੇ ਹੋ ਕੇ ਪ੍ਰੋਵਿੰਸ਼ੀਅਲ, ਕਾਉਂਟੀ, ਕਿਸ ਤਰ੍ਹਾਂ ਦੇ ਨਾਲ ਕਰਕੇ ਹਰ ਜਗ੍ਹਾ ਤੇ ਇਹ ਇਕੱਠੀ ਜਦੋਂ ਮਜਲਿਸ ਹੋ ਜਾਏ, ਉਹਦੇ ਵਿੱਚੋਂ ਸਿਰਫ 5 ਚੁਣੇ ਜਾਣ। ਇਸ ਤਰ੍ਹਾਂ ਦੇ ਨਾਲ 5-5 ਦੀ ਇਕੱਠੀ ਹੁੰਦੀ, ਅਖੀਰ ਦੇ ਉੱਤੇ ਜਿਹੜੇ ਕੇਵਲ 5 ਹੋਣ, ਉਹ ਸਾਡੇ ਲਈ ਵਿਧੀ ਵਿਧਾਨ ਅਨੁਸਾਰ ਸਾਡੇ ਲਈ ਸਭ ਤੋਂ ਵੱਡੇ ਪਿਆਰੇ ਸਿੱਖ ਹੋਣਗੇ, ਜਿਹੜੇ 5 ਪਿਆਰੇ ਵਾਂਗ ਭਾਈ ਦਇਆ ਸਿੰਘ ਤੇ ਉਹਨਾਂ ਦੀ ਟ੍ਰੈਡੀਸ਼ਨ ਵਾਲੇ ਹੋਣਗੇ। ਅਸੀਂ ਕੇਵਲ ਲਿਆਕਤ ਨਹੀਂ ਦੇਖਣੀ, ਸਿੱਖੀ ਦੇਖਣੀ ਹੈ, ਸਿੱਖੀ ਨੂੰ ਹੀ ਉੱਤੇ ਲੈ ਜਾਣਾ ਹੈ। ਸੋ ਮੇਰੀ ਬੜੀ ਸਨਿਮਰ ਬੇਨਤੀ ਹੈ, ਉਹ ਸਿੱਖੀ ਸਪੀਕਸ ਵਿੱਚ ਮੇਰਾ 1 ਘੰਟੇ ਦਾ ਲੈਕਚਰ ਸੀ, ਉਹ ਮੈਂ ਇਕਨੋਮਿਕ ਐਂਗਲ ਤੋਂ ਲਿਆ ਸੀ। ਹੁਣ ਮੈਂ ਸਾਰਿਆਂ ਲਈ ਬੇਨਤੀ ਕਰ ਰਿਹਾ, ਤੁਹਾਡਾ ਧੰਨਵਾਦ ਹੈ ਕਿ ਮੇਰੀ ਆਵਾਜ਼ ਸੁਣ ਰਹੇ ਹੋ। ਕਿਸੇ ਨਾ ਕਿਸੇ ਵੇਲੇ ਜਿਹੜੀ ਵੀ ਸੰਸਥਾ ਉਤਪੰਨ ਹੋਏਗੀ, 2 ਅਸੈਂਸ਼ੀਅਲ ਚੀਜ਼ਾਂ ਨੇ ਕਿ ਉਹ ਗੁਰਦੁਆਰਿਆਂ ਦੇ ਵਿੱਚੋਂ ਜੋ ਸੱਚੇ ਸੁੱਚੇ ਅੰਮ੍ਰਿਤਧਾਰੀ ਸਿੱਖ ਹਨ, ਰਹਿਤ ਵਾਲੇ, ਉਹਨਾਂ ਦੇ ਵਿੱਚੋਂ ਉਤਪੰਨ ਹੋਏ। ਇਹ ਉਤਪੰਨ ਇਲੈਕਸ਼ਨ ਦੇ ਥਰੂ ਨਾ ਹੋਏ।
ਦੂਸਰੀ ਇਹ ਹੈ ਕਿ ਇਹ ਸੰਸਥਾ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ ਰਿਲੇਟਡ ਨਾ ਹੋਏ, ਨਾ ਲੋਕਲ ਨਾ ਉੱਤੇ। ਇਹ ਕੇਵਲ ਸਿੱਖਾਂ ਦੀ ਧਾਰਮਿਕ ਰੀਅਲ ਜਥੇਬੰਦੀ ਹੋਵੇ, ਇਹ ਪ੍ਰਬੰਧ ਲਈ ਨਹੀਂ। ਇੱਕ ਬੇਨਤੀ ਹੋਰ ਹੈ ਕਿ ਇਹ ਸਾਰੇ ਕਾਰਜ ਨੂੰ ਕਰਨ ਲਈ ਜਿਤਨੇ ਕੁ ਵਾਲੰਟੀਅਰ ਜਿਤਨੇ ਚਾਹੀਦੀ, ਉਹ ਬੜੀ ਲੇਟ ਦੀ ਗੱਲ ਹੈ। ਸਭ ਤੋਂ ਪਹਿਲੇ ਸਾਨੂੰ ਕਨਸੈਪਚੁਅਲ ਕੰਸੈਂਸਸ ਬਣਾਉਣਾ ਚਾਹੀਦਾ ਹੈ। ਅਸੀਂ ਬਹੁਤ ਜਲਦੀ ਆਰਗੇਨਾਈਜੇਸ਼ਨ ਲੈਵਲ ਤੇ ਸ਼ੁਰੂ ਹੋ ਜਾਂਦੇ ਹਾਂ, ਹਾਲੇ ਸਾਡਾ ਸਰਬੱਤ ਖਾਲਸਾ ਦਾ ਕਨਸੈਪਚੁਅਲ ਕੌਨਸ਼ੀਅਸਨੈਸ ਨਹੀਂ ਬਣੀ ਹੈ। ਜਦੋਂ ਇਹ ਬਣ ਜਾਏ ਕਿ ਇਹ ਕਿਹੜੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈ, ਸਾਰੇ ਸਿੱਖਾਂ ਨੂੰ, ਜਿਹਦੇ ਵਿੱਚ ਜਿਹੜੇ ਕਹਿੰਦੇ ਨੇ ਅਸੀਂ ਸਿੱਖਾਂ, ਉਹ ਕਿ ਇਹ ਪਿਓਰ ਤਤ ਖਾਲਸਾ ਨੂੰ ਕਰਦੀ ਹੈ। ਜਦ ਤੱਕ ਅਸੀਂ ਇਹਨਾਂ ਕੁਐਸਚਨਸ ਨੂੰ ਨਹੀਂ ਡੀਲ ਕਰਦੇ, ਸਾਡੇ ਕੋਲ ਦੋ ਮੁੱਢਲੇ ਵੱਡੇ ਕੁਐਸਚਨਸ ਨੇ ਕਿ ਮਿਨੀਮਮ ਸਿੱਖ ਕੀ ਹੈ, ਕਿ ਮਿਨੀਮਮ ਸਿੱਖ ਸਿਰਫ ਦਾੜੀ ਕੇਸ ਰੱਖਣੇ ਹੈ, ਕਿ ਸਿਰਫ ਅੰਮ੍ਰਿਤ ਛਕਣਾ ਹੈ, ਮਿਨੀਮਮ ਸਾਡੇ ਲਈ ਕਿੰਨਾ ਹੈ। ਦੂਸਰਾ ਪ੍ਰਸ਼ਨ ਇਹ ਹੈ ਜਿਹੜਾ ਮੈਂ ਉਦੋਂ ਵੀ ਕੀਤਾ ਸੀ, ਹੁਣ ਵੀ ਕਰ ਰਿਹਾ, ਕਿ ਸਾਡੇ ਸਾਰੇ ਸਿੱਖੀ ਵਿਧਾਨ ਦੇ ਵਿੱਚ ਇੱਕ ਦਸਵੰਧ ਦੀ ਪਰੰਪਰਾ ਹੈ, ਪਰ ਉਹ ਦਸਵੰਧ ਖੇਰੂ ਖੇਰੂ ਇੱਧਰ ਉੱਧਰ ਲੋਕਲ ਐਫਰਟ ਤੇ ਜਾ ਰਿਹਾ ਹੈ। ਇੱਕ ਦਸਵੰਧ ਦੀ ਇਸੇ ਤਰ੍ਹਾਂ ਸੰਸਥਾ ਹੋਣੀ ਚਾਹੀਦੀ ਹੈ ਜਿਹੜੀ ਸਿਰਫ ਫਾਈਨੈਂਸਿਸ ਨੂੰ ਡੀਲ ਕਰੇ, ਔਰ ਇਹ ਫਾਈਨੈਂਸਿਸ ਨੂੰ ਉਹ ਅੱਗੋਂ ਵੰਡੇ। ਹੁਣ ਇਸ ਸੰਸਥਾ ਦੇ ਵੀ ਉਹੀ ਪੰਜ ਪਿਆਰੇ ਹੋਣ, ਇਹ ਵੀ ਕਿਸੇ ਤਰ੍ਹਾਂ ਹੇਠੋਂ ਉਤਪੰਨ ਹੋ ਕੇ ਆਏ, ਜਿਹੜੀ ਕਿ ਸਿੱਖਾਂ ਦੀ ਬੇਸ਼ੁਮਾਰ ਜਨਰੋਸਿਟੀ ਵਾਲੀ ਦੌਲਤ ਲੈ ਕੇ ਇਸ ਨੂੰ ਸੰਚਿਤ ਕਰਕੇ ਅੱਗੋਂ ਸੰਸਥਾਵਾਂ ਨੂੰ ਦੇ। ਇਹ ਜਿਹੜੇ ਪੰਜ ਪਿਆਰੇ ਹਨ, ਇਹ ਨਾ ਸਿਆਸਤ ਵਿੱਚ ਹੋਣਗੇ, ਨਾ ਪ੍ਰਬੰਧ ਵਿੱਚ ਹੋਣਗੇ, ਨਾ ਕਿਸੇ ਹੋਰ ਸੰਸਥਾ ਨਾਲ ਹੋਣ। ਹੁਣ ਲਾਸਟ ਜਿਹੜੀ ਬੇਨਤੀ ਹੈ, ਇਹੋ ਜਿਹੇ ਵਿਅਕਤੀ ਚੁਣਨੇ, ਲਿਆਣੇ, ਕਰਨੇ ਕਿੰਝ ਹੋਣ, ਮੈਂ ਹਾਲੇ ਇਸ ਬਾਰੇ ਸਪਸ਼ਟ ਨਹੀਂ ਹਾਂ, ਲੇਕਿਨ ਮੈਨੂੰ ਇੱਕ ਬੜੀ ਸਪਸ਼ਟ ਹੈ, ਦੁਹਰਾ ਰਿਹਾ, ਕਿ ਸਿੱਖੀ ਦੀ ਕੋਈ ਵੀ ਪ੍ਰਵਾਨਿਤ ਸੰਸਥਾ ਜਦ ਤੱਕ ਅਧਿਆਤਮਿਕ ਬੇਸ ਦੇ ਉੱਤੇ ਨਹੀਂ ਹੋਏਗੀ, ਉਹ ਉਦੋਂ ਤੱਕ ਸੋਲਿਡ ਨਹੀਂ ਹੋਏਗੀ। ਸਾਡੇ ਪੰਜ ਪਿਆਰੇ ਕੇਵਲ 1 2 3 4 5 ਨਹੀਂ, ਪੰਜ ਪਿਆਰਿਆਂ ਦੇ ਮਾਡਲ ਦੇ ਹੋਣਗੇ, ਜਿਹੜੇ ਸੀਸ ਦੇਣ ਦੇ, ਜਿਹੜੇ ਕਿ ਸਿਰ ਜੀਵਨ ਦੇਣ ਦੇ ਲਈ ਤਿਆਰ ਹਨ। ਮੈਂ ਕੇਵਲ ਆਈਡੀਆਜ਼ ਦੇ ਰਿਹਾ, ਵਾਹਿਗੁਰੂ ਕਰੇ ਇਹ ਕੰਕਰੀਟਾਈਜ਼ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। What a superb idea ਜੀ, as bright as you are, thank you ਜੀ, ਬਹੁਤ ਨਾਈਸ। ਤੇ ਗੁਰਪ੍ਰੀਤ ਜੀ, ਤੁਸੀਂ I think it may be worthwhile to talk to respected Dr. Brijpal Singh ji to move it further on. I think he has excellent ideas and he is a very experienced person who needs to be discussed at. ਤੇਜਿੰਦਰ ਸਿੰਘ ਜੀ, ਤੁਹਾਡੇ ਤੋਂ ਪਹਿਲਾਂ ਮੈਂ ਡਾਕਟਰ ਕੁਲਬੀਰ ਸਿੰਘ ਨੂੰ ਲੈਣਾ ਚਾਹੁੰਦਾ, ਕਿਉਂਕਿ ਉਹ ਪਹਿਲਾਂ ਦਾ ਹੱਥ ਖੜਾ ਕੀਤਾ ਹੋਇਆ ਸੀਗਾ, ਫਿਰ ਮੈਂ ਤੇਜਿੰਦਰ ਨੂੰ ਲੈਣਾ ਜੀ। ਹਾਂ ਜੀ, ਡਾਕਟਰ ਕੁਲਬੀਰ ਸਿੰਘ ਜੀ। ਗੁਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। For your initiative, though it is in the initial stages, I would congratulate you for the terms of reference which you have already drawn out so solidly. And these terms of reference would be very, very pertinent and valid when it comes to the formation of the Sarbat Khalsa. It is my belief that the independence and authority of Sarbat Khalsa and Akal Takht have been negated by the politics of Punjab and India. I believe that with the formation of Sarbat Khalsa, constituted in the manner which you have programmed, will eliminate this particular trend. And you mentioned some about the 5 jathedars of the 5 takhats, and when the number itself 5 is expounded upon
and its significance is realized to the core, it is my belief that even when it comes to the 5 Jathedars with the 5 Takhats of the Sikhs, for that matter, it's like the Supreme Court of Supreme Court of India, and you have the Chief Justice, but the Chief Justice is central to the Supreme Court. But when it comes to the 5 Jathedars or even the Panch Pyaras, a rota for the justices could be had, meaning thereby that out of these 5 Panch Pyare or even the 5 Jathedars, you could have one rotating as the chairman or the president of the 5 and bring about the semblance of justice. And here also the home which arises just because one is constantly a Jathedar will be eliminated. And last but not the least, I believe if history is to be traced and the concept of Ardas is visualized, Prahlad Singh's Hukamnama is taken into account many years ago, maybe 16th, 17th century. And it was Guru Khalsa Manyo Pargat Guran Ki De. And in this concept of Guru Khalsa is a temporal concept. But later in the 19th century, Gyani Gyan Singh Ji's version with Guru Granth Ji Manyo Pargat Guran Ki De, it portrays the spiritual authority of the Guru Granth Sahib. So these were just a few pointers I had in my mind, which I wanted to share with you. Thank you so much. ਤੁਸੀਂ ਜਵਾਬ ਦਿਓ ਇਹਨਾਂ ਦਾ ਜੀ, we are getting short on time. ਹਾਂਜੀ, ਤੇ ਫਿਰ ਮੈਂ ਤੇਜਿੰਦਰ ਵੀਰ ਜੀ ਨਾਲ ਗੱਲ ਕਰਨੀ ਹੈ। ਹਾਂਜੀ, ਨਹੀਂ ਅਗਰ ਉਹ ਦੇਖੋ ਰੋਟੇਸ਼ਨ ਵਾਲੀ ਮੈਂ ਸ਼ਾਇਦ ਤੁਸੀਂ ਦੇਖਿਓ ਧਿਆਨ ਮਿਸ ਕਰਤਾ ਹੋਣਾ ਪੁਆਇੰਟ। ਮੈਂ ਸਪੈਸੀਫਿਕਲੀ ਕਿਹਾ ਕਿ देयर शुड नॉट बी एनी वन ਜਥੇਦਾਰ ਆਊਟ ਆਫ 5, ਆਲ 5 ਆਰ ਇਕੁਅਲ। ਸੋ 5 ਪਿਆਰੇ ਨੇ, 5 ਪਿਆਰੇ ਤੋਂ ਉੱਪਰ ਕੋਈ ਨਹੀਂ ਹੈ। ਸੋ ਨਹੀਂ ਤੇ ਅਗਰ ਅਸੀਂ ਇੱਕ ਫਿਰ ਬਣਾ ਦਿੰਦੇ ਹਾਂ ਤੇ ਦੈਨ the objective of Panch Pyara as an institute that gets diluted. So Panch Pyara in itself are equal, ਸਾਰੇ ਦੇ ਸਾਰੇ, ਔਰ ਤਾਂ ਹੀ consensus building ਜਿਹੜੀ ਉਹ ਹੋਏਗੀ। ਤੇ ਇਹ ਜਿਹੜੇ 5 ਤੁਸੀਂ ਬੋਲੇ ਨੇ ਤਖਤ ਜੋ ਹੈਗੇ ਨੇ, ਸੀ ਦੇਖੋ ਗੁਰੂ ਸਾਹਿਬ ਨੇ ਤਾਂ ਸਿਰਫ ਅਕਾਲ ਪੁੰਗਾ ਬਣਾਇਆ, ਬਾਕੀ ਤਾਂ ਸਭ ਬਾਅਦ ਵਿੱਚ ਬਣੇ ਨੇ, that is for the political reasons. So ਅਸੀਂ ਉਹ ਸਭ narrative ਚੋਂ we need to get out of that. ਠੀਕ ਹੈ ਜੀ, ਠੀਕ ਹੈ। ਹਾਂਜੀ, ਸਰਦਾਰ ਤੇਜਿੰਦਰ ਸਿੰਘ ਜੀ, ਪਰਥ ਆਸਟ੍ਰੇਲੀਆ ਤੋਂ ਗੱਲ ਕਰੋ ਜੀ। ਤੁਸੀਂ ਅਨਮਿਊਟ ਕਰੋ ਵੀਰ ਜੀ, ਤੁਸੀਂ ਅਨਮਿਊਟ ਕਰੋ ਤੇਜਿੰਦਰ ਜੀ। ਹਾਂਜੀ ਪਲੀਜ਼ ਗੱਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਟਾਈਮ ਕੰਸਟ੍ਰੇਂਟ ਦੇਖਦੇ ਹੋਇਆ ਮੈਂ ਆਪਣਾ ਹੱਥ ਡਾਊਨ ਕਰ ਲਿਆ ਸੀ। ਰਾਈਟ। ਤੇ ਬਾਕੀ ਹੈ ਕਿ ਬਹੁਤ ਅੱਛੇ ਆਈਡੀਆਜ਼ ਗੁਰਪ੍ਰੀਤ ਸਿੰਘ ਜੀ ਨੇ ਦਿੱਤੇ ਹਨ। It remains to be seen कि how they come into action और ground ਦੇ ਉੱਪਰ reality ਬਣਨ। ਮੈਂ 2-3 ਪੁਆਇੰਟ ਕਹਿਣਾ ਚਾਹਨਾ ਹਾਂ। ਇੱਕ ਤੇ ਹੈ ਕਿ ਸਰਬੱਤ ਖਾਲਸਾ ਜਿਹੜਾ ਹੈ ਉਹ ਪਰਮਾਨੈਂਟ ਨਹੀਂ ਸੀ। ਮਿਸਲਾਂ ਦੇ ਵੇਲੇ ਇਹ ਕਨਸੈਪਟ ਜਿਹੜਾ ਹੈ ਸਾਹਮਣੇ ਆਇਆ ਸੀ। ਜਿਸ ਵੇਲੇ ਮਿਸਲਾਂ ਵਾਲੇ ਆਪਣੇ ਅੰਮ੍ਰਿਤਸਰ ਸਾਹਿਬ ਇਕੱਠੇ ਹੁੰਦੇ ਸੀ ਤੇ ਉਹ ਆਪਸ ਵਿੱਚ ਬੈਠ ਕਰਕੇ ਜਿਹੜੀ ਵੀ ਕਾਰਗੁਜ਼ਾਰੀ ਹੁੰਦੀ ਸੀ ਉਹਨਾਂ ਦੀ ਅਲੱਗ-ਅਲੱਗ ਮਿਸਲਾਂ ਦੀ ਉੱਥੇ ਡਿਸਕਸ ਕਰਦੇ ਸਨ ਤੇ ਫਿਊਚਰ ਜਿਹੜੇ ਪਲਾਨ ਹੁੰਦੇ ਸਨ ਐਕਸ਼ਨ ਕਿ ਆਪਾਂ ਅੱਗੋਂ ਹਰ ਮਿਸਲ ਨੇ ਕੀ ਕਰਨਾ ਉਹਨਾਂ ਨੂੰ ਡਿਊਟੀਆਂ ਅਸਾਈਨ ਕੀਤੀਆਂ ਜਾਂਦੀਆਂ ਸਨ। ਉਹਨਾਂ ਵਿੱਚੋਂ ਹੀ ਜਿਹੜਾ ਹੈ ਉਹ ਜਥੇਦਾਰ ਜਿਹੜਾ ਹੈ ਕੱਢ ਆਊਟ ਕੀਤਾ ਜਾਂਦਾ ਸੀਗਾ ਔਰ ਉਸ ਤੋਂ ਬਾਅਦ ਉਹ ਦੁਬਾਰਾ ਡਿਸੋਲਵ ਹੋ ਜਾਂਦਾ ਸੀਗਾ। ਸਰਬੱਤ ਖਾਲਸਾ ਸਿਰਫ ਕਨਸੈਪਟ ਰਹਿੰਦਾ ਸੀਗਾ ਕਿ ਅਸੀਂ ਇਕੱਠੇ ਮਿਲ ਕਰਕੇ ਸਾਰੇ ਖਾਲਸਿਆਂ ਨੇ ਮਿਲ ਕਰਕੇ ਇਸ ਨੂੰ ਅੱਗੋਂ ਪੰਥ ਦੀ ਜਿਹੜੀ ਹੈ ਵਾਗਡੋਰ ਨੂੰ ਸੰਭਾਲਣਾ ਹੈ। ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੇ ਇਸ ਵੇਲੇ ਵੀ ਅਸੀਂ ਦੇਖ ਰਹੇ ਹਾਂ ਜਿਹੜਾ ਮਾਡਲ ਵੀਰ ਜੀ ਨੇ ਪ੍ਰੈਜ਼ੈਂਟ ਕੀਤਾ ਹੈ ਬਹੁਤ ਵਧੀਆ ਹੈਗਾ। ਉਹਦੇ 'ਚ ਇੱਕ ਗੱਲ ਹੈ ਕਿ ਜਿਹੜੀ SGPC ਨੂੰ ਵੋਟ ਦੀ ਰਾਜਨੀਤੀ ਜਿਹੜੀ ਖਤਮ ਕਰ ਰਹੀ ਹੈ, ਇਲੈਕਸ਼ਨ ਦੀ ਗੱਲ ਕਰ ਰਹੀ ਹੈ। ਮੈਂ ਵਰਡਿੰਗ 'ਚ ਦੇਖਿਆ ਹੋ ਸਕਦਾ ਭਾਵਨਾ ਉਹਨਾਂ ਦੀ ਇਲੈਕਸ਼ਨ ਦੀ ਚੋਣ ਦੀ ਨਾ ਹੋਵੇ, ਲੇਕਿਨ ਉਹਦੇ ਚੋਣ ਲਫ਼ਜ਼ ਵਰਤਣ ਨਾਲ ਫਿਰ ਉਹੀ ਗੱਲ ਹੋ ਜਾਂਦੀ ਹੈ ਕਿ ਜਿੱਥੇ ਚੋਣ ਹੋਏਗੀ ਉੱਥੇ ਡਿਵੀਜ਼ਨ ਹੋਏਗਾ।
ਤੇ ਇਹ ਜੋ ਐਸਜੀਪੀਸੀ ਦਾ ਜਿਹੜਾ ਐਕਟ ਹੈਗਾ ਗੁਰਦੁਆਰਾ ਜਿਹੜਾ ਪੰਜਾਬ ਦਾ ਐਕਟ ਹੈ ਇਹਨੇ ਸਿੱਖਾਂ ਨੂੰ ਪੋਲੀਟੀਕਲੀ ਡਿਵਾਈਡ ਕੀਤਾ ਹੈ ਤੇ ਅਸੀਂ ਇਸ ਤੋਂ ਆਪਣੇ ਆਪ ਨੂੰ ਬਚਣਾ ਹੈ। ਤੇ ਨੋਮੀਨੇਸ਼ਨ ਦਾ ਜਿਹੜਾ ਕਨਸੈਪਟ ਹੈਗਾ ਉਸ ਨੂੰ ਹਰ ਜਗ੍ਹਾ ਦੇ ਉੱਪਰ ਤੁਸੀਂ ਜ਼ਰੂਰ ਐਡ ਕਰੋ ਤੇ ਉਹਦੇ ਨਾਲ ਨੋਮੀਨੇਸ਼ਨ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਹੋਏਗੀ ਉਹ, ਕਿਉਂਕਿ ਇਹ ਬੜਾ ਵੱਡਾ ਪ੍ਰੋਜੈਕਟ ਜਿਹੜਾ ਆਪ ਜੀ ਨੇ ਸਾਹਮਣੇ ਰੱਖਿਆ ਹੈ ਤੇ ਇਹ ਮੈਂ ਸਮਝਦਾ ਸੀਗਾ ਕਿ ਆਪ ਜੀ ਨਾਲ ਮੈਂ ਆਪਣੀ ਗੱਲ ਕਰਾਂ ਕਿ ਇਸ ਨੂੰ ਆਪਾਂ। ਦੂਸਰਾ ਇਹ ਹੈਗਾ ਕਿ ਇਹ ਜਿਹੜਾ ਪ੍ਰੋਜੈਕਟ ਹੈਗਾ ਇਸ ਨੂੰ ਪੋਲੀਟੀਕਲੀ ਵੀ ਆਪੋਜੀਸ਼ਨ ਜਿਹੜੀ ਹੈ ਉਹ ਬੜੀ ਸਟਰੋਂਗਲੀ ਮਿਲੇਗੀ। ਤੇ ਦੂਸਰਾ ਜੋ ਆਪ ਜੀ ਨੇ ਨਰੇਸ਼ਨ ਦਿੱਤਾ ਹੈ ਆਪਣੇ ਪ੍ਰੈਜੈਂਟੇਸ਼ਨ 'ਚ ਉਹਦੇ ਚੋਂ ਕੁਝ ਇੱਕ ਭਾਵਨਾ ਮੈਨੂੰ ਮਿਲੀ, ਹੋ ਸਕਦਾ ਬਿਲਕੁਲ ਗਲਤ ਹੋਵੇ, ਕਿ ਅਕਾਲ ਤਖਤ ਦੀ ਮਹਾਨਤਾ ਨੂੰ ਅਸੀਂ ਮਤਲਬ ਹੈ ਕਿ ਨਹੀਂ ਸਾਹਮਣੇ ਰੱਖਿਆ ਹੈਗਾ। ਜਦੋਂ ਅਸੀਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੋਂ ਚਲੇ ਗਏ ਤੇ ਉਹਦੇ ਤੇ ਗੁਰੂ ਸਾਹਿਬ ਨਹੀਂ ਆਏ ਹੈਗੇ, there were many reasons ਕਿ ਉਸ ਵੇਲੇ ਹਰਗੋਬਿੰਦ ਪਾਤਸ਼ਾਹ ਜੀ ਕਿਉਂ ਅੰਮ੍ਰਿਤਸਰ ਤੋਂ ਛੱਡ ਕੇ ਕੀਰਤਪੁਰ ਸਾਹਿਬ ਗਏ ਔਰ ਉਸ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਕਿਉਂ ਉੱਥੇ ਨਹੀਂ ਗਏ ਹੈਗੇ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਿਸਟਰੀ ਦੇ ਵਿੱਚੋਂ ਸਾਨੂੰ ਲੱਭਣ ਦੀ ਲੋੜ ਹੈ ਕਿ ਕੀ ਰੀਜ਼ਨ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਉਂ ਉੱਥੋਂ ਵਾਪਸ ਨਹੀਂ ਆਏ ਤੇ ਜਿਨ੍ਹਾਂ ਹਾਲਾਤਾਂ ਅੰਦਰ ਅਨੰਦਪੁਰ ਸਾਹਿਬ ਉਹਨਾਂ ਨੇ ਛੱਡਿਆ ਹੈ ਔਰ ਸਾਬੋ ਕੀ ਤਲਵੰਡੀ ਪਹੁੰਚੇ ਹਨ, ਫਿਰ ਦੱਖਣ ਵੱਲ ਗਏ ਨੇ, ਸਾਰੀ ਚੀਜ਼ਾਂ ਸਾਡੇ ਸਾਹਮਣੇ ਆ ਤੇ ਅਸੀਂ ਇਹ ਕਨਕਲੂਜਨ ਨਹੀਂ ਕਰ ਸਕਦੇ ਕਿ ਸਾਰਿਆਂ ਗੁਰੂ ਸਾਹਿਬ ਨੇ ਅਕਾਲ ਤਖਤ ਸਾਹਿਬ ਨੂੰ ਅਬੈਂਡਨ ਕਰ ਦਿੱਤਾ ਹੈਗਾ। देयर वर रीजन, देयर वर ਸਰਕਮਸਟੈਂਸਿਸ, ਜਿਸ ਕਰਕੇ ਉਹ ਚੀਜ਼ਾਂ ਉੱਥੇ ਨਹੀਂ ਹੋਈਆਂ ਹੈਗੀਆਂ। तो मैं ये गल कहांगा कि अकाल तखत ਸਰਬੱਤ ਖਾਲਸਾ ਮਿਸਲਾਂ ਦੇ ਵੇਲੇ ਅਕਾਲ ਤਖਤ ਸਾਹਿਬ ਦੇ ਉੱਤੇ ਹੀ ਹੁੰਦਾ ਸੀਗਾ ਤੇ ਅਕਾਲ ਤਖਤ ਸਾਹਿਬ ਨੂੰ ਫ੍ਰੀ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਹ ਸਰਬੱਤ ਖਾਲਸਾ ਨੂੰ ਰਿਵਾਈਵ ਕੀਤਾ ਜਾਏ। ਜਦੋਂ ਰਿਵਾਈਵ ਹੋਏਗਾ ਤੇ ਉਹ ਸਰਬੱਤ ਖਾਲਸਾ ਜਿਹੜਾ ਉੱਥੇ ਹੈਗਾ ਉਹ ਆਪਣੇ ਆਪ ਫ੍ਰੀ ਹੋ ਜਾਏਗਾ। ਬਾਕੀ ਜਿਹੜੀ ਐਸਜੀਪੀਸੀ ਦਾ ਜਿਹੜਾ ਐਕਟ ਹੈਗਾ ਉਹ ਵੀ ਤੁਹਾਡੇ ਆੜੇ ਆਏਗਾ ਕਿ ਉਹਨਾਂ ਦੇ ਵਿੱਚੋਂ ਜਿਹੜੀਆਂ ਪਾਵਰ ਫਲੋ ਕਰ ਰਹੀਆਂ ਨੇ ਉਹ ਜਿਹੜੀਆਂ ਤੁਹਾਡੇ ਕੋਲ ਪਾਵਰ ਹੋਣਗੀਆਂ ਇੱਕ ਨੇ ਆਪਸ ਦੇ ਵਿੱਚ ਜਿਹੜੀ ਮਿਲ ਕੇ ਚੱਲਣਗੀਆਂ, ਇਹ ਦੇਖਣ ਦੀ ਗੱਲ ਹੈਗੀ ਹੈ। ਮੈਂ ਇਹ ਗੱਲ ਕਰਨੀ ਸੀ ਕਿ ਬਾਕੀ ਆਪ ਜੀ ਦਾ ਜਿਹੜਾ ਪੂਰਾ ਥੀਸਿਸ ਜਿਹੜਾ ਉਹ ਦੁਬਾਰਾ ਸਟੱਡੀ ਕਰਨ ਦਾ ਮੈਂ ਚੈਟ ਵਿੱਚ ਲਿਖਿਆ ਵੀ ਹੈ ਕਿ 1 ਮਹੀਨੇ ਬਾਅਦ ਸ਼ਾਇਦ ਡਾਕਟਰ ਜਸਵੰਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਦੁਬਾਰਾ ਇਸ ਜ਼ੂਮ ਨੂੰ ਕਰਨ ਤਾਂ ਕਿ ਸਾਰੇ ਬੰਦੇ ਆਪਣੇ ਕੰਸੀਡਰਡ, ਹੁਣ ਤਾਂ ਹਰ ਬੰਦੇ ਮਤਲਬ ਕਿ ਜਸਟ ਪ੍ਰਾਈਮਾ ਫੇਸੀ ਆਪਣੇ ਵਿਚਾਰ ਦੇ ਰਹੇ ਹਨ, ਲੇਕਿਨ ਫਿਰ ਹਰ ਕੋਈ ਜਿਹੜੀ ਤੁਹਾਡੀ ਕਲਾਸ ਹੈ ਉਹਨੂੰ ਸਟੱਡੀ ਕਰਕੇ ਆਪਣੇ ਵਿਚਾਰ ਦੇਣਗੇ ਤੇ ਆਈ ਥਿੰਕ ਦੇयर ਸ਼ੁੱਡ ਬੀ ਵਰਸਟਵਾਈਲ। ਦੂਸਰਾ ਬ੍ਰਿਜਪਾਲ ਸਿੰਘ ਜੀ ਨੇ ਜਿਹੜੇ ਗੱਲ ਕੀਤੀ ਹੈਗੀ ਹੈ ਉਹਨਾਂ ਨੂੰ ਬੇਨਤੀ ਕਰਾਂਗਾ ਡਾਕਟਰ ਜਸਵੰਤ ਸਿੰਘ ਜੀ ਨੂੰ ਕਿ ਉਹਨਾਂ ਨੂੰ ਵੀ ਟਾਈਮ ਦੇਣ ਇਸ ਜ਼ੂਮ ਦੀ ਮੀਟਿੰਗ ਦੇ ਅੰਦਰ ਤਾਂ ਕਿ ਇਹ ਦੋਨੋਂ ਜਿਹੜੇ ਸਾਹਮਣੇ ਜਿਹੜਾ ਵਿਚਾਰ ਨੇ ਉਹ ਅਸੀਂ ਕੰਪੇਅਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਯੂਅਰ ਸੁਜੈਸ਼ਨਸ ਆਰ ਮੋਸਟ ਵੈਲਕਮ। ਆਈ ਹੈਵ ਟੂ ਫਿਗਰ ਆਊਟ ਕਿ ਕਿਸੇ ਬੰਦੇ ਨੂੰ ਕੱਢ ਦੇਣਾ ਜਿਨ੍ਹਾਂ ਦੇ ਨਾਂ ਲਿਖੇ ਹੋਏ ਆ ਅਪ੍ਰੈਲ ਤੱਕ, ਉਹ ਥੋੜਾ ਜਿਹਾ ਮੈਂ ਸੋਚਣਾ ਪੈਣਾ ਉਹਦੇ ਬਾਰੇ ਵੀ। ਗੁਰਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਨਹੀਂ ਇਹ ਮੈਂ ਸਹਿਮਤ ਇਹਨਾਂ ਦੇ ਪੁਆਇੰਟਸ ਤੋਂ। ਵੈਸੇ ਮੈਂ ਆਪਣੇ ਪ੍ਰੈਜੈਂਟੇਸ਼ਨ ਵਿੱਚ ਹੁਣ ਵਰਡ ਸਾਡੇ ਕੋਲ ਉਹਨਾਂ ਹੀ ਨੇ, ਚੋਣ ਲਿਖਿਆ, ਪਰ ਮੈਂ ਜਿੱਥੇ ਪੰਜਾਬੀ 'ਚ ਲਿਖਿਆ ਬ੍ਰੈਕਟ ਵਿੱਚ ਸਿਲੈਕਸ਼ਨ ਲਿਖਿਆ ਤੇ ਇੰਗਲਿਸ਼ ਵਿੱਚ ਮੈਂ ਵਰਡ ਸਿਲੈਕਸ਼ਨ ਯੂਜ਼ ਕੀਤਾ ਤੇ ਇਹ ਚੀਜ਼ ਦਾ ਮੈਂ ਬੜਾ ਧਿਆਨ ਰੱਖਿਆ। ਸੋ ਇਟ ਇਜ਼ ਨਾਟ ਅ ਇਲੈਕਸ਼ਨ ਸਿਸਟਮ। ਸਾਡੇ ਕੋਲ ਐਸਜੀਪੀਸੀ ਦੀ ਉਹ ਜਿਹੜੀ ਹੈ ਉਹ ਨਹੀਂ ਆੜੇ ਆਏਗੀ ਕਿਉਂਕਿ ਅਸੀਂ ਇੱਕ ਇੰਡੀਪੈਂਡੈਂਟ ਸੈਪਰੇਟ ਇੱਕ ਬਣਾ ਰਹੇ ਹਾਂ, ਅਸੀਂ ਉਹਦੇ ਨਾਲ ਡੀਲ ਹੀ ਨਹੀਂ ਕਰ ਰਹੇ। ਉਹਨਾਂ ਦੀ ਜਿਹੜੀ ਉਹਨਾਂ ਦਾ ਮਾਡਲ ਹੈ ਸੋ ਉਹ ਨਹੀਂ ਆੜੇ ਆਣੀ ਚਾਹੀਦੀ। ਬਾਕੀ ਪੋਲੀਟੀਕਲ ਇੰਟਰਫੇਰੈਂਸ ਜ਼ਰੂਰ ਹੋਏਗੀ, ਪਰ ਅਗਰ ਅਸੀਂ ਇੱਕ ਐਜ਼ ਅ ਐਕਟਿਵਿਸਟ ਜਿਹੜੇ ਨੇ ਕੰਮ ਕਰ ਰਹੇ ਹਾਂ, ਜਿਹੜੇ ਅਸੀਂ ਜੁੜੇ ਹੀ ਹਾਂ ਜਿਨ੍ਹਾਂ ਦੇ ਵਿੱਚ ਰਾਜਨੀਤਿਕ ਨਹੀਂ ਹੈਗੇ, ਪਿਛਲੀਆਂ ਸਕਸੈਸਫੁਲ ਵੀ ਤਾਂ ਨਹੀਂ ਹੋਈਆਂ ਕਿਉਂਕਿ ਉਹਨਾਂ ਦੇ ਅੰਦਰ ਰਾਜਨੀਤਿਕ ਲੀਡਰ ਜਿਹੜੇ ਸੀ ਉਹ ਇੱਕ ਜੁੜ ਗਏ ਸੀ। ਸੋ ਅਸੀਂ ਅੱਛਾ, ਫਿਰ ਦੂਸਰਾ ਇਹ ਕਿ ਇਹਨੂੰ ਸ਼ੁਰੂ ਕਿਵੇਂ ਕਰਨਾ। ਇਹ ਜਿਹੜੀ ਵੀ ਜਿਹੜੀ ਕਸਟੋਡੀਅਨ ਸ਼ੁਰੂ ਦੇ ਜਿਨ੍ਹਾਂ ਨੇ ਸ਼ੁਰੂ ਕਰਨਾ ਹੈ, ਇੱਕ ਬਣਾ ਕੇ ਮਾਡਲ ਪ੍ਰੋਪਰ ਇਹਨੂੰ ਪੋਸਟ ਕਰਨਾ ਪਏਗਾ ਔਰ ਲੈਟ ਟੂ ਸਟਾਰਟ ਇਟ, ਉਹਨੂੰ ਸਟਾਰਟ ਕਰਨਾ ਪਏਗਾ। ਜਿਸ ਤਰ੍ਹਾਂ ਬ੍ਰਿਜਪਾਲ ਸਿੰਘ ਜੀ ਨੇ ਕਿਹਾ ਕਿ ਹਾਂ ਪੂਰੀ ਗੱਲ ਸਹੀ ਉਹਨਾਂ ਦੀ, ਸਿਧਾਂਤਕ ਪੱਖ ਦੇ ਉੱਤੇ ਇਹੋ ਜਿਹੀ ਗੱਲ ਨਹੀਂ, ਅਸੀਂ 2-3 ਮਹੀਨੇ ਸਾਰੇ ਸਿਰ ਜੋੜ ਕੇ ਇਹਦੇ ਉੱਤੇ ਕੰਮ ਕਰ ਸਕਦੇ ਹਾਂ ਤੇ ਪ੍ਰੈਜ਼ੈਂਟ ਕਰ ਸਕਦੇ ਹਾਂ ਕਿ ਇਹ ਹੈ। ਅਗੇਨ ਦੈਟ ਇਜ਼ ਅ ਫਰਦਰ ਸਕੋਪ ਆਫ ਇੰਪਰੂਵਮੈਂਟ ਤੇ ਇਨ ਦੈਟ ਆਲਸੋ, ਬਟ ਉਹ ਪ੍ਰੈਜ਼ੈਂਟ ਕਰਕੇ ਤੇ ਐਂਡ ਦੈਨ ਵੀ ਕੈਨ ਇਨੀਸ਼ੀਏਟ ਕਿ ਨਾਓ ਲੈਟਸ ਸਟਾਰਟ ਇਟ। ਤੇ ਜਦ ਤੱਕ ਅਸੀਂ ਪਿਛੜੇ ਹੋਏ ਸੀ ਸ਼ੁਰੂ ਨਹੀਂ ਕਰਾਂਗੇ ਉਹ ਸ਼ੁਰੂ ਹੋਏਗਾ ਹੀ ਨਹੀਂ। ਫਿਰ ਅਗਰ ਅਸੀਂ ਸਿਰਫ ਡਿਸਕਸ਼ਨਸ ਤੇ ਰਹਿ ਜਾਵਾਂਗੇ ਕਿ ਇੱਥੇ ਨਹੀਂ ਸਹਿਮਤੀ ਬਣ ਰਹੀ, ਇੱਥੇ ਨਹੀਂ, ਤੇ ਉਹ ਡਿਸਕਸ਼ਨਸ ਹੀ ਕਰਦੇ ਰਹਾਂਗੇ ਤੇ ਉਹ ਫਿਰ ਕਈ ਸਾਲ ਚੱਲਦਾ ਰਹੇਗਾ। ਜਿਵੇਂ ਉਹਨਾਂ ਨੇ ਕਿਹਾ 10 ਸਾਲ ਹੋ ਗਏ ਨੇ ਚਲਦੇ ਹੋਏ ਤੇ 10 ਸਾਲ ਹੋਰ
ਵੀ ਲੱਗ ਸਕਦੇ ਨੇ ਏਦਾਂ। ਸੋ ਉਹ ਤਾਂ ਫਿਰ ਕੋਈ ਐਂਡ ਹੀ ਨਹੀਂ ਉਹ ਡਿਸਕਸ਼ਨਸ ਦਾ। ਠੀਕ ਹੈ ਜੀ। ਤੇ ਮੈਂ ਸਰਦਾਰ ਤਜਿੰਦਰ ਸਿੰਘ ਡਾਕਟਰ ਗੁਰਪ੍ਰੀਤ ਸਿੰਘ ਜੀ, ਮੈਂ ਬੇਨਤੀ ਕਰਾਂਗਾ ਕਿ ਇਹਨੂੰ ਆਪਣੇ ਪ੍ਰੋਜੈਕਟ ਨੂੰ ਜ਼ੂਮ ਵਿੱਚੋਂ ਕੱਢ ਕੇ ਪਬਲਿਕ ਡੋਮੇਨ ਦੇ ਵਿੱਚ ਲਿਆਓ, ਤਾਂ ਕਿ ਇਹ ਜਦੋਂ ਤੁਸੀਂ ਇੰਪਲੀਮੈਂਟ ਕਰੋ ਤੁਹਾਨੂੰ ਪੂਰੀ ਸਕਸੈਸ ਮਿਲੇ। ਠੀਕ ਹੈ ਜੀ, ਠੀਕ ਹੈ। ਤਜਿੰਦਰ ਜੀ, ਨਾਲੇ ਦਾ ਜਿਹੜਾ ਤੁਹਾਡੀ ਮੀਟਿੰਗ ਦੀ ਗੱਲ ਦੁਬਾਰਾ ਕੀ ਨਾ, ਰਿਪੀਟ ਮੀਟਿੰਗ, ਮੈਂ ਨਾ ਉਹ ਜਿਹੜੇ 10-12 ਬੰਦੇ ਜਿਨ੍ਹਾਂ ਨੇ ਇੰਟਰਸਟ ਸ਼ੋ ਕੀਤਾ ਉਹਨਾਂ ਦੇ ਨਾਂ ਲਿਖ ਲਏ ਹੈ। ਤੇ ਆਈ ਥਿੰਕ ਦੀ ਮਾਡਲ ਵਿਚ ਵੀ ਡਿਡ ਫॉर ਡਾਕਟਰ ਓਂਕਾਰ ਸਿੰਘ ਜੀ ਕੇ ਸੈਪਰੇਟ ਇੱਕ ਗਰੁੱਪ ਬਣਾ ਕੇ ਉਹਦੇ ਵਿੱਚ ਉਹਨਾਂ ਨੂੰ ਇੰਚਾਰਜ ਬਣਾ ਕੇ, ਇਸੇ ਤਰ੍ਹਾਂ ਇਹਦੇ ਵਿੱਚ ਗੁਰਪ੍ਰੀਤ ਜੀ ਨੂੰ ਇੰਚਾਰਜ ਬਣਾ ਕੇ, ਤੇ ਉਸ ਗਰੁੱਪ ਦੇ ਨਾਲ ਆਈ ਥਿੰਕ ਡਿਸਕਸ਼ਨ ਵਿਲ ਬੀ ਮੋਰ ਇਫੈਕਟਿਵ, ਕਿਉਂਕਿ ਇਹਦੇ ਵਿੱਚ ਸਾਰੇ ਬੰਦੇ ਜਿਹੜੇ ਹੈ ਉਹ ਇਹਦੇ ਉਹਨਾਂ 'ਚ ਨਾ ਹੀ ਤਾਂ ਉਹਨਾਂ ਨੂੰ ਇਸ ਗੱਲ ਵੱਲ ਜ਼ਿਆਦਾ ਝੁਕਾਓ ਹੋ ਸਕਦਾ ਹੈ, ਇਟਸ ਨੈਚੁਰਲ, ਹਰ ਇੱਕ ਬੰਦੇ ਦਾ ਆਪਣਾ ਇੰਟਰਸਟ ਹੁੰਦਾ ਹੈ, ਤੇ ਨਾ ਹੀ ਹਰ ਇੱਕ ਕੋਲ ਇੰਨਾ ਟਾਈਮ ਹੁੰਦਾ ਹੈ। ਸੋ ਇੱਕ ਬੜਾ ਅੱਛਾ ਆਈਡੀਆ ਤੁਹਾਡਾ। I 100% agree with you that it must be followed up, but it should be followed up in a right way, and that is what I intend to do with Sardar Gurpreet Singh ji. Thank you ji. ਹੋਰ ਕਿਸੇ ਨੇ ਕੁਝ ਕਹਿਣਾ ਪਿਆਰ ਹੋ ਤਾਂ ਆਪਣਾ ਹੱਥ ਖੜਾ ਕਰੋ ਜੀ ਪਲੀਜ਼, otherwise I am going to ਡਾਕਟਰ ਓਂਕਾਰ ਸਿੰਘ ਜੀ ਪਲੀਜ਼ go ahead and say. Right. ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨੇ ਬਹੁਤ ਸਿਧਾਂਤਕ ਮੁੱਦਾ ਸਾਹਮਣੇ ਲਿਆਂਦਾ ਹੈ। ਸਮੇਂ-ਸਮੇਂ ਸੰਸਥਾਵਾਂ ਬਣਦੀਆਂ ਨੇ, ਸੱਚੇ ਪਾਤਸ਼ਾਹ ਹਜ਼ੂਰ ਨੇ ਵੀ ਮਸੰਤ ਸੰਸਥਾ ਬਣਾਈ, ਜਿਵੇਂ ਸਰਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਵੀ ਆਪਣੇ ਗੰਦਲੀ ਹੋ ਗਈ ਸਮੇਂ ਦੇ ਨਾਲ, ਸੱਚੇ ਪਾਤਸ਼ਾਹ ਨੂੰ ਆਪ ਹੀ ਬੰਦ ਕਰਨੀ ਪਈ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ, ਤੇ ਉਹ ਹੁਣ ਕਿੰਨੀ ਗੰਦਲੀ ਬਣ ਗਈ ਆ, ਉਹ ਆਪਾਂ ਸਾਰਿਆਂ ਨੇ ਡਿਸਕਸ ਕੀਤਾ ਹੋਇਆ ਹੈ, ਕਰ ਲਿਆ ਮਤਲਬ। ਤੇ ਗੱਲ ਇਹ ਆ ਵੀ ਗੱਲ ਹੁਣ ਸ਼ੁਰੂ ਕਿੱਥੋਂ ਕੀਤੀ ਜਾਵੇ। ਇਹ ਗੱਲਾਂ ਪਹਿਲਾਂ ਵੀ ਇਹ ਸੋਚ ਜਿਹੜੀ ਆ ਇਹ ਅੰਗੜਾਈ ਲੈਂਦੀ ਰਹੀ ਆ, ਉਸਲ-ਬੱਟੇ ਲੈਂਦੀ ਰਹੀ ਆ। ਕਿਸੇ ਵੇਲੇ ਵਿਸ਼ਵ ਸਿੱਖ ਆਰਗੇਨਾਈਜੇਸ਼ਨ ਬਣੀ, ਵਰਲਡ ਸਿੱਖ ਪਾਰਲੀਮੈਂਟ ਹੁਣ ਬਣੀ ਹੋਈ ਆ। ਇਹ ਕਿਤੇ ਨਾ ਕਿਤੇ ਜਿਵੇਂ ਹਰਿੰਦਰ ਸਿੰਘ ਨੇ ਵੀ ਬਣਾਈ ਆ, ਹੁਣ 2 ਬੁਲਾਰੇ ਬੋਲ ਕੇ ਗਏ ਨੇ। ਕਿਉਂ ਫਿਰ ਆਪਣੇ ਭਾਰਤ ਲਈ ਦਬ ਜਾਂਦੀ ਹੈ? ਕਿਉਂ ਸਮੇਂ ਦੇ ਨਾਲ ਉਹ ਤੇ ਧੂੜ ਘੱਟਾ ਪੈ ਜਾਂਦਾ ਹੈ? ਕੁਛ ਇਸ ਤਰ੍ਹਾਂ ਤਰੀਕੇ ਨਾਲ ਮਤਲਬ ਸ਼ੁਰੂ ਕੀਤਾ ਜਾਵੇ ਵੀ ਉਹ ਸੰਸਥਾ ਬਣੇ ਔਰ ਉਸ ਦੀ ਗੱਲ ਨੂੰ, ਉਸ ਦੇ ਫੈਸਲਿਆਂ ਨੂੰ ਸੰਸਾਰ ਦੀਆਂ ਸਾਰੀਆਂ ਸੰਗਤਾਂ ਮੰਨਣ। ਜਿਵੇਂ ਗਲੋਬਲ ਸਿੱਖ ਉਹਦੀ ਗੱਲ ਹੋਈ ਸੀਗੀ ਕਿ ਉਹਦੇ ਫੈਸਲਿਆਂ ਨੂੰ ਸਾਰੀ ਸੰਸਾਰ ਦੇ ਸਿੱਖ ਮੰਨਦੇ ਨੇ। ਸੰਸਥਾ ਤੇ ਬਣ ਜਾਂਦੀ ਆ ਵੀ ਜੇ ਉਹਦੇ ਫੈਸਲੇ ਸਾਰੇ ਸੰਸਾਰ ਦੇ ਸਿੱਖ ਮੰਨਣ, ਤੇ ਫਿਰ ਹੀ ਉਸ ਸੰਸਥਾ ਦੀ ਹੋਂਦ ਨੂੰ ਪ੍ਰਵਾਨ ਕੀਤਾ ਜਾ ਸਕਦਾ ਹੈ। ਸੋ ਇਸ ਤਰ੍ਹਾਂ ਸ਼ੁਰੂਆਤ ਕੀਤਾ ਜਾਵੇ, ਇਸ ਤਰ੍ਹਾਂ ਉਹਦਾ ਬੰਨ੍ਹ ਨੂੰ ਬੰਨ੍ਹਿਆ ਜਾਵੇ ਵੀ ਸਹਿਜੇ ਉਹ ਸਾਰੇ ਸੰਸਾਰ ਦੇ ਸਿੱਖਾਂ ਦੀ ਉਹਦੇ 'ਚ ਨੁਮਾਇੰਦਗੀ ਹੋਵੇ। ਔਰ ਬਿਲਕੁਲ ਬ੍ਰਿਜਪਾਲ ਸਿੰਘ ਨੇ ਕਿਹਾ ਹੈ ਕਿ ਗਰਾਊਂਡ ਲੈਵਲ ਤੋਂ ਸ਼ੁਰੂ ਕੀਤਾ ਜਾਵੇ, ਨਾ ਕਿ ਉੱਤੋਂ ਸ਼ੁਰੂ ਕੀਤਾ ਜਾਵੇ। ਔਰ ਫਿਰ ਇਹ ਵੀ ਨਾ ਹੋਵੇ ਵੀ ਹਾਂ ਪੈਸੇ ਵਾਲੇ ਬੰਦੇ ਆ ਕੇ ਤੇ ਉਹਦੇ ਤੇ ਫਿਰ ਉਹ ਤੇ ਆਪਣੀ ਮੋਨੋਪੋਲੀ ਉਹ ਤੇ ਫਿੱਟ ਕਰ ਦੇਣ ਤੇ ਉਹ ਸੰਸਥਾ ਫਿਰ ਗਵਾਚ ਜਾਵੇ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ, ਤੇ ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਕਾਲ ਤਖ਼ਤ ਸਾਹਿਬ ਦੇ ਆਪਾਂ ਨਾਂ ਨੂੰ ਵਰਤਣਾ ਹੈ। ਸਰਬੱਤ ਖਾਲਸਾ ਇੱਕ ਵੱਖਰੀ, ਅਕਾਲ ਤਖ਼ਤ ਸਾਹਿਬ ਨੇ ਕਦੀ ਉੱਥੋਂ ਆਜ਼ਾਦ ਨਹੀਂ ਹੋਣਾ। ਉਹ ਠੀਕ ਆ, ਉੱਥੇ ਮਤਲਬ ਇਲੈਕਸ਼ਨ ਹੋਏਗੀ, ਇੱਕ ਗਰੁੱਪ ਨਹੀਂ ਤੇ ਦੂਜਾ ਗਰੁੱਪ ਆ ਜਾਏਗਾ। ਦੂਜਾ ਗਰੁੱਪ ਉਹਨਾਂ ਕਿਉਂਕਿ ਇਲੈਕਸ਼ਨ ਪ੍ਰੋਸੀਜਰ ਆ, ਉੱਥੇ ਇਲੈਕਸ਼ਨ ਦੇ ਨਾਲ ਫਿਰ ਆਪਣੀਆਂ ਗੱਲਾਂ ਹੁੰਦੀਆਂ ਨੇ, ਪੈਸਾ ਖਰਚ ਹੁੰਦਾ, ਹੋਰ ਗੱਲਾਂ ਉਹਨਾਂ ਨੇ ਕਬਜ਼ਾ ਹੋਣਾ ਹੁੰਦਾ। ਉਹ ਅਕਾਲ ਤਖ਼ਤ ਨੇ ਇਸ ਤਰ੍ਹਾਂ ਉੱਥੋਂ ਆਜ਼ਾਦ ਨਹੀਂ ਹੋਣਾ। ਸੋਚ ਆਜ਼ਾਦ ਹੋਏਗੀ, ਸੰਸਥਾ ਵਰਲਡ ਲੈਵਲ ਤੇ ਬਣੇਗੀ, ਉਹ ਫੈਸਲੇ ਵਰਲਡ ਲੈਵਲ ਤੇ ਕਰੇਗੀ, ਸਾਰੇ ਸਿੱਖ ਉਹਨੂੰ ਪ੍ਰਵਾਨ ਕਰਨਗੇ। ਕਿਉਂਕਿ ਉਹਦੀ ਤੇ ਜਿਹੜੀ ਉੱਥੋਂ ਦੀ ਸ਼੍ਰੋਮਣੀ ਕਮੇਟੀ ਦੀ ਸੀਮਾ ਹੈ, ਹੁਣ ਤਾਂ ਉਹ ਤਾਂ ਉੱਥੋਂ ਤੱਕ ਰਹਿ ਗਈ ਹੈ, ਮਤਲਬ ਸ਼ੰਭੂ ਬਾਰਡਰ ਤੱਕ। ਉਸ ਤੋਂ ਅੱਗੇ ਤਾਂ ਉਹਨਾਂ ਦੀ ਹੈ ਨਹੀਂ ਕੋਈ ਗੱਲ ਵੀ। ਤੇ ਹੁਣ ਸੰਸਾਰ ਭਰ ਦੇ ਵਿੱਚ ਕੋਈ ਬਹੁਤਾ ਮੰਨਦਾ ਵੀ। ਤਾਂ ਸਾਨੂੰ ਬਹੁਤ ਸੋਚ ਸਮਝ ਕੇ ਗੈਰ ਗੰਭੀਰਤਾ ਨਾਲ ਸ਼ੁਰੂਆਤ ਕਰਨ ਦੀ ਲੋੜ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਅੱਛੇ ਆਈਡੀਆ ਡਾਕਟਰ ਸਾਹਿਬ ਤੁਹਾਡੇ, ਤੇ ਆਈ ਥਿੰਕ ਯੂ ਵਿਲ ਬੀ ਐਨ ਇੰਟੈਗਰਲ ਪਾਰਟ ਆਫ ਵਟ ਵੀ ਆਰ ਟਰਾਈਂਗ ਟੂ ਡੂ। ਤੇ ਮੈਂ ਉਹਨਾਂ ਨਾਲ ਤੁਹਾਡੇ ਇਨਫੋਰਮੇਸ਼ਨ ਸਾਰੀ ਪਾਸ ਔਨ ਕਰ ਦਾਂਗਾ। ਟਾਈਮ ਬਹੁਤ ਹੋ ਗਿਆ ਜੀ, ਮੈਂ ਅਗਲੇ ਹਫਤੇ ਦੇ ਸਪੀਕਰ ਵੀ ਅਨਾਉਂਸ ਕਰਨਾ। ਉਸ ਤੋਂ ਪਹਿਲਾਂ ਗੁਰਪ੍ਰੀਤ ਜੀ, ਮੈਂ ਤੇ ਇਕੱਲਾ ਬੰਦਾ ਹੀ ਬਹੁਤਾ ਕੁਝ ਨਹੀਂ ਕਹਿ ਸਕਦਾ ਤੁਹਾਡੇ ਵਾਸਤੇ, ਬਿਕਾਜ਼ ਯੂ ਹੈਵ ਓਪਨ ਅਪ ਇੱਕ ਜਿਹਨੂੰ ਕਹਿੰਦੇ ਨਾ ਕਿ ਸਮੁੰਦਰ ਹੋ ਤੁਸੀਂ ਇਸ ਕੰਮ ਦੇ, ਜਿਹਦੇ ਵਿੱਚ ਕਿ ਭਰਪੂਰ ਨੌਲੇਜ ਹੈ। ਤੇ ਮੈਨੂੰ ਤਾਂ ਲੱਗਦਾ ਹੈ ਕਿ ਇਟਸ ਏ ਗੁੱਡ ਪ੍ਰੋਜੈਕਟ। ਪਲੀਜ਼ ਤੁਸੀਂ ਇਹਨੂੰ ਸ਼ੁਰੂ ਕਰੋ, ਤੇ 15-20 ਬੰਦੇ ਜਾਂ ਹੋਰ ਵੀ ਜਿਹੜੀ ਸਹਾਇਤਾ ਚਾਹੀਦੀ ਹੈ, ਆਈ ਵਿਲ ਬੀ ਮੋਰ ਦੈਨ ਹੈਪੀ ਐਂਡ ਆਈ ਵਿਲ ਬੀ ਐਟ ਯੂਰ ਡਿਸਪੋਜ਼ਲ। ਤੇ ਜਿਨ੍ਹਾਂ ਸਾਰਿਆਂ ਬੰਦਿਆਂ ਨੇ ਆਪਣੇ ਵਿਚਾਰ ਦਿੱਤੇ ਆ, ਦੇ ਵਰ ਸੁਪਰਬ ਆਈਡੀਆਜ਼।
आई थिंक ये सारे होने चाहिए सो दैट you start it whatever you want to do it with the right way. I'm sure you do that because the knowledge and the experience you showed here and your intellect you infiltrated in it is above par. मैं बड़ा ਤੁਹਾਡਾ ਸ਼ੁਕਰਗੁਜ਼ਾਰ ਹਾਂ. It was one of the excellent talk ever happened and for this I truly appreciate. ਆਪਣਾ bless ਸਮਝਦਾ ਕਿ ਤੁਸੀਂ ਇੰਨਾ ਵਧੀਆ ਸਾਨੂੰ ਨਿਹਾਲ ਕੀਤਾ ਆਪਣੇ ਓਪੀਨੀਅਨ ਨਾਲ. ਤੇ ਹੁਣ ਮੈਂ ਮੇਰਾ ਫਰਜ਼ ਬਣਦਾ ਕਿ ਤੁਹਾਨੂੰ ਅਗਲੇ ਹਫਤੇ ਦਾ ਵੀ ਸਪੀਕਰ ਦੱਸ ਦਿਆਂ. ਇਹ ਮੇਰੇ ਬੜੇ ਵੱਡੇ ਮੈਨੂੰ ਇੱਕ ਇਹੋ ਜਿਹਾ ਸਪੀਕਰ ਪ੍ਰਭਜੋਤ ਕੌਰ ਜੀ ਚੰਡੀਗੜ੍ਹ ਜਿਹੜੀ ਕਿ ਅਨਯੂਜੂਅਲ ਪਰਸਨ ਹੈ. ਉਹ 1 2 3 4 ਕਾਲਜਸ ਦੇ ਪ੍ਰਿੰਸੀਪਲ ਰਹਿ ਚੁੱਕੇ ਹੈ. ਗੁਰਮਤਿ ਕਾਲਜ ਪਟਿਆਲਾ, ਗਵਰਨਮੈਂਟ ਕਾਲਜ ਫਾਰ ਵੂਮਨ ਲੁਧਿਆਣਾ, ਗਵਰਨਮੈਂਟ ਕਾਲਜ ਗੁਰੂ ਤੇਗ ਬਹਾਦਰ ਐਂਡ ਗੁਰੂ ਨਾਨਕ ਗਰਲਸ ਕਾਲਜ. 4 ਥਾਵਾਂ ਦੇ ਉਹ ਪ੍ਰਿੰਸੀਪਲ ਰਹਿ ਚੁੱਕੇ ਹੈ. ਤੇ ਮੈਂ ਇੱਥੇ ਪੜ੍ਹ ਰਿਹਾ ਸੀ 12 ਤੋਂ ਬਾਅਦ ਉਹਨਾਂ ਨੂੰ ਅਵਾਰਡ ਮਿਲੇ ਹੋਏ ਆ. ਮੈਂ ਹੁਣ ਜਿਹੜੀ ਲਿਸਟ ਕਿਹੜਾ ਦਾ ਬੜੀ ਦੇਰ ਹੋ ਜਾਏਗੀ. ਤੇ ਉਹਨਾਂ ਦੀ ਜਿਹੜੀ ਸਭ ਤੋਂ ਵੱਡਾ ਕੰਮ ਹੋਇਆ ਉਹ ਹੈ ਜੀ ਵੂਮਨ ਲਿਬਰੇਸ਼ਨ, ਜਿਹੜੀ ਉਹਨਾਂ ਨੇ ਕਿਤਾਬ ਲਿਖੀ ਹੈ ਐਜ਼ ਸੀਨ ਥਰੂ ਦੀ ਪ੍ਰਿਜ਼ਮ ਆਫ ਸਿੱਖ ਫੇਥ. ਬਹੁਤ ਜ਼ਬਰਦਸਤ ਕਿਤਾਬ ਹੈ. ਆਈ ਥਿੰਕ ਦੈਟ ਇਜ਼ ਵਾਟ ਇੰਟਰੋਡਿਊਸ ਮੀ ਟੂ ਹਰ ਆਫਟਰ ਆਈ ਰੈਡ ਬੁੱਕ ਆਈ ਕੰਟੈਕਟਡ ਹਰ. ਤੇ ਫਿਰ ਉਹਨਾਂ ਦੀ ਕਿਤਾਬ ਹੈ 32 ਸੁਲੱਖਣੀ, ਉਹ ਵੀ ਬੜੀ ਅੱਛੀ ਹੈ, ਗਿਆਨ ਚਿਰਾਗ ਤੇ ਸਿੱਖੀਜ਼ਮ ਇਨ ਬਰੀਫ. ਪਰ ਹੁਣ ਜਿਹੜਾ ਉਹ ਡਿਸਕਸ ਕਰ ਰਹੇ ਸਾਡੇ ਵੱਲ ਉਹ ਹੈਗਾ ਜੀ ਹਿਸਟੋਰੀਕਲ ਸਿੱਖ ਵੂਮਨ ਇਨ ਦੀ ਕੰਟੈਕਸਟ ਆਫ 20th ਸੈਂਚੁਰੀ, 20ਵੀਂ ਸਦੀ ਵਿੱਚ. ਤੇ ਉਸ ਤੋਂ ਬਾਅਦ ਜਿਹੜੀਆਂ ਸਿੱਖ ਵੂਮਨ ਹੋਈਆਂ ਜਿਨ੍ਹਾਂ ਨੇ ਕੁਝ ਅਜਿਹੇ ਕੰਮ ਕੀਤੇ ਹਨ ਜਿਸ ਕਰਕੇ ਉਹਨਾਂ ਦਾ ਨਾਂ ਹਿਸਟਰੀ ਵਿੱਚ ਹਮੇਸ਼ਾ ਰਹੇਗਾ, ਉਹਦੇ ਬਾਰੇ ਉਹ ਡਿਸਕਸ ਕਰਨਗੇ. ਤੇ ਮੇਰੀ ਬੇਨਤੀ ਇਹ ਹੈ ਕਿ ਤੁਹਾਡੇ ਸਾਰਿਆਂ ਅੱਗੇ ਇਸੇ ਤਰ੍ਹਾਂ ਹੀ ਅਗਲੀ ਵਾਰੀ ਵੱਧ ਚੜ ਕੇ ਆਓ ਤੇ ਤਾਂ ਜੋ ਆਪਾਂ ਉਹਨਾਂ ਦਾ ਪ੍ਰੋਗਰਾਮ ਸੁਣ ਸਕੀਏ ਤੇ ਆਪਣੀ ਨੌਲੇਜ 'ਚ ਵਾਧਾ ਕਰ ਸਕੀਏ. ਮੈਂ ਖਤਮ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਕਿ ਅੱਜ 79 ਦੇ ਕਰੀਬ ਆਡੀਅੰਸ ਸੀਗੀ ਇੱਥੇ, which is one of the highest one, and your talk really induced a current amongst all the Sikhs or concerned Sikh ਜਿਹੜੇ ਚਾਹੁੰਦੇ ਹੈ ਕਿ ਸਿੱਖੀ ਦਾ ਫਾਇਦਾ ਹੋਵੇ. ਤੇ I think your talk will lead us somewhere and for which I am truly and really proud. ਤੇ ਮੈਂ ਤੁਹਾਡਾ ਥੈਂਕ ਯੂ ਵੀ ਕਰਦਾ. ਇਸ ਦੇ ਨਾਲ ਹੀ ਆਪਾਂ ਛੁੱਟੀਆਂ ਕਰੀਏ. ਜਿਨ੍ਹਾਂ ਦੀ ਫਿਰ ਮੈਂ ਕਹਿਣਾ ਚਾਹੁੰਦਾ ਜਿਨ੍ਹਾਂ ਦੀ ਰਾਤ ਚੜੀ ਹੈ ਉਹ ਗੁੱਡ ਨਾਈਟ ਉਹਨਾਂ ਨੂੰ, ਤੇ ਜਿਨ੍ਹਾਂ ਦਾ ਦਿਨ ਚੜਿਆ ਉਹ ਪਿਆਰੇ ਤਕੜੇ ਹੋ ਕੇ ਆਪਣਾ ਕੰਮ ਕਰੋ ਤੇ ਤਾਂ ਜੇ ਅਗਲੀ ਰਾਤ ਫਿਰ ਉਸੇ ਤਰ੍ਹਾਂ ਆਰਾਮ ਨਾਲ ਤੁਸੀਂ ਸੌਂ ਸਕੋ. ਤੇ ਆਪਾਂ ਸਾਰੇ ਫਿਰ ਟਿਊਜ਼ਡੇ ਜਾਂ ਅਗਲੇ ਵੈਂਸਡੇ ਬੇਸਡ ਔਨ ਵੇਅਰ ਯੂ ਆਰ we will again have a gathering and we will hear Principal Prabhjeet Kaur from Chandigarh. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Thank you ਜੀ.